तैयारी करनी सी वो तैयारी नहीं हुई। उन्होंने साह बंद हो गया, उन्होंने को वेंटिलेटर तक ही उन्होंने को ऑक्सीजन देने का भी प्रबंध बताई देना डॉक्टर साहब भी और हेल्थ मिनिस्टर सिद्धू साहब ने ये बधाई देना कि उन्होंने अपने आप को अंदर बांट के अपने आप को कोरोना तो बचाया। इस दौरान एज ए डॉक्टर भी काम किया और एज ए MLA भी लोगों की मदद MLA को ज्यादा कर सकता। ਬੱਤੀ ਨਵਾਂ ਸ਼ਹਿਰ ਦੇਖ ਰਹੇ ਹਰ ਇੱਕ ਭੈਣ ਭਰਾ ਦਾ ਤੁਹਾਡੇ ਆਪਣੇ ਹੀ ਪਰਿਵਾਰਕ ਮੈਂਬਰ ਦਿਨੇਸ਼ ਸੂਰੀ ਵੱਲੋਂ ਬਹੁਤ ਨਿੱਘਾ ਸਵਾਗਤ ਹੈ। ਸੋ ਦੋਸਤੋ, ਅੱਜ ਜਿਸ ਖਾਸ ਸ਼ਖਸੀਅਤ ਨੂੰ ਤੁਹਾਨੂੰ ਮਿਲਵਾਉਣ ਆਏ ਹਾਂ, ਉਹਨਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਐਜ਼ ਅ ਡਾਕਟਰ ਕੀਤੀ ਸੀ, ਪਰ ਤੁਹਾਡੇ ਪਿਆਰ ਅਤੇ ਸਤਿਕਾਰ ਨੇ ਉਹਨਾਂ ਨੂੰ ਵਿਧਾਇਕ ਬਣਾਤਾ। ਹਾਲਾਂਕਿ ਇਸ ਸਮੇਂ ਉਹ ਆਪੋਜੀਸ਼ਨ ਪਾਰਟੀ ਦੇ ਵਿਧਾਇਕ ਨੇ ਔਰ ਆਪੋਜੀਸ਼ਨ ਪਾਰਟੀ ਦੇ ਜਿਹੜੇ ਵਿਧਾਇਕ ਹੁੰਦੇ ਨੇ ਉਹਨਾਂ ਦੀਆਂ ਗੱਲਾਂ ਹਮੇਸ਼ਾ ਸਰਕਾਰ ਅਣਗੌਲੀਆਂ ਕਰਦੀ ਹੈ, ਪਰ ਫਿਰ ਵੀ ਟ੍ਰਿਬਿਊਨ ਨੂੰ ਦਿੱਤੇ ਇੱਕ ਲੇਟੈਸਟ ਇੰਟਰਵਿਊ ਵਿੱਚ ਉਹਨਾਂ ਨੇ ਕਿਹਾ ਹੈ ਕਿ ਆਈ ਵਿਲ ਟੇਕ ਕੇਅਰ ਦੈਟ ਨੋ ਵਨ ਸਲੀਪ ਹੰਗਰੀ ਇਨ ਮਾਈ ਕੌਨਸੀਕੁਐਂਸਿਸ। ਸੋ ਬਹੁਤਾ ਇੰਤਜ਼ਾਰ ਨਾ ਕਰਵਾਉਂਦੇ ਤੁਹਾਨੂੰ ਮਿਲਾਉਂਦੇ ਆ ਜੀ ਡਾਕਟਰ ਸੁਖ ਜੀ ਨੂੰ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਤੁਹਾਡਾ ਜੀ। ਸੋ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡਾ ਬਹੁਤ ਸ਼ੁਕਰੀਆ ਕਰਦੇ ਹਾਂ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਾਡੀ ਟੀਮ ਨੂੰ ਸਮਾਂ ਦਿੱਤਾ ਕਿ ਤੁਹਾਡੇ ਨਾਲ ਵਾਰਤਾਲਾਪ ਕੀਤੀ ਜਾਵੇ। ਤੇ ਸਭ ਤੋਂ ਪਹਿਲਾਂ ਕੁਐਸਚਨ ਡਾਕਟਰ ਸਾਹਿਬ ਮੇਰਾ ਇਹ ਹੈ ਕਿ ਜਿਵੇਂ 23 ਮਾਰਚ 2020 ਵਿੱਚ ਕੈਪਟਨ ਸਰਕਾਰ ਨੇ ਜਿਹੜਾ ਇਹ ਲਾਕਡਾਊਨ ਕੀਤਾ ਸੀ, ਕਰਫਿਊ ਲਗਾਇਆ ਸੀ, ਔਰ ਇਸ ਚੀਜ਼ ਤੇ ਉਹਨਾਂ ਨੇ ਬਹੁਤ ਜਿਹੜੀ ਆ ਸਹਾਨੁਭੂਤੀ ਵੀ ਬਟੋਰੀ ਸੀ। ਇੰਡੀਆ ਦਾ ਪਹਿਲਾ ਸੂਬਾ ਆ ਜਿਹਨੇ ਲਾਕਡਾਊਨ ਕੀਤਾ ਸੀ। ਐਜ਼ ਅ ਡਾਕਟਰ ਤੁਸੀਂ ਕੀ ਮੰਨਦੇ ਹੋ ਹੁਣ ਤਾਂ ਇਹ ਜਿਹੜੀ ਪ੍ਰੋਬਲਮ ਪੀਕ ਤੇ ਚਲੀ ਗਈ ਔਰ ਇੱਕਦਮ ਹੀ ਜਿਹੜਾ ਲਾਕਡਾਊਨ ਖੋਲ ਦਿੱਤਾ ਆ, ਇਹਦੇ ਵਿੱਚ ਤੁਹਾਨੂੰ ਨਹੀਂ ਲੱਗਦਾ ਕਿ ਕੋਈ ਕੈਪਟਨ ਸਰਕਾਰ ਦੇ ਵੈਕਸੀਨ ਨਾਲ ਕਿ ਕੀ ਸਿਚੁਏਸ਼ਨ ਹੈ ਉਹਨੇ ਇੱਕਦਮ ਹੀ ਖੋਲ ਦਿੱਤਾ, ਰੈਵਨਿਊ ਇੰਨਾ ਜ਼ਰੂਰੀ ਹੋ ਗਿਆ? ਸਭ ਤੋਂ ਪਹਿਲਾਂ ਮੈਂ TV 32 ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਜਿਹੜੇ ਤੁਹਾਡੇ ਵਿਊਜ਼ ਨੇ ਉਹਨਾਂ ਦੇ ਰੂਬਰੂ ਹੋਣ ਦਾ ਮੈਨੂੰ ਮੌਕਾ ਦਿੱਤਾ। ਔਰ ਜਿਹੜੀ ਗੱਲ ਤੁਸੀਂ ਇਹ ਪੁੱਛੀ ਹੈ ਕਿ ਲਾਕਡਾਊਨ ਦੇਸ਼ ਦੇ ਅੰਦਰ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਕੀਤਾ, ਮੈਂ ਇਸ ਗੱਲ ਦੀ ਉਹਨਾਂ ਦੀ ਸ਼ਲਾਘਾ ਕਰਦਾ ਕਿਉਂਕਿ ਆਪਰੇਸ਼ਨ ਦਾ ਕੰਮ ਸਦਾ ਹੀ ਨੁਕਤਾਚੀਨੀ ਕਰਨਾ ਨਹੀਂ, ਜਿਹੜਾ ਕੰਮ ਚੰਗਾ ਹੋਵੇ ਉਹਦੀ ਸਹਾਰਨਾ ਵੀ ਕਰਨੀ ਚਾਹੀਦੀ ਹੈ। ਉਹਦੇ 'ਚ ਮੈਂ ਕੈਪਟਨ ਸਾਹਿਬ ਨੂੰ ਵਧਾਈ ਦਿੰਦਾ ਕਿ ਉਹਨਾਂ ਨੇ ਇਹ ਸਟੈਪ ਬੜੇ ਐਪਰੀਏਟ ਟਾਈਮ 'ਤੇ ਲੈ ਲਿਆ। ਬਿਲਕੁਲ ਜੀ। ਔਰ ਲਾਕਡਾਊਨ ਕਿਉਂ ਕੀਤਾ ਜਾਂਦਾ ਕਿਸੇ ਵੀ ਮਹਾਮਾਰੀ ਦੇ ਵਿੱਚ? ਉਹ ਇਸ ਕਰਕੇ ਕੀਤਾ ਜਾਂਦਾ ਕਿ ਜਿਹੜੀ ਬਿਮਾਰੀ ਹੈ ਉਹਨੂੰ ਸਲੋ ਡਾਊਨ ਕੀਤਾ ਜਾਵੇ, ਉਹ ਵਧਣੋਂ ਫੁੱਲਣੋਂ ਰੁਕ ਜਾਏ। ਔਰ ਸੈਕਿੰਡ ਉਹਦਾ ਜਿਹੜਾ ਹੁੰਦਾ ਉਹਦੇ ਮਕਸਦ ਪਿੱਛੇ ਕੀ ਹੁੰਦਾ ਕਿ ਜਿੰਨਾ ਚਿਰ ਅਸੀਂ ਡਿਜ਼ੀਜ਼ ਨੂੰ ਸਲੋ ਡਾਊਨ ਕਰਨਾ, ਮੇਨ ਟਾਈਮ ਅਸੀਂ ਜਿਹੜੀਆਂ ਸਾਡੀਆਂ ਉਹਦੇ ਦੇ ਲੜਨ ਦੇ ਲਈ ਸਿਹਤ ਸਹੂਲਤਾਂ ਹੈ, ਜਿੰਨਾ ਵੀ ਇੰਫਰਾਸਟਰਕਚਰ ਆ, ਬੇਸ਼ੱਕ ਉਹ ਡਾਕਟਰ ਹੋਣ, ਬੇਸ਼ੱਕ ਪੈਰਾਮੈਡੀਕਲ ਸਟਾਫ ਹੋਵੇ, ਬੇਸ਼ੱਕ ਉਹ ਨਰਸਸ ਹੋਣ, ਬੇਸ਼ੱਕ ਉਹ ਸਫਾਈ ਸੇਵਕ ਵੀ ਕਿਉਂ ਨਾ ਹੋਣ। ਔਰ ਨਾਲ ਨਾਲ ਕਹਿੰਦਾ ਮਤਲਬ ਜਿਹੜੀ ਡਿਜ਼ੀਜ਼ ਆ, ਮਹਾਮਾਰੀ ਆ, ਉਹ ਕਿਸ ਪਾਸੇ ਨੂੰ ਚੱਲਦੀ ਹੈ। ਮਤਲਬ ਜਿਸ ਤਰ੍ਹਾਂ ਕਰੋਨਾ ਜਿਹੜੀ ਮਹਾਮਾਰੀ ਹੈ, ਇਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਡੈਥ ਹੁੰਦੀ ਆ ਉਹ ਹੁੰਦੀ ਹੈ ਸਾਹ ਰੋਕਣ ਦੇ ਨਾਲ। ਸੋ ਸਾਨੂੰ ਉਸ ਪਾਸੇ ਉਹਦੀ ਤਿਆਰੀ ਕਰਨੀ ਚਾਹੀਦੀ ਵੀ ਸਾਹ ਦੇਣ ਦੇ ਲਈ ਉਹ ਬੰਦੇ ਨੂੰ, ਉਸ ਜਿਹੜੇ ਮਰੀਜ਼ ਆ, ਜਿਹੜੇ ਮਹਾਮਾਰੀ ਦੇ ਸ਼ਿਕਾਰ ਹੋਏ, ਉਹਨੂੰ ਕਿਸ ਤਰ੍ਹਾਂ ਬਚਾਉਣਾ। ਔਰ ਹੋਇਆ ਕਿ ਇਹ ਕੋਈ 2 ਮਹੀਨੇ ਲਾਕਡਾਊਨ ਦਾ ਕਰਫਿਊ ਤਾਂ ਅਸੀਂ ਲਗਾਤਾ, ਪਰ ਜੋ ਤਿਆਰੀ ਕਰਨੀ ਸੀ ਉਹ ਤਿਆਰੀ ਨਹੀਂ ਹੋਈ। ਡਾਕਟਰ ਸਾਹਿਬ, ਜਿਵੇਂ ਤੁਸੀਂ ਸੌਰੀ ਮੈਂ ਤੁਹਾਡੀ ਗੱਲ ਟੋਕਦਾ, ਤੁਸੀਂ ਤਾਂ ENT ਸਪੈਸ਼ਲਿਸਟ ਹੋ ਔਰ ਇਹ ਜਿਹੜੀ ਬਿਮਾਰੀ ਹੈ ਇਹ ਟ੍ਰਿਗਰ ਵੀ ਮਾਊਥ ਔਰ ਨੋਜ਼ ਤੋਂ ਹੀ ਕਰਦੀ ਹੈ। ਸੋ ਤੁਸੀਂ ਅਗਰ ਸਾਡੇ ਜਿਹੜੇ ਦਰਸ਼ਕ ਨੇ ਜਿਹੜੇ ਹੁਣ ਤਾਂ ਰੱਬ ਰੱਖੇ ਕਿਉਂਕਿ ਸਰਕਾਰ ਕੋਲ ਕੋਈ ਹੈਲਥ ਇਨਫਰਾਸਟ੍ਰਕਚਰ ਨਹੀਂ ਹੈ, ਕੋਈ ਖਾਸ ਮਦਦ ਨਹੀਂ ਹੈ, ਰੈਵਨਿਊ ਤੇ ਬਹੁਤ ਰੌਲਾ ਪੈ ਰਿਹਾ ਹੈ, ਪਰ ਆਮ ਜਨਤਾ ਦੀ ਸੇਫਟੀ ਲਈ ਕੋਈ ਪ੍ਰੀਕਾਸ਼ਨਸ ਨਹੀਂ ਦੱਸੇ ਜਾ ਰਹੇ। ਦੇਖੋ, ਜਿਹੜੀ ਕਰੋਨਾ ਮਹਾਮਾਰੀ ਆਈ ਆ ਇਹਦੇ ਸਾਰੇ ਜਿਹੜੇ ਲੱਛਣ ਆ ਉਹ ਨੱਕ ਗਲਾ ਦੇ ਨਾਲ ਹੀ ਹੁੰਦੇ ਆ। ਔਰ ਸਭ ਤੋਂ ਕਿਉਂਕਿ ਜਿਸ ਚੀਜ਼ ਦੀ ਬਿਮਾਰੀ ਦਾ ਕੋਈ ਇਲਾਜ ਨਾ ਹੋਵੇ, ਜਿੱਥੇ ਸਾਵਧਾਨੀ ਹੀ ਸੁਰੱਖਿਆ ਹੋਵੇ, ਉਹੀ ਉਹਦਾ ਇਲਾਜ ਹੋਵੇ, ਤਾਂ ਸਾਨੂੰ ਉਹਨੂੰ ਅਡਾਪਟ ਕਰਨਾ ਚਾਹੀਦਾ। ਸਾਨੂੰ 1 ਤੋਂ 2 ਮੀਟਰ ਦਾ ਫਾਸਲਾ ਜਿਹੜਾ ਮੇਨਟੇਨ ਕਰਨਾ ਚਾਹੀਦਾ। ਪਰ ਮੈਂ ਇੱਕ ਗੱਲ ਤੁਹਾਡੀ, ਕਿਉਂਕਿ ਮੇਰੀ ਗੱਲ ਪਿੱਛੇ ਰਹਿ ਗਈ ਸੀ, ਕਿਉਂਕਿ ਜਦੋਂ ਇਹ ਲਾਕਡਾਊਨ ਸ਼ੁਰੂ ਹੋਇਆ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਸ਼ਹੀਦ ਭਗਤ ਸਿੰਘ ਨਗਰ ਔਰ ਉਸ ਬੰਗਾ ਕੌਂਸਟੀਟਿਊਐਂਸੀ ਦੇ ਵਿੱਚ 19 ਕੇਸ ਆਏ।
ਜੀ। ਔਰ ਪੰਜਾਬ ਦੇ ਅੰਦਰ ਬਦਕਿਸਮਤੀ ਹੈ ਸਾਡੀ ਜੀ ਕਿ ਸਰਦਾਰ ਬਲਦੇਵ ਸਿੰਘ ਜੀ ਜੀ ਪੰਜਾਬ ਦੇ ਅੰਦਰ ਪਹਿਲੇ ਮਰੀਜ਼ ਸੀ ਔਰ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਚਲੇ ਗਏ। ਜੀ। ਔਰ ਬੜਾ ਜਦੋਂ ਇਹ ਸਾਡੇ ਇੰਨੇ ਪੇਸ਼ੈਂਟ ਨਿਕਲੇ ਜੀ ਸਾਰੀ ਦੁਨੀਆ ਦੀ ਨਿਗਾਹ ਸਾਡੇ ਵੱਲ ਸੀ। ਦੁਨੀਆ ਦੀ ਨਿਗਾਹ ਇਸ ਕਰਕੇ ਸਾਡੇ ਵੱਲ ਹੋਈ ਕਿਉਂਕਿ ਸਾਡੇ ਬਹੁਤ ਭੈਣ ਭਰਾ ਜਿਹੜੇ ਆ ਦੂਰਲੇ ਦੇਸ਼ੀ ਦੁਆਬੇ ਦੇ ਲੋਕ ਦੂਸਰੇ ਦੇਸ਼ਾਂ ਪਾਸੇ ਉਹਨਾਂ ਦੇ ਗੁੱਸਾ ਕੇ ਸੰਬੰਧੀ ਸਾਰੇ ਬਰੇ ਸੀ। ਜੀ। ਔਰ ਜਦੋਂ ਉਹ ਜਿਹੜੇ 18 ਪੇਸ਼ੈਂਟ ਅਸੀਂ ਲੈ ਕੇ ਆਉਂਦੇ ਸਿਵਲ ਹਸਪਤਾਲ ਦੇ ਵਿੱਚ ਜੀ ਕਿਉਂਕਿ ਤੁਸੀਂ ਸਾਰਾ ਜਾਣਦੇ ਹੋ ਔਰ ਜੇ ਮੈਂ ਕੋਈ ਝੂਠ ਬੋਲੂੰ ਤੁਹਾਨੂੰ ਪਤਾ ਲੱਗ ਜਾਏਗਾ। ਜੀ ਜੀ ਸਵਾਏ ਉੱਥੇ ਫੋਟੋਆਂ ਖਿਚਾਉਣ ਤੋਂ ਜੀ ਕੋਈ ਕੰਮ ਨਹੀਂ ਹੋਇਆ। ਜੀ। ਜਦੋਂ ਉੱਥੇ ਦਾਖਲ ਕੀਤੇ ਗਏ ਜਿਸ ਕਰਕੇ ਦਾਖਲ ਕੀਤੇ ਗਏ ਕਿ ਜੇਕਰ ਇਹਨਾਂ ਮਰੀਜ਼ਾਂ ਨੂੰ ਸਿੰਪਟਮ ਆ ਗਏ ਕੋਰੋਨਾ ਦੇ, ਜੀ ਜੀ ਇਹਨਾਂ ਦਾ ਸਾਹ ਬੰਦ ਹੋ ਗਿਆ, ਜੀ। ਉਹਨਾਂ ਕੋਲ ਵੈਂਟੀਲੇਟਰ ਦਾ ਕੀ ਉਹਨਾਂ ਕੋਲ ਆਕਸੀਜਨ ਦੇਣ ਦਾ ਵੀ ਪ੍ਰਬੰਧ ਨਹੀਂ ਸੀ। ਬੱਗਿਆ ਕਿ ਨਵਾਂ ਸ਼ਹਿਰ ਨਵਾਂ ਸ਼ਹਿਰ ਕਿਉਂਕਿ ਜਿਹੜਾ ਕੋਵਿਡ-19 ਹਸਪੀਟਲ ਕਨਵਰਟ ਕੀਤਾ ਉਹ ਸਿਵਲ ਹਸਪਤਾਲ ਨਵਾਂ ਸ਼ਹਿਰ ਕੀਤਾ ਹੈ। ਔਰ ਉੱਥੇ ਕਹਿੰਦਾ ਮਤਲਬ ਤੁਸੀਂ ਜਾ ਕੇ ਅੱਜ ਵੀ ਜੀ 2 ਮਹੀਨੇ ਬਾਅਦ ਵੀ ਮੈਂ ਚੈਲੰਜ ਕਰਦਾ ਜੀ ਅੱਜ ਵੀ ਜੇ ਕਹੋ ਤੁਸੀਂ ਕਿਸੇ ਨੂੰ ਬ੍ਰੈਥਲੈਸ ਹੋ ਜਾਏ ਕਿਸੇ ਨੂੰ ਸਾਹ ਦੀ ਤਕਲੀਫ ਹੋ ਜਾਏ ਜੀ ਤਾਂ ਉੱਥੇ ਜਿਹੜਾ ਵੈਂਟੀਲੇਟਰ ਚਲਾਉਣਾ ਸਿਚੁਏਸ਼ਨ ਅੱਜ ਵੀ ਬੇਸ਼ੱਕ ਵੈਂਟੀਲੇਟਰ ਆ ਗਏ ਤੇ ਤੁਸੀਂ ਡਾਕਟਰ ਸਾਹਿਬ ਜਿੱਦਾਂ ਮੈਂ ਫਿਰ ਤੋਂ ਤੁਹਾਡੀ ਗੱਲ ਟੋਕਦਾ ਤੁਸੀਂ ਇਹਦੇ ਸੰਜੀਦਾ ਹੋ ਤੁਸੀਂ ਹੁਣ ਜਿਹੜੀ ਇੰਟਰਵਿਊ ਸ਼ੁਰੂ ਕੀਤੀ ਆ ਕੈਪਟਨ ਸਾਹਿਬ ਦੀ ਸ਼ਲਾਘਾ ਹੀ ਕੀਤੀ ਆ ਤੁਸੀਂ ਕੋਈ ਚਿੱਠੀ ਨਹੀਂ ਭੇਜੀ ਜਾਂ ਕਿ ਆਪੋਜੀਸ਼ਨ ਵਾਲੇ ਨੂੰ ਕੋਈ ਕੈਪਟਨ ਸਾਹਿਬ ਦੇ ਦੇਖੋ ਮੈਂ ਇਸ ਗੱਲ ਲਈ ਕੈਪਟਨ ਸਾਹਿਬ ਨੂੰ ਤਾਂ ਵਧਾਈ ਦਿੰਦਾ ਕੈਪਟਨ ਸਾਹਿਬ ਨੂੰ ਵੀ ਔਰ ਹੈਲਥ ਮਿਨਿਸਟਰ ਸਿੱਧੂ ਸਾਹਿਬ ਨੂੰ ਜੀ ਇਹ ਵਧਾਈ ਦੇਣਾ ਕਿ ਉਹਨਾਂ ਨੇ ਆਪਣੇ ਆਪ ਨੂੰ ਅੰਦਰ ਬਾੜ ਕੇ ਜੀ ਆਪਣੇ ਆਪ ਨੂੰ ਕੋਰੋਨਾ ਤੋਂ ਬਚਾ ਲਿਆ। ਜੀ ਜੀ। ਪਰ ਪੰਜਾਬ ਦੀ ਜਨਤਾ ਨੂੰ ਕੋਰੋਨਾ ਤੋਂ ਮਾਰਨ ਲਈ ਉਹਨੇ ਕੋਈ ਉਪਰਾਲਾ ਨਹੀਂ ਕੀਤਾ ਜੀ। ਔਰ ਜਿਹੜੀ ਗੱਲ ਤੁਸੀਂ ਮੈਨੂੰ ਕਹੀ ਹੈ ਕਿਉਂਕਿ ਮੈਂ ਇਸ ਦੌਰਾਨ ਜੀ ਐਜ਼ ਏ ਡਾਕਟਰ ਵੀ ਕੰਮ ਕੀਤਾ ਜੀ ਔਰ ਐਜ਼ ਏ ਐਮਐਲਏ ਵੀ ਕੰਮ ਜੀ ਕੀਤਾ ਜੀ। ਔਰ ਮੈਨੂੰ ਲੱਗਦਾ ਸੀ ਜਦੋਂ ਵੀ ਕੋਈ ਮਹਾਮਾਰੀ ਆਵੇ ਜੀ ਆ ਜਾਂਦੀ ਹੈ ਜੀ ਉਹਦੇ ਵਿੱਚ ਜੇਕਰ ਮੇਰੇ ਕੋਲ ਕੋਈ ਮੈਂ ਉਸ ਪੇਸ਼ੇ ਨਾਲ ਕੰਸਰਨਡ ਆ ਕਿ ਮੈਂ ਲੋਕਾਂ ਦੀ ਮਦਦ ਐਮਐਲਏ ਨਾਲੋਂ ਜ਼ਿਆਦਾ ਕਰ ਸਕਦਾ ਜੀ ਤਾਂ ਮੈਨੂੰ ਉਹ ਪ੍ਰੈਫਰੈਂਸ ਦੇਣੀ ਚਾਹੀਦੀ। ਦੋਨੋਂ ਫਰਜ਼ ਨਿਭਾਏ ਆ ਉਹਨੂੰ ਬੈਲੈਂਸ ਕੀਤਾ ਮੈਂ ਇੱਕ ਦਿਨ ਵੀ ਅਸੀਂ ਓਪੀਡੀ ਬੰਦ ਨਹੀਂ ਕੀਤੀ। ਓਕੇ ਅਸੀਂ ਔਰ ਸਭ ਤੋਂ ਪਹਿਲੀ ਮੈਂ ਆਈਐਮਏ ਦਾ ਬੜਾ ਧੰਨਵਾਦੀ ਮੈਂ ਉਹਨਾਂ ਦਾ ਸ਼ੁਕਰੀਆ ਅਦਾ ਵੀ ਕਰਦਾ ਮੈਂ ਸੈਲੂਟ ਵੀ ਕਰਦਾ ਬੇਸ਼ੱਕ ਉਹ ਸਰਕਾਰੀ ਡਾਕਟਰ ਆ ਬੇਸ਼ੱਕ ਪ੍ਰਾਈਵੇਟ ਡਾਕਟਰ ਆ ਜੀ। ਮੈਂ ਉਹਨਾਂ ਨੂੰ ਪੁੱਛਿਆ ਵੀ ਆਪਾਂ ਯਾਰ ਕਿੱਦਾਂ ਮਦਦ ਕਰ ਸਕਦੇ ਹਾਂ ਕਿਉਂਕਿ ਹਲਕਾ ਮੇਰਾ ਸੀ। ਬਿਲਕੁਲ ਬਿਲਕੁਲ। ਉਹ ਉਹਨਾਂ ਨੇ ਦੱਸਿਆ ਮੈਨੂੰ ਸਾਰੇ ਕੋਲ ਅਸੀਂ ਆਪ ਫਿਰ ਡੀਸੀ ਕੋ ਸਾਰੇ ਇਕੱਠੇ ਹੋ ਕੇ ਗਏ ਜੀ। ਅਸੀਂ ਕਿਹਾ ਡੀਸੀ ਸਾਹਿਬ ਸਿਵਲ ਸਰਵਿਸ ਸਾਹਿਬ ਨੂੰ ਵਿੱਚ ਬਿਠਾਇਆ ਕਿ ਤੁਹਾਡੇ ਕੋਲ ਕੋਈ ਤਿਆਰੀ ਤਾਂ ਹੈ ਨਹੀਂ ਪ੍ਰਪੇਅਰ ਨਹੀਂ ਹੋ ਈਵਨ ਤੁਹਾਡੇ ਕੋਲ ਜੇ ਕਿਸੇ ਪੇਸ਼ੈਂਟ ਰਾਤ ਨੂੰ ਸਾਹ ਦੀ ਤਕਲੀਫ ਹੋ ਗਈ ਤੁਹਾਡੇ ਕੋਲ ਐਂਬੂਲੈਂਸ ਵੀ ਨਹੀਂ ਵੈਂਟੀਲੇਟਰ ਵਾਲੀ ਜਿਹੜੀ ਤੁਸੀਂ ਉਹਨੂੰ ਕਿਸੇ ਹਾਇਰ ਸੈਂਟਰ ਸ਼ਿਫਟ ਕਰ ਦਿਓ ਔਰ ਇਹ ਛੂਤ ਦੀ ਬਿਮਾਰੀ ਫੈਲਣੀ ਵੀ ਉਹ ਵੱਖਰੀ ਗੱਲ ਹੈ। ਜਿਹੜੇ ਸਾਡਾ ਕੰਸਰਨ ਸੀ ਜਿਹੜੇ ਮਰੀਜ਼ ਸੀ ਆਲਰੇਡੀ 18 ਉਹਨਾਂ ਨੂੰ ਕਿੱਦਾਂ ਬਚਾਉਣਾ ਉਹਨਾਂ ਦੀ ਮਦਦ ਕਿੱਦਾਂ ਕਰਨੀ ਹੈ ਇਹਨਾਂ ਕੋਲ ਹੈ ਕੁਝ ਨਹੀਂ ਜੀ। ਅਸੀਂ ਆਪ ਜਾ ਕੇ ਪ੍ਰਾਈਵੇਟ ਡਾਕਟਰ ਜਿੰਨੇ ਵੀ ਸੀ ਅਸੀਂ ਆਈਐਮਏ ਨੇ ਗਏ ਜੀ ਔਰ ਉੱਥੇ ਜਾ ਕੇ ਅਸੀਂ ਡੀਸੀ ਔਰ ਸਿਵਲ ਸਰਜਨ ਕਰ ਗਏ ਜੀ ਵੀ ਤੁਸੀਂ ਘਬਰਾਓ ਨਾ ਜੀ ਇਹ ਸਰਕਾਰ ਕੋ ਨਹੀਂ ਸਾਡੇ ਕੋਲ ਆ ਅਸੀਂ ਉਹਨਾਂ ਤੋਂ ਜਿੰਨੇ ਤੁਹਾਨੂੰ ਵੈਂਟੀਲੇਟਰ ਚਾਹੀਦੇ ਆ ਅਸੀਂ ਦਵਾਂਗੇ ਜੀ ਸਾਡੇ ਵੈਂਟੀਲੇਟਰ ਤਿਆਰ ਪਏ ਆ ਓਕੇ ਔਰ ਸਿਰਫ ਇਹ ਦੇਣੇ ਹੀ ਨਹੀਂ ਕਿਉਂਕਿ ਤੁਹਾਨੂੰ ਚਲਾਣੇ ਨਹੀਂ ਆਉਂਦੇ ਕੋਈ ਅਜੇ ਤੱਕ ਸਰਵਿਸਿਜ਼ ਵੀ ਨਾ ਅਜੇ ਵੀ ਸਰਵਿਸਿਜ਼ ਉੱਤੇ ਸ਼ੁਰੂ ਨਹੀਂ ਹੋ ਸਕਦੀਆਂ ਜੀ। ਅਸੀਂ ਉਹਨੂੰ ਇਹ ਗੱਲ ਕਹੀ ਕਿ ਅਸੀਂ ਚਲਾਵਾਂਗੇ ਜੀ ਅਸੀਂ ਉੱਥੇ ਮੈਡੀਕਲ ਫੈਸਿਲਿਟੀ ਜਿਹੜੀ ਆ ਪ੍ਰੋਵਾਈਡ ਵੀ ਕਰਾਂਗੇ ਸਰਵਿਸਿਜ਼ ਐਜ਼ ਏ ਡਾਕਟਰ ਐਜ਼ ਏ ਸਟਾਫ ਨਰਸ ਐਜ਼ ਏ ਪੈਰਾਮੈਡੀਕਲ ਜਿਹੜਾ ਵੀ ਸਾਡਾ ਸਟਾਫ ਤੁਹਾਨੂੰ ਚਾਹੀਦਾ ਉਹ ਇਸ ਕੰਮ ਲਈ ਤੁਹਾਡੀ ਮਦਦ ਕਰੇਗਾ ਜੀ। ਤੇ ਮੈਂ ਇਹ ਸਮਝਦਾ ਕਿ ਔਰ ਉਸ ਤੋਂ ਉੱਪਰ ਥੋੜੇ ਦਿਨ ਬਾਅਦ ਇੱਥੇ ਹੈਲਥ ਮਿਨਿਸਟਰ ਸਾਹਿਬ ਆਏ ਜੀ ਜਦੋਂ ਇਹ ਪੇਪਰ ਵੀ ਆ ਚੁੱਕਾ ਸੀ ਜੀ ਅਸੀਂ ਆਫਰ ਕੀਤੀ ਔਰ ਆਫਰ ਅਸੀਂ ਕੋਈ ਗੱਲਾਂ ਨਹੀਂ ਕੀਤੀ ਸੀ ਜੀ ਈਵਨ ਅਸੀਂ ਪਿੰਡ ਪਠਲਾਵਾ ਹਾਂਜੀ ਜਿੱਥੇ ਕੇਸ ਆਏ ਸੀ ਜਿੱਥੇ ਪੋਜ਼ਿਟਿਵ ਕੇਸ ਉਸ ਪਿੰਡ ਜਾ ਕੇ ਨਿਕਲਿਆ ਡਰੇ ਹੋਣਾ ਡਾਕਟਰ ਸਾਹਿਬ ਇਸੇ ਕਰਕੇ ਨਾ ਮੈਂ ਇੱਕ ਚੀਜ਼ ਸੌਰੀ ਤੁਹਾਨੂੰ ਫੇਰ ਟੋਕ ਰਿਹਾ ਕਿਉਂਕਿ ਇੱਕ ਸਵਾਲ ਬੜੇ ਲੋਕਾਂ ਨੇ ਪੁੱਛੇ ਮੈਂ ਦਰਸ਼ਕਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਡਾਕਟਰ ਸਾਹਿਬ ਇਹੋ ਜਿਹੇ ਸ਼ਖਸ ਨੇ ਮੈਂ ਇਹਨਾਂ ਬਾਰੇ ਖਾਸ ਨੈਗੇਟਿਵਿਟੀ ਲੱਭਣ ਦੀ ਕੋਸ਼ਿਸ਼ ਕੀਤੀ ਡਾਕਟਰ ਸਾਹਿਬ ਇਸ ਚੀਜ਼ ਦੀ ਸ਼ਲਾਘਾ ਵੀ ਬਣਦੀ ਹੈ ਮੈਂ ਹਰ ਬੰਦੇ ਦਾ ਆਪਣਾ ਸੋਰਸ ਹੁੰਦਾ ਬੜੇ ਬੰਦਿਆਂ ਨਾਲ ਗੱਲ ਕੀਤੀ ਕੋਈ ਨਵਾਂ ਸ਼ਹਿਰ ਨਾਲ ਸੰਬੰਧਿਤ ਹੈ ਚਾਹੇ ਬੰਗਾ ਹਲਕੇ ਨਾਲ ਸੰਬੰਧਿਤ ਹੈ ਪਰ ਬੜੀ ਮੁਸ਼ਕਿਲ ਨਾਲ ਡਾਕਟਰ ਸਾਹਿਬ ਅਸੀਂ ਕੁਝ ਨੈਗੇਟਿਵ ਚੀਜ਼ਾਂ ਲੈ ਕੇ ਆਏ ਹਾਂ ਮੈਂ ਚਾਹੁੰਦਾ ਤੁਸੀਂ ਉਹਨਾਂ ਦਾ ਜਵਾਬ ਵੀ ਦਿਓ ਡਾਕਟਰ ਸਾਹਿਬ ਤੁਹਾਡੇ ਵਿਰੋਧੀਆਂ ਨੂੰ ਨਾ ਇਹ ਬੜੀ ਤੁਹਾਡੇ ਨਾਲ ਪ੍ਰੋਬਲਮ ਹੈ ਕਿ ਤੁਸੀਂ ਇਨਐਕਟਿਵ ਨਹੀਂ ਹੁੰਦੇ ਤੁਸੀਂ ਇਹਨੇ ਸੋਸ਼ਲ ਮੀਡੀਆ ਤੇ ਐਕਟਿਵ ਨਹੀਂ ਹੈ ਤੁਹਾਡੇ ਹੈਂਡਲ ਤੇ ਚੀਜ਼ਾਂ ਨਹੀਂ ਦੱਸਦੇ ਜਿਵੇਂ ਕਿ ਹੋਰ ਕਾਂਗਰਸੀ ਆਗੂ ਜਿਹੜੇ ਨਾ ਉਹ ਕੱਲੀ ਚੀਜ਼ ਦੀ ਪਾਲਦੇ ਅੱਜ ਮੈਂ ਸਫਾਈ ਕਰਮਚਾਰੀ ਨੂੰ ਮਿਲਿਆ ਜੀ
ਅੱਜ ਮੈਂ ਉਹਨੂੰ ਸਨਮਾਨ ਦਿੱਤਾ ਜੀ, ਅੱਜ ਉੱਥੇ ਰਾਸ਼ਨ ਦਿੱਤਾ ਜੀ। ਜਿਵੇਂ ਤੁਸੀਂ ਗੱਲ ਕੀਤੀ ਕਿ ਫੋਟੋਆਂ ਖਿਚਾਉਣ ਤਾਂ ਸਾਰੇ ਪਹੁੰਚ ਗਏ, ਹੁਣ ਇੱਥੇ ਕਈਆਂ ਨੇ ਤੁਹਾਡੇ ਤੁਸੀਂ ਜਦੋਂ ਡੀਸੀ ਸਾਹਿਬ ਨੂੰ ਮੈਂ ਪਹਿਲਾਂ ਵੀ ਕਿਹਾ ਤੁਸੀਂ ਬੜੇ ਸੰਜੀਦਾ ਹੋ, ਤੁਸੀਂ ਹੁਣ ਵੀ ਕੈਪਟਨ ਸਾਹਿਬ ਦੀ 2 ਵਾਰੀ ਸ਼ਲਾਘਾ ਕੀਤੀ, ਪਰ ਇਹ ਇਹੋ ਜਿਹੀ ਕੀ ਪ੍ਰੋਬਲਮ ਆ ਗਈ ਤੁਹਾਡੀ ਜਿਹੜੀ ਪੋਲਿਟਿਕਸ ਦੇ ਵਿੱਚ ਆਉਣ ਤੋਂ ਬਾਅਦ ਜਿਹੜੇ ਨੇਚਰ 'ਚ ਬਦਲਾਅ ਆ ਗਿਆ ਕਿ ਤੁਸੀਂ ਡੀਸੀ ਸਾਹਿਬ ਨੂੰ ਇਹ ਜਾ ਕੇ ਮੰਗ ਪੱਤਰ ਦਿੱਤਾ ਕਿ ਜਿਹੜੀ ਕਾਂਗਰਸ ਆ ਇਹ ਗੰਦੀ ਪੋਲਿਟਿਕਸ ਖੇਡ ਰਹੀ ਹੈ? ਦੇਖੋ ਉਹਦੇ ਬਹੁਤ ਵੱਡੇ ਕਾਰਨ ਆ ਜੀ। ਦੇਖੋ ਮੈਂ ਪੋਲੀਟੀਸ਼ੀਅਨ ਹਾਂ ਜੀ। ਜਦੋਂ ਮੇਰੀ ਇਹ ਡਿਊਟੀ ਬਣਦੀ ਆ ਜੀ, ਮੰਨ ਲਓ ਮੈਂ ਜਿੰਨਾ ਚਿਰ ਮੈਂ ਨੁਮਾਇੰਦਾ, ਮੈਂ ਅੱਜ ਬੰਗਿਆਂ ਦਾ ਨੁਮਾਇੰਦਾ ਹਾਂ ਜੀ ਜੀ, ਔਰ ਮੇਰੀ ਡਿਊਟੀ ਬਣਦੀ ਤਾਂ ਮੈਂ 24 ਘੰਟੇ ਜੀ ਆਪਣੀ ਜਿਹੜੀ ਕਿਸੇ ਨੂੰ ਐਜ਼ ਏ ਐਮਐਲਏ ਜ਼ਰੂਰਤ ਆ ਮੈਂ 24 ਘੰਟੇ ਅਵੇਲੇਬਲ ਰਹੋ। ਔਰ ਮੈਂ ਇੱਕੋ ਸ਼ਾਇਦ ਐਮਐਲਏ ਹਾਂ ਜਦੋਂ ਮੈਂ ਇਹ ਆਪਣੇ ਵੋਟਰਾਂ ਨਾਲ ਸਿੱਧਾ ਰਾਬਤਾ ਕੀਤਾ ਸੀ, ਮੈਂ ਆਪਣਾ ਨੰਬਰ ਦਿੱਤਾ ਸੀ। ਹਾਂ, ਮੈਂ ਉਹੀ ਗੱਲ ਇੱਥੇ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ, ਅਸੀਂ ਡਾਕਟਰ ਸਾਹਿਬ ਨੇ ਜੋ ਰਾਬਤਾ ਕ੍ਰੀਏਟ ਕੀਤਾ ਬਣਾਇਆ, ਡਾਕਟਰ ਸਾਹਿਬ ਨੇ ਖੁਦ ਸਾਡੇ ਨਾਲ ਗੱਲ ਕੀਤੀ ਔਰ ਮੈਂ ਡਾਕਟਰ ਸਾਹਿਬ ਨੂੰ ਕਿਹਾ ਵੀ ਕਿ ਅਗਰ ਤੁਸੀਂ ਆਪਣੇ ਪੀਏ ਦਾ ਨੰਬਰ ਤੋਂ ਡਾਕਟਰ ਸਾਹਿਬ ਨੇ ਕਿਹਾ ਆਮ ਆਲਵੇਜ਼ ਦੇ, ਤੁਸੀਂ ਮੇਰੇ ਨਾਲ ਕੰਟੈਕਟ ਸਿੱਧਾ ਕਰ ਸਕਦੇ ਹੋ, ਮੈਨੂੰ ਜੇ ਲੋਕਾਂ ਨੇ ਨੁਮਾਇੰਦਾ ਚੁਣਿਆ ਤਾਂ ਮੈਂ ਹਮੇਸ਼ਾ ਸਰਵਿਸ ਤੇ। ਡਾਕਟਰ ਸਾਹਿਬ ਪਲੀਜ਼। ਮੇਰੀ ਦੇਖੋ ਇਹ ਸਦਾ ਇਹ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਸੋਸ਼ਲ ਮੀਡੀਆ ਤੇ ਕਈ ਵਾਰੀ ਜਦੋਂ ਅਸੀਂ ਗੱਲ ਕਰਨੀ ਆ ਫਿਰ ਮੈਂ ਆਪਣੇ ਮੂੰਹ ਬੜਾਈ ਕਰਨੀ ਆ, ਮਤਲਬ ਬੈਟਰ ਹੈ ਕਿ ਤੁਸੀਂ ਆਪਣਾ ਕੰਮ ਕਰਦੇ ਰਹੋ। ਕਿਉਂਕਿ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਨੂੰ ਲੋਕਾਂ ਨੇ ਉਸ ਵੇਲੇ ਜਿਤਾ ਕੇ ਭੇਜਿਆ ਜਦੋਂ ਲੋਕ ਕਹਿੰਦੇ ਵੀ ਅਕਾਲੀ ਦਲ ਨੂੰ ਵੋਟ, ਇਹ ਕਹਿੰਦੇ ਬੜਾ ਔਖਾ ਕੰਮ ਆ। ਪਰ ਮੈਨੂੰ ਲੋਕਾਂ ਦਾ, ਮੈਂ ਬੰਗਾ ਹਲਕੇ ਦੇ ਲੋਕਾਂ ਦਾ ਧੰਨਵਾਦ ਕਰਦਾ ਕਿ ਜਿਹੜੀ ਕਾਂਗਰਸ ਅੱਜ ਸੱਤਾ ਚ ਉੱਥੇ ਪਾਵਰ ਚ ਉਹਨਾਂ ਦੀ ਬੰਗਿਆਂ ਦੇ ਵਿੱਚ ਜ਼ਮਾਨਤ ਜ਼ਬਤ ਹੋਈ ਸੀ। ਉਹ ਹਾਂਜੀ, ਇਸ ਚੀਜ਼ ਤੋਂ ਅਸੀਂ ਅਵੇਅਰ ਹਾਂ, ਪਰ ਫਿਰ ਵੀ ਲੋਕ ਭੁੱਲ ਜਾਂਦੇ ਆ। ਦੇਖੋ ਇਹ ਲੋਕਾਂ ਨੇ ਮੇਰੇ ਤੇ ਇੰਨਾ ਵੱਡਾ ਅਹਿਸਾਨ ਕੀਤਾ, ਹਾਂਜੀ ਯਕੀਨ ਬਣਾਇਆ। ਮੈਂ ਕਹਿੰਦਾ ਮਤਲਬ ਮੈਂ ਕਿਸੇ ਨੂੰ ਦਿਖਾਣ ਲਈ ਕੋਈ ਫੋਟੋ ਖਿਚਾ ਲਈ ਬਾਹਰ ਆਵਾਂ, ਇਹ ਮੇਰਾ ਕੰਮ ਨਹੀਂ। ਮੈਂ ਉਹਦੇ ਲਈ ਜਿੰਨੀਆਂ ਧਾਰਮਿਕ ਸੰਸਥਾਵਾਂ, ਬੇਸ਼ੱਕ ਉਹ ਐਸਜੀਪੀਸੀ ਸੀ, ਬੇਸ਼ੱਕ ਉਹ ਰਾਧਾ ਸੁਆਮੀ, ਬੇਸ਼ੱਕ ਦੂਸਰੀਆਂ ਜਿਹੜੀਆਂ ਸੰਸਥਾਵਾਂ ਜਿਹੜੀਆਂ ਲੋਕਾਂ ਦੀ ਮਦਦ ਕਰ ਸਕਦੀਆਂ ਸੀ, ਮੈਂ ਉਹਨਾਂ ਨੂੰ ਸਾਰਿਆਂ ਨੂੰ ਅਪਰੋਚ ਕੀਤਾ। ਔਰ ਮੇਰੇ ਬੰਗਾ ਹਲਕੇ 'ਚ ਹਰ ਰੋਜ਼ ਘੱਟ ਤੋਂ ਘੱਟ 5000 ਬੰਦੇ ਦਾ ਖਾਣਾ ਬਣ ਕੇ ਡਿਸਟ੍ਰੀਬਿਊਟ ਹੁੰਦਾ ਹੈ। ਦੇਖੋ ਮੇਰੀ ਜੋ ਡਿਊਟੀ ਹੈ, ਮੈਂ ਲੋਕਾਂ ਨੂੰ ਇਹ ਗੱਲ ਕਹੀ ਵੀ ਤੁਹਾਨੂੰ ਕਿਸੇ ਨੂੰ ਮੈਡੀਸਨ ਚਾਹੀਦੀ ਮੈਨੂੰ ਦੱਸੋ। ਕਿਸੇ ਨੂੰ ਮੈਂ ਪਠਲਾਵਾ ਪਿੰਡ 'ਚ ਅਸੀਂ ਗਏ ਹਾਂ, ਉਹਨਾਂ ਨੇ ਕਿਹਾ ਸਾਨੂੰ ਮੈਡੀਸਨ ਨਹੀਂ ਆਈ, ਜਦੋਂ ਕਿ ਸਰਕਾਰ ਨੇ ਪਹਿਲਾ ਪਿੰਡ ਪੰਜਾਬ 'ਚੋਂ ਲੋਕਡਾਊਨ ਕੀਤਾ, ਉੱਥੇ ਜਿਹੜੀਆਂ ਤੁਹਾਨੂੰ ਫੂਡ ਕਿਟਸ ਪਤਾ ਕਿੱਥੇ ਗਈਆਂ ਸੀ? ਨਹੀਂ ਡਾਕਟਰ ਸਾਹਿਬ, ਕਿਉਂਕਿ ਤੁਸੀਂ ਜਦ ਤੱਕ ਨਹੀਂ ਨਾ ਕਰਦੇ ਤੁਹਾਡੀ ਚੀਜ਼ ਕਦੀ ਪਬਲਿਸ਼ ਹੁੰਦੀ 20 ਔਰ 25 ਫੂਡ ਕਿਟਸ ਗਈਆਂ ਉੱਥੇ। ਅਸੀਂ ਮੈਨੂੰ ਜੋ ਪਤਾ ਲੱਗਿਆ ਅਸੀਂ ਉਸੇ ਹਿਸਾਬ ਨਾਲ 50 ਮੈਂ ਭੇਜੋ ਸੀ, ਉਸੇ ਵੇਲੇ 50 ਭੇਜੀਆਂ। ਔਰ ਜਿੰਨੀ ਮੈਡੀਸਨ ਉੱਥੇ ਲੱਗੀ ਉਹ ਜਿੰਨੇ ਵੀ ਹਜ਼ਾਰ ਦੀ ਸੀ, ਅਸੀਂ ਉਸੇ ਵੇਲੇ ਆਈਐਮ, ਕਿਉਂਕਿ ਮੈਂ ਆਈਐਮ ਦਾ ਐਕਟਿਵ ਮੈਂਬਰ, ਮਤਲਬ ਅਸੀਂ ਉਹਨੂੰ ਕਹਿ ਕੇ ਆਏ ਜਿੰਨੀ ਵੀ ਮੈਡੀਸਨ ਤੁਹਾਨੂੰ ਚਾਹੀਦੀ ਹੈ, ਇਵਨ 2-4 ਪੇਸ਼ੈਂਟਾਂ ਨੇ ਸਾਨੂੰ ਆਪਣੇ ਸਲਿਪਸ ਭੇਜੀਆਂ ਵਾਲੀ ਮੈਡੀਸਨ, ਅਸੀਂ ਉਹਨੂੰ ਉੱਥੇ ਮੈਡੀਸਨ ਪਹੁੰਚਾਈ। ਦੇਖੋ ਮੇਰੀ ਡਿਊਟੀ ਹੈ, ਮੈਂ ਆਈਐਮਏ ਦੇ ਡਾਕਟਰਾਂ ਨੂੰ ਇਸ ਗੱਲ ਲਈ ਮਨਾਵਾਂ। ਦੇਖੋ ਮੈਂ ਪਹਿਲਾਂ ਵੀ ਧੰਨਵਾਦ ਕੀਤਾ ਉਹਨਾਂ ਨੇ ਮੇਰੀ ਬੜੀ ਰੱਖੀ, ਇੱਕ ਰੱਖਣੀ ਹੁੰਦੀ ਹੈ ਕਿਸੇ ਇੱਜ਼ਤ ਰੱਖਣ ਲਈ, ਜੋ ਮੈਂ ਕਹਿੰਦਾ ਉਹ ਕਰ ਦਿੰਦੇ ਆ। ਉਹਨਾਂ ਨੇ ਉੱਥੇ ਕੈਂਪ ਵੀ ਲਾਇਆ ਔਰ ਪੰਜਾਬ ਆਈਐਮਏ ਦਾ ਪ੍ਰਧਾਨ ਉਹ ਕਾਂਗਰਸੀ ਵੀ ਹੈ, ਡਾਕਟਰ ਨਵਜੋਤ ਸਿੰਘ ਦਹੀਆ, ਉਹ ਆਪ ਉਹਨਾਂ ਨੇ ਪੀਪੀ ਕੋਲ ਇਲੈਕਸ਼ਨ ਲੜੀ ਸੀ, ਉਸ ਤੋਂ ਬਾਅਦ ਕਾਂਗਰਸ 'ਚ ਮਨਪ੍ਰੀਤ ਸਿੰਘ ਦੇ ਬਹੁਤ ਨੇੜੇ ਦੇ ਸਾਥੀ ਆ, ਉਹ ਵੀ ਉੱਥੇ ਆਏ, ਉਹਨਾਂ ਨੂੰ ਉੱਥੇ ਆਏ ਤਾਂ ਵਿਜ਼ਿਟ ਕਰੋ। ਕਿਉਂਕਿ ਜੇ ਅਸੀਂ ਪੋਲਿਟਿਕਸ ਕਰ ਲਈਏ, ਦੇਖੀਏ ਵੀ ਇਹ ਡਾਕਟਰ ਕਾਂਗਰਸੀ ਹੈ, ਇਹ ਜੋ ਹੈ, ਇਹ ਨਹੀਂ ਹੁੰਦਾ। ਜਦੋਂ ਜ਼ਰੂਰਤ ਸੀ ਉਸ ਵੇਲੇ ਸਾਨੂੰ ਇਕੱਠੇ ਹੋ ਕੇ ਲੜਾਈ ਲੜਨੀ ਚਾਹੀਦੀ ਸੀ। ਮੈਨੂੰ ਕਾਂਗਰਸ ਨੂੰ ਐਸੇ ਕਿ ਕਹਿਣਾ ਮੇਰੀ ਗੰਦੀ ਸਿਆਸਤ ਕੀਤੀ ਹੈ ਕਿ ਲੋਕਡਾਊਨ ਤਾਂ ਕਰ ਦਿੱਤਾ। ਮੰਨ ਲਓ ਜਿਹੜਾ ਗਰੀਬ ਜਿਹੜਾ ਰੋਜ਼ ਦਿਹਾੜੀ ਲੈਂਦਾ ਸੀ, ਕਮਾਉਂਦਾ ਸੀ, ਉਹ ਸ਼ਾਮ ਨੂੰ ਆਉਂਦਾ ਹੋਇਆ ਜਿਹੜਾ 200-250 ਰੁਪਏ ਕਮਾਉਂਦਾ ਸੀ, ਉਹਦੇ ਵਿੱਚੋਂ ਰਾਸ਼ਨ ਲੈਂਦਾ ਸੀ, ਉਹ ਰੋਜ਼ ਦੀਆਂ ਆਪਣੀਆਂ ਜ਼ਰੂਰਤਾਂ ਜਿਵੇਂ ਪੇਟ ਨਾਲ ਜੁੜੀਆਂ ਜ਼ਰੂਰਤਾਂ ਉਹ ਪੂਰੀਆਂ ਕਰਦਾ ਸੀ। ਸਡਨ ਲੋਕਡਾਊਨ ਹੋ ਗਿਆ, ਉਹਦੇ ਕੋਲ ਪੈਸਾ ਨਹੀਂ ਹੈ। ਉਹੀ 47 ਵਾਲਾ ਦ੍ਰਿਸ਼ ਫਿਰ ਤੋਂ ਦੇਖਣ ਨੂੰ ਮਿਲ ਗਿਆ ਨਾ। ਔਰ ਉਹਦੇ ਤੋਂ ਬਾਅਦ ਇਹ ਗੱਲਾਂ ਹੋਈ ਨਹੀਂ, ਰੋਜ਼ ਕਮਾਉਂਦਾ ਸੀ। ਕੁਛ ਛੋਟੇ ਮੁਲਾਜ਼ਮ ਜਿਨ੍ਹਾਂ ਨੂੰ ਸੈਲਰੀ ਨਹੀਂ ਮਿਲੀ, ਜਿੰਨੀ ਮਿਲੀ ਸੀ ਉਹਨਾਂ ਖਰਚ ਫੁੱਟ ਗਿਆ, ਉਹ ਕੋਈ 2 ਨਹੀਂ 4 ਦਿਨ ਦਾ ਰਾਸ਼ਨ ਸੀ। ਛੋਟਾ ਬਿਜ਼ਨਸਮੈਨ ਜਿਹੜਾ ਉਹਨੂੰ ਰੇਹੜੀ ਲਾਉਂਦਾ, ਛੋਟੀ ਜਿਹੀ ਫੜੀ ਲਾਉਂਦਾ, ਉਹਨੂੰ ਕੀ ਹੈ, ਉਹਨੂੰ ਕਹਿੰਦਾ ਮਤਲਬ ਕਿਸੇ ਨੂੰ ਵੀ ਇੱਦਾਂ ਦਾ ਤਿਆਰੀ ਨਹੀਂ ਸੀ ਸਾਡੀ, ਪ੍ਰਪੇਅਰ ਨਹੀਂ ਸੀ ਬੰਦੇ। ਔਰ ਕਹਿੰਦਾ ਮਤਲਬ ਸਰਕਾਰ ਦੀ ਡਿਊਟੀ ਬਣਦੀ ਸੀ ਕਿ ਸਡਨਲੀ ਇੱਕਦਮ
ਕਣਕ ਤੇ ਦਾਲ ਲੋਕਾਂ 'ਚ ਵੰਡ ਦਿੰਦੇ। ਪਰ ਉੱਥੇ ਫੋਟੋਆਂ ਦੇ ਟਾਈਮ ਬੜਾ ਵੇਸਟ ਹੋ ਗਿਆ। ਮੈਂ ਨਹੀਂ ਕਹਿੰਦਾ ਕਿ ਵੀ ਮੈਨੂੰ ਐਮਐਲਏ ਨੂੰ ਕਹਿੰਦੇ ਉਹ ਆਪਣੇ ਹੱਕਾਂ ਇੰਚਾਰਜਾਂ ਤੋਂ ਬਣਾਉਂਦੇ। ਉਹੀ ਸਰ ਮੈਂ ਉਹੀ ਕੁਐਸਚਨ ਪੁੱਟ ਅਪ ਕਰਨਾ ਚਾਹੁੰਦਾ। ਮੈਂ ਸੌਰੀ ਮੈਂ ਤੁਹਾਡੀ ਗੱਲ ਟੋਕਦਾ ਕਿ ਮੇਰੀ ਗੱਲ ਹੋਈ ਸੀ ਜੀ, ਉਹਨਾਂ ਨੂੰ ਕਹਿੰਦੇ ਕਿ ਅਸੀਂ ਜਿਹੜੇ ਐਮਐਲਏ ਸਾਹਿਬ ਆ ਉਹ ਆਮ ਜਨਤਾ ਨੇ ਚੁਣੇ, ਉਹ ਚਾਹੇ ਕਾਂਗਰਸੀ ਚਾਹੇ ਅਕਾਲੀ ਬਹੁਮਤ ਨਾਲ ਜਿੱਤੇ ਆ। ਸਰ ਨੂੰ ਵਿਚਰਨਾ ਚਾਹੀਦਾ ਸੀ, ਐਮਐਲਏ ਸਾਹਿਬ ਨੂੰ ਵਿਚਰਨਾ ਚਾਹੀਦਾ ਸੀ, ਪਰ ਜਿਹੜਾ ਰਾਸ਼ਨ ਆ ਉਹ ਸਾਡੇ ਹਲਕਾ ਇੰਚਾਰਜ ਦੇ ਪਿੰਡਾਂ 'ਚ ਪਹੁੰਚਾਇਆ। ਹਾਲਾਂਕਿ ਮੈਂ ਬਹੁਤ ਬੰਦਿਆਂ ਨਾਲ ਗੱਲ ਕੀਤੀ, ਕਈਆਂ ਨੇ ਇਹੀ ਕਿਹਾ ਜੀ ਕਿ ਸਾਡੇ ਪਿੰਡ ਰਾਸ਼ਨ ਪਹੁੰਚ ਕੇ ਸਾਨੂੰ ਨਹੀਂ ਪਤਾ ਕਿਹਨੇ ਪਹੁੰਚਾਇਆ। ਮੇਰੀ ਤੁਹਾਡੇ ਦੁਆਬਾ ਦੇ ਪ੍ਰਧਾਨ ਨਾਲ ਵੀ ਗੱਲ ਹੋਈ, ਉਹਨਾਂ ਨੇ ਵੀ ਕਿਹਾ ਕਿ ਸਾਨੂੰ ਅਲਾਓ ਹੀ ਨਹੀਂ ਕੀਤਾ ਜਾਂਦਾ ਸੀ ਕਿ ਅਸੀਂ ਜਿਵੇਂ ਹਸਪੀਟਲ 'ਚ ਜਾਈਏ ਆਪਣੀ ਸਰਵਿਸਿਜ਼ ਦੇਈਏ। ਔਰ ਦੂਜੀ ਗੱਲ ਸਰ ਇੱਥੇ ਕੁਐਸਚਨ ਹੋਰ ਬਹੁਤ ਬੜਾ ਪੁੱਟ ਹੁੰਦਾ, ਇਹ ਆਮ ਨਾਟ ਫੇਵਰਿੰਗ ਯੂ, ਇਹ ਚੀਜ਼ ਇਹ ਆ ਕਿ ਸੀਐਮ ਸਾਹਿਬ ਦੀ ਵੀ ਇਹ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਦਿਸ ਇਜ਼ ਵਾਂਸ ਇਨ ਅ ਸੈਂਚੁਰੀ ਇਹ ਸਿਚੁਏਸ਼ਨ ਆਉਂਦੀ ਆ। ਉਹਨਾਂ ਨੂੰ ਖੁਦ ਚਾਹੀਦਾ ਸੀ, ਬੇਸ਼ੱਕ ਤੁਸੀਂ ਓਪੋਜੀਸ਼ਨ ਦੇ ਮੈਂਬਰ ਹੋ, ਤੁਸੀਂ ਵਿਧਾਇਕ ਹੋ, ਪਰ ਫਿਰ ਵੀ ਉਹਨਾਂ ਦਾ ਵੀ ਫਰਜ਼ ਬਣਦਾ ਸੀ ਤੁਹਾਡੀ ਚੀਜ਼, ਤੁਹਾਡੇ ਹਲਕੇ ਦੀ ਜਿਹੜੀਆਂ ਪ੍ਰੋਬਲਮਸ ਆ ਉਹ ਤੁਹਾਡੇ ਪੁੱਛਦੇ, ਉਹਨਾਂ ਨੂੰ ਵੀ ਐਂਟਰਟੇਨ ਕਰਦੇ ਔਰ ਕੋਈ ਵੀ ਫੈਸਿਲਿਟੀ ਤੁਹਾਨੂੰ ਪ੍ਰੋਵਾਈਡ ਕਰਦੇ। ਅਗਰ ਤੁਹਾਨੂੰ ਰਾਸ਼ਨ ਸਰਕਾਰ ਵੱਲੋਂ ਆਉਂਦਾ ਤਾਂ ਹੀ ਜਨਤਾ ਤੱਕ ਉਹ ਜਾਂਦਾ ਨਾ, ਜਦ ਆਏ ਹਲਕੇ ਇੰਚਾਰਜ ਨੂੰ। ਮੈਂ ਫਿਰ ਇਹੀ ਗੱਲ ਕਹਿਣਾ, ਸਿਆਸਤ ਗੰਦੀ ਕਿੱਥੇ ਹੋਈ ਜੀ। ਦੇਖੋ ਜਿਹੜਾ ਸਰਕਾਰ ਬੇਸ਼ੱਕ ਸਾਨੂੰ ਪਾਈਆ ਚੀਜ਼ ਦਿੰਦੀ ਜੀ, ਅਸੀਂ ਲੋਕਾਂ ਦਾ ਧੰਨਵਾਦ ਵੀ ਕਰਦੇ ਹਾਂ, ਉਹਨਾਂ ਦੇ ਸਹਿਯੋਗ ਨਾਲ ਜੋ ਕੁਆਂਟਲਾਂ ਬਣਾਉਣ ਲਈ ਸੀ ਜੀ 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 ਅਸੀਂ ਅੱਜ ਵੀ ਆਪਣੇ ਮੈਂ ਜਿਹੜੇ ਸਾਡੇ ਸਮਾਜ ਸੇਵੀ ਸੰਸਥਾਵਾਂ ਨੂੰ ਧੰਨਵਾਦ ਕਰਦਾ ਕਿ ਉਹਨਾਂ ਨੇ ਕਿਸੇ ਨੂੰ ਭੁੱਖਾ ਸੌਣ ਨਹੀਂ ਦਿੱਤਾ ਜੀ। ਬਿਲਕੁਲ ਉਹ ਡਾਢ ਸੁਖੀ ਕਰਕੇ ਨਹੀਂ ਜੀ, ਐਮਐਲਏ ਕਰਕੇ ਨਹੀਂ ਜੀ ਜੀ, ਉਹ ਬੰਦੇ ਕਹਿੰਦਾ ਮਤਲਬ ਚਾਹੁੰਦੇ ਨਹੀਂ ਸੀ, ਜਿਨ੍ਹਾਂ ਦੇ ਸਿਰ ਤੇ ਮੈਂ ਗੱਲ ਕਹਿ ਸਕਿਆ ਕਿ ਮੈਂ ਇਹ ਕੋਸ਼ਿਸ਼ ਕੀਤੀ ਕਿ ਮੇਰਾ ਮਾਨਵਤਾ ਦੀ ਸੇਵਾ ਨੂੰ ਮੁੱਖ ਰੱਖਿਆ ਉਹਨਾਂ ਨੇ। ਲੋਕ ਜਿਹੜੇ ਸਾਡੇ ਸਮਾਜ ਸੇਵੀ ਲੋਕ ਸੀ, ਉਹ ਐਸਜੀਪੀਸੀ, ਰਾਧਾ ਸੋਨੀ ਸੰਸਥਾਵਾਂ, ਨਿਰੰਕਾਰੀ ਸੰਸਥਾਵਾਂ, ਹੋਰ ਵੀ ਬਹੁਤ ਸੰਸਥਾਵਾਂ ਨੇ ਜਿਨ੍ਹਾਂ ਨੇ ਕੰਮ ਕੀਤਾ, ਪਾਰਟੀ ਵਾਲੀ ਤੋਂ ਉੱਠ ਕੇ ਧਰਮ ਲਈ ਕੰਮ ਕੀਤਾ ਕਰਕੇ। ਉਹ ਬੰਦੇ ਘਰ ਘਰ ਰਾਸ਼ਨ ਪਹੁੰਚਾ ਸਕਦੇ ਆ, ਲੋੜਵੰਦਾਂ ਦੀ ਮਦਦ ਕਰ ਸਕਦੇ ਆ। ਤਾਂ ਜਿਹੜੀ ਇਹਦੀ ਸਰਕਾਰ ਨੇ, ਮੈਂ ਤੁਹਾਨੂੰ ਇੱਕ ਉਹਦੀ ਐਗਜ਼ਾਮਪਲ ਦੇਣਾ, ਇਹ ਬੜਾ ਕਿਉਂਕਿ ਤੁਸੀਂ ਆਮ ਮੀਡੀਆ 'ਚ, ਮੈਂ ਐਸਡੀਐਮ ਸਾਹਿਬ ਨੂੰ ਕਿਹਾ ਜੀ, ਮੈਂ ਕਿਹਾ ਐਸਡੀਐਮ ਸਾਹਿਬ ਤੁਸੀਂ ਪੰਜਾਬ ਦੇ ਵਿੱਚ ਤੁਸੀਂ ਸਾਰੇ ਪਿੰਡਾਂ 'ਚ 10-10, 20-20 ਕਿੱਟਾਂ ਵੰਡ ਰਹੇ ਹੋ, ਸਿਰਫ ਉਹਨਾਂ ਲੋਕਾਂ ਨੂੰ ਦੇ ਰਹੇ ਜਿਹੜੇ ਕਾਂਗਰਸੀ ਆ, ਜਿਹੜੇ ਜ਼ਰੂਰਤਮੰਦ ਨਹੀਂ ਜੀ ਜੀ, ਜ਼ਰੂਰਤਮੰਦ ਹੈ ਜਾਂ ਨਹੀਂ ਹੈ, ਪਰ ਦੇ ਰਹੇ ਹੋ ਪਾਰਟੀਬਾਜ਼ੀ ਕਰਕੇ। ਉਹ ਇਸ ਕਰਕੇ ਤਾਂ ਨਹੀਂ ਕਿ ਅਗਲੀ ਵਾਰ ਵੋਟਾਂ ਆਉਣੀਆਂ ਤੇ ਸਾਡੇ ਜਿਹੜੇ ਨੁਮਾਇੰਦੇ ਸੀ ਚੁਣੇ, ਉਹ ਦੇਖੋ ਲੋਕ ਜਾਣਦੇ ਆ, ਉਹਨਾਂ ਦੀ ਜ਼ਮਾਨਤ ਫਿਰ ਜ਼ਬਤ ਹੋਣੀ ਆ, ਉਹ ਬਚਾ ਨਹੀਂ ਸਕਣਗੇ, ਉੱਥੇ ਬਚਾ ਨਹੀਂ ਸਕਣਗੇ। ਦੇਖੋ ਜੇ ਤੁਸੀਂ ਪਿੰਡ ਦੇ ਵਿੱਚ 1000 ਲੋਕ ਰਹਿੰਦੇ ਆ ਜੀ ਜੀ, ਜੇ ਤੁਸੀਂ 50 ਨੂੰ ਦਿਓ, 950 ਕਿੱਥੇ ਜਾਣਗੇ ਜੀ ਜੀ, ਉਹਨਾਂ ਦੀ ਸੇਵਾ ਕਿਹਨੇ ਕੀਤੀ ਹੈ, ਉਹ ਕਿੱਥੋਂ ਆਇਆ? ਕਿਤੇ ਇਹ ਤਾਂ ਨਹੀਂ ਕਿ ਜਿਹੜੇ ਸਾਡੇ ਉੱਠ ਰਹੇ ਆਗੂ ਆ ਉਹਨਾਂ ਨੂੰ ਖੁਸ਼ ਕਰੀਏ। ਨਹੀਂ ਮੈਂ ਉੱਥੇ ਆਵਾਂਗਾ, ਮੈਂ ਐਸਡੀਐਮ ਨੂੰ ਤੁਹਾਡੀ ਕਰਦਾ ਕਿ ਤੁਸੀਂ ਸਰਕਾਰ ਕਿਹਾ ਵੀ ਸਰਕਾਰ ਨੂੰ ਤੁਸੀਂ ਇਨਵੇਟ ਕਿਉਂ ਨਹੀਂ ਕੀਤਾ। ਹਾਂਜੀ ਮੈਂ ਐਸਡੀਐਮ ਸਾਹਿਬ ਨੂੰ ਕਿਹਾ ਐਸਡੀਐਮ ਸਾਹਿਬ ਮੈਂ ਹਲਕੇ ਦਾ ਐਮਐਲਏ ਹਾਂ ਜੀ, ਵੀ ਮੈਨੂੰ 500 ਹੀ ਕਿੱਟ ਦੇ ਦਿਓ ਫੂਡ ਕਿੱਟ। ਅੱਛਾ ਜੀ। ਉਹ ਕਹਿੰਦੇ ਜੀ ਮੇਰੇ ਕੋਲ 20-25 ਤੋਂ ਬਾਅਦ ਤੁਹਾਨੂੰ ਕਹਿੰਦਾ ਇਸ ਕਰਕੇ ਕਹਿੰਦਾ ਤੁਸੀਂ ਐਮਐਲਏ ਤੋਂ ਮੈਂ 20-25 ਫੂਡ ਕਿਟਸ ਦੇ ਸਕਦਾ ਵੀ ਸਾਰੇ। ਸੋ ਇਹ ਸੁਣਨ ਵਾਲੀ ਗੱਲ ਹੈ ਕਿ ਐਮਐਲਏ ਨੂੰ 20-25 ਕਿਟਸ ਕਹਿੰਦਾ ਮੈਂ ਇਸ ਤੋਂ ਬਾਅਦ ਦੇ ਨਹੀਂ ਸਕਦਾ ਜੀ, ਔਰ ਮੈਂ ਵੀਡੀਓ ਫੂਡ ਕੀਤਾ ਆਲ ਨੂੰ ਜੀ। ਉਹ ਕਹਿੰਦਾ ਡਾਕਟਰ ਸਾਹਿਬ ਮੇਰੇ, ਔਰ ਕਹਿੰਦਾ ਮੈਂ ਇੱਥੇ ਸਾਡੇ ਟਾਈਮ ਤੇ ਵੀਡੀਓ ਰਹੇ ਆ ਜੀ ਜੀ ਜੀ, ਔਰ ਮੇਰੇ ਮਿੱਤਰ ਵੀ ਆ ਜੀ, ਉਹ ਮੈਨੂੰ ਕਹਿੰਦਾ ਬਹੁਤ ਵਾਰੀ ਕਹਿੰਦਾ ਮੈਂ ਮੇਰੀ ਗੱਲ ਵੀ ਸੁਣਦੇ ਆ ਜੀ, ਉਹਨਾਂ ਨੇ ਵੀ ਕਿਹਾ ਜੀ 20-25 ਤੋਂ ਬਾਅਦ ਐਮਐਲਏ ਸਾਹਿਬ ਦੇ, ਕਿਉਂਕਿ ਜੇ ਤੁਹਾਡਾ ਪਤਾ ਲੱਗ ਗਿਆ ਸੀ ਵੀ ਐਮਐਲਏ ਨੂੰ ਦੇਤੀਆਂ ਤਾਂ ਸਾਨੂੰ ਸਵੇਰੇ ਇੱਥੋਂ ਸਾਡਾ। ਪਰ ਡਾਕਟਰ ਸਾਹਿਬ ਉਦੋਂ ਕਮੀ ਨਹੀਂ ਖੜੀ ਕਿ ਜੇ ਪਾਵਰ 'ਚ ਸਾਡੀ ਸਰਕਾਰ ਹੁੰਦੀ ਤਾਂ ਪੋਜੀਸ਼ਨ ਕੁਛ ਹੋਰ ਹੁੰਦੀ, ਜਿਹੜਾ ਇਹ ਸੇਵਾ ਸੀ ਇਹਨੂੰ ਦਿਨ ਦੁਗਣੀ ਰਾਤ ਚੌਗਣੀ ਕਰ ਸਕਦੇ ਸੀ। ਨਹੀਂ ਦੇਖੋ ਮੈਂ ਇਸ ਗੱਲ ਨਾਲ ਤੁਹਾਡੇ ਨਾਲ ਸਹਿਮਤ ਨਹੀਂ, ਜੇ ਸਾਡੀ ਸਰਕਾਰ ਹੁੰਦੀ ਜਾਂ ਕਿਸੇ ਐਸੀ ਸਰਕਾਰਾਂ ਦਾ ਕੰਮ ਨਹੀਂ ਸੀ ਜੀ। ਇਹ ਤਾਂ ਸਵਾਲ ਨਹੀਂ, ਮਹਾਮਾਰੀ ਆ ਜੀ, ਇਹ ਕਾਂਗਰਸ ਥੋੜਾ ਹੀ ਹੈ, ਇਹ ਅਕਾਲੀਆਂ ਥੋੜਾ ਹੀ ਹੈ ਜੀ, ਆਮ ਆਦਮੀ ਪਾਰਟੀ। ਤੁਸੀਂ ਜਿਵੇਂ ਕਹਿ ਰਹੇ ਹੋ ਤੁਹਾਡਾ ਰਾਬਤਾ ਨਹੀਂ ਬਣਾਇਆ ਜਾਂ ਤੁਹਾਨੂੰ ਉਸ ਕੋਈ ਤਾਂ ਗੰਦੀ ਸਿਆਸਤ ਹੀ ਤਾਂ ਮੈਂ ਕਹਿ ਰਿਹਾ ਜੀ। ਬੇਸਿਕਲੀ ਜਿਹੜੀ ਮਹਾਮਾਰੀ ਸੀ ਇਹਦੇ ਵਿੱਚ ਸਾਨੂੰ ਸਾਰਿਆਂ ਨੂੰ ਜੀ ਰਹਿ ਕੇ ਚੱਲਣ ਦੀ ਲੋੜ ਸੀ ਜੀ। ਮੈਂ ਕਹਿੰਦਾ ਜੇ ਹਾਂ ਮੇਰੀ ਡਿਊਟੀ ਕੋ, ਜਦੋਂ ਮੈਂ ਲੋਕਾਂ ਨੂੰ ਲੋਕ ਇਸ ਗੱਲ ਤੇ ਕਹਿ ਸਕਦੇ, ਜਦੋਂ ਮੈਂ ਇੱਥੇ ਹਲਕਾ ਇੰਚਾਰਜ ਸੀ, ਪਲੈਨਿੰਗ ਬੋਰਡ ਦਾ ਚੇਅਰਮੈਨ ਸੀ ਜੀ, ਬੰਗੇ ਦੇ ਵਿੱਚ ਇੱਕ ਬੰਦਾ ਆ ਕੇ ਮੈਨੂੰ ਕਹਿ ਦੇ ਜਿਹੜੇ ਮੇਰੇ ਜਿਨ੍ਹਾਂ ਨੇ ਮੈਨੂੰ ਐਮਐਲਏ ਬਣਾਇਆ ਜੀ, ਇੱਕ ਬੰਦਾ ਕਹਿੰਦੇ ਵੀ ਡਾਕਟਰ ਸੁਖੀ ਨੇ ਕਦੀ ਜਦੋਂ ਕੋਈ ਮੇਰੇ ਕੋਲ ਆਇਆ ਉਹਨੇ ਆ ਕੇ ਇਹ ਪੁੱਛਿਆ ਵੀ ਡਾਕਟਰ ਸੁਖੀ ਨੇ ਵੀ ਤੇਰੀ ਪਾਰਟੀ ਕਿਹੜੀ ਹੈ ਜੀ, ਕਿਉਂਕਿ ਉਹੀ ਬੰਦਾ ਮੇਰੇ ਕੋਲ ਆਏਗਾ ਜਿਹਨੂੰ ਕੋਈ ਜ਼ਰੂਰਤ ਹੈ ਮੇਰੀ ਜੀ। ਜੇ ਮੇਰੇ ਕੋਲ ਜ਼ਰੂਰਤਮੰਦ ਆਉਂਦਾ ਮੈਂ ਪੁੱਛਿਆ ਪਹਿਲਾਂ ਪੁੱਛਣ ਲੱਗਾ ਤੇਰੀ ਪਾਰਟੀ ਕਿਹੜੀ ਹੈ ਜੀ ਜੀ ਜੀ, ਲੋਕ ਤਾਂ ਕਹਿਣਗੇ ਪਾਗਲ ਬੰਦਾ ਹੈ। ਔਰ ਇਹੋ ਜਿਹੀ ਮਹਾਮਾਰੀ 'ਚ, ਔਰ ਇਹ ਮਹਾਮਾਰੀ ਦੇ ਵਿੱਚ ਸਾਨੂੰ ਕੈਪਟਨ ਸਾਹਿਬ ਨੂੰ ਸਾਡੀਆਂ ਸੇਵਾਵਾਂ ਲੈਣੀਆਂ ਚਾਹੀਦੀਆਂ ਸੀ, ਔਰ ਅਸੀਂ ਜਿਹੜੀਆਂ ਸੇਵਾਵਾਂ ਲੋਕਾਂ ਨਾਲ ਰਲ ਕੇ, ਕਿਉਂਕਿ ਸਾਡੇ ਨਾਲ ਤਾਂ ਇੱਥੋਂ ਤੱਕ ਵੀ ਹੋਇਆ, ਸਾਡਾ ਇੱਥੇ ਸ਼ਹਿਰੀ ਪ੍ਰਧਾਨ ਆ ਜੀ,
ਲੱਕੀ ਜੀ ਜੀ ਉਹਨੂੰ ਕੁਲਜੀਤ ਲੱਕੀ ਨੂੰ ਇੱਕ ਇਸ ਕਰਕੇ ਅੰਦਰ ਕਰ ਦਿੱਤਾ ਜੀ ਕਿ ਉਹ ਲੋਕਾਂ ਦੇ ਲੋੜਵੰਦ ਉਹਨਾਂ ਨੂੰ ਰਾਸ਼ਨ ਬਣ ਰਿਹਾ। ਪਰ ਇੱਥੇ ਕਾਂਗਰਸ ਇਹ ਵੀ ਕਹਿੰਦੀ ਅਕਾਲੀ ਜਦੋਂ ਪਾਵਰ ਸੀ ਉਹ ਤਾਂ ਮਨਮਾਨੀ ਕਰਦੇ ਸੀ, ਹੁਣ ਵੀ ਮਨਮਾਨੀ ਕਰਦੇ ਆ। ਦੇਖੋ ਮੈਂ ਤਾਂ ਕਹਿੰਦਾ ਜਿੱਦਾਂ ਦੀ ਮਨਮਾਨੀ ਕਰਨੀ ਚਾਹੀਦੀ ਹੈ ਜੀ। ਜੇ ਅੱਜ ਮਹਾਮਾਰੀ ਆ ਜੀ ਜੀ ਮੈਂ ਅੱਜ ਨਹੀਂ ਮਨ ਮਰਜ਼ੀ ਕਰਨੀ, ਸੇਵਾ ਨਹੀਂ ਮਨਮਾਨੀ, ਸੇਵਾ ਨਹੀਂ ਕਰਨੀ, ਮੈਨੂੰ ਇਹਦੇ ਵਿੱਚ ਫਾਂਸੀ ਚਾੜ ਦੇਣ। ਸੱਚ ਨੂੰ ਹਮੇਸ਼ਾ ਫਾਂਸੀ ਲੱਗ ਰਹੀ ਹੈ ਲੋੜ ਦੀ ਜਿਸ ਚੀਜ਼ ਦੀ ਲੋੜ ਆ, ਜਿਹੜਾ ਵੀ ਪੋਲੀਟੀਕਲ ਲੀਡਰ ਆ ਜੀ ਉਹ ਕਿਸੇ ਵੀ ਪਾਰਟੀ ਦਾ ਹੋਵੇ, ਜਦੋਂ ਲੋਕਾਂ ਨੂੰ ਜ਼ਰੂਰਤ ਹੋਵੇ ਤਾਂ ਉਹਨੂੰ ਉੱਡ ਕੇ ਬਾਹਰ ਆਉਣਾ ਚਾਹੀਦਾ। ਜੀ ਜੀ ਉਹਦੀ ਸਜ਼ਾ ਕੁਛ ਵੀ ਹੋਵੇ। ਡਾਕਟਰ ਸਾਹਿਬ ਇੱਕ ਚੀਜ਼ ਨਾ ਮੈਂ ਇੱਥੇ ਹੋਰ ਕਲੀਅਰ ਕਰਨੀ ਚਾਹੁੰਦਾ, ਕਿਉਂਕਿ ਤੁਸੀਂ ਮੈਂ ਦਰਸ਼ਕਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਡਾਕਟਰ ਸਾਹਿਬ ਬਹੁਤ ਬਖੂਬੀ ਨਾਲ ਜਵਾਬ ਦੇ ਰਹੇ ਨੇ ਜਿਹੜੇ ਕਾਂਗਰਸੀ ਆਗੂਆਂ ਵੱਲੋਂ ਸਵਾਲ ਉਠਾਏ ਗਏ ਸੀ। ਇੱਕ ਡਾਕਟਰ ਸਾਹਿਬ ਸਵਾਲ ਮੇਰੇ ਨੋਟਿਸ 'ਚ ਆਇਆ ਸੀ, ਕਿਉਂਕਿ ਤੁਹਾਨੂੰ ਮਿਲਣਾ ਸੀ ਤੋਂ ਪਹਿਲਾਂ ਮੈਂ ਕਈ ਫੇਸਬੁੱਕ ਹੈਂਡਲਸ ਚੈੱਕ ਕੀਤੇ। ਤੁਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤੀ, ਤੁਸੀਂ ਪੂਰੀ ਸਰਕਾਰ ਦੇ ਬਾਰੇ ਗੱਲ ਕੀਤੀ ਕਿ ਸਾਨੂੰ ਜਿਹੜੀ ਇਹ ਗੰਦੀ ਪੋਲਿਟਿਕਸ ਦਾ ਸ਼ਿਕਾਰ ਹੋ ਰਹੇ ਹਾਂ ਅਸੀਂ। ਉੱਥੇ ਤੁਸੀਂ ਜਦੋਂ ਥੱਲੇ ਆਏ ਤੁਹਾਡਾ ਕੋਈ ਕਮੈਂਟ ਨਹੀਂ ਸੀ, ਪਰ ਨਵਾਂ ਸ਼ਹਿਰ ਦੇ ਐਮਸੀ ਆ ਉਹਨਾਂ ਨੇ ਕਮੈਂਟ ਕੀਤਾ ਸੀ ਕਿ ਇਹ ਜਿਹੜੀ ਟੀਮ ਹੈ ਅਕਾਲੀ ਟੀਮ ਹੈ ਪਿਛਲੇ 40 ਦਿਨਾਂ ਤੋਂ ਘਰ 'ਚ ਲੁਕੇ ਹੋਏ ਸੀ। ਮੈਨੂੰ ਲੱਗਦਾ ਖੈਰ ਉਹ ਜ਼ਿਆਦਾ ਬਿਜ਼ੀ ਸੀ ਕਿ ਆਪਣੇ ਫੇਸਬੁੱਕ ਹੈਂਡਲ ਨੂੰ ਚੈੱਕ ਕਰਨ ਲਈ ਉਹਨਾਂ ਨੇ ਚੈੱਕ ਨਹੀਂ ਕੀਤਾ ਕਿ ਤੁਸੀਂ ਪਠਲਾਵੇ ਪਹੁੰਚੇ ਹੋ ਜਿਹੜੀ ਜਗ੍ਹਾ ਸਭ ਤੋਂ ਪਹਿਲਾਂ ਸੀਲ ਹੋਈ ਸੀ। ਪਰ ਉਹਨਾਂ ਨੇ ਲਿਖਿਆ ਸੀ ਕਿ ਗੰਦੀ ਪੋਲਿਟਿਕਸ ਕਾਂਗਰਸ ਨਹੀਂ ਕਰ ਰਹੀ, ਇਹ ਅਕਾਲੀ ਕਰ ਰਹੀ ਹੈ। 40 ਦਿਨ ਪਹਿਲਾਂ ਘਰਾਂ 'ਚ ਲੁਕੇ ਹੋਏ ਸੀ, ਹੁਣ ਜੇ ਮਾਹੌਲ ਠੰਡਾ ਹੋ ਗਿਆ ਤੇ ਬਾਹਰ ਆ ਗਏ। ਦੇਖੋ ਇਹ ਜਿਹੜੇ ਵਿਊਜ਼ ਨੇ ਉਹਨਾਂ ਨੇ ਡਿਸਾਈਡ ਕਰਨਾ ਜੀ ਵੀ ਅਸੀਂ ਅੰਦਰ ਬੈਠੇ। ਮੈਂ ਉਹੀ ਡਾਕਟਰ ਸਾਹਿਬ ਤੁਹਾਡੀ ਗੱਲ ਉਹੀ ਗੱਲ ਚਾਹੁੰਦਾ ਕਿ ਉਹਨਾਂ ਨੇ ਸ਼ਾਇਦ ਚੈੱਕ ਹੀ ਨਹੀਂ ਕੀਤਾ। ਉਹਨਾਂ ਦਾ ਮੈਂ ਜਿਹੜਾ ਬੰਦਾ ਆਪ ਅੰਦਰ ਵੜਿਆ ਨਾ ਉਹ ਦੂਸਰੇ ਨੂੰ ਬਾਹਰ, ਮੈਂ ਇਸ ਕਮਰੇ 'ਚ ਬੈਠਾ ਨਾ ਮੈਨੂੰ ਬਾਤ ਕੁਛ ਨਹੀਂ। ਡਾਕਟਰ ਸਾਹਿਬ ਮੈਂ ਪਰ ਇੱਕ ਚੀਜ਼ ਇੱਥੇ ਤਾਂ ਇੰਟਰੋਡਿਊਸ ਕੀਤੀ ਹੈ, ਦਰਸ਼ਕ ਅੱਗੇ ਪੁੱਟ ਅਪ ਕੀਤੀ ਹੈ ਕਿ ਸ਼ਾਇਦ ਤੁਹਾਨੂੰ ਲੱਗਦਾ ਕਿ ਤੁਸੀਂ ਵੀ ਜੇ ਸੋਸ਼ਲੀ ਜ਼ਿਆਦਾ ਐਕਟਿਵ ਹੋਵੋ ਮੀਡੀਆ ਤੇ, ਕਿਉਂਕਿ ਜਿਹੜੇ ਕਾਂਗਰਸੀ ਆਗੂ ਨਾ ਜੀ ਅਸੀਂ ਹਰ ਵੇਲੇ ਚੈੱਕ ਕਰੀਦਾ, ਉਹ ਈਵਨ ਜੇ ਘਰ ਤੋਂ ਬਾਹਰ ਵੀ ਆਏ ਤਾਂ ਫੋਟੋਗ੍ਰਾਫ ਆ ਜਾਂਦੇ। ਉਹ ਦੱਸਾਂ ਜੀ ਤੁਹਾਨੂੰ ਛੋਟੀ ਗੱਲ ਸੁਣਾਵਾਂ ਇਹ ਕੀ ਹੁੰਦਾ ਕੀ ਹੈ ਜੀ ਸਿਵਲ ਹਸਪਤਾਲ ਦੇ ਵਿੱਚ ਜੀ। ਇਹ ਹੁਣ ਤੁਸੀਂ ਇਸ ਗੱਲ ਨੂੰ ਪੁਰਾਣੇ ਪੇਜ ਪੁੱਛ ਲਿਓ ਜੀ ਜੀ ਜਿਹੜੇ ਕੋਵਿਡ-19 ਪੇਸ਼ੈਂਟਸ ਦੇ ਲਈ ਕੰਮ ਕਰ ਰਹੇ ਦਿਨ ਰਾਤ ਡਾਕਟਰ ਜੀ ਜੀ ਜਿਹੜੇ ਅੰਦਰ ਡਿਊਟੀ ਕਰਦੇ ਜੀ ਉਹ ਉਹਨਾਂ ਚੋਂ ਇੱਕ ਵੀ ਡਾਕਟਰ ਨੂੰ ਸਨਮਾਨਿਤ ਨਹੀਂ ਕੀਤਾ ਗਿਆ। ਬਿਲਕੁਲ। ਉਹ ਡਾਕਟਰ ਸਾਹਿਬ ਮੈਂ ਇਹ ਵੀ ਸੁਣਿਆ ਕਿ ਤਨਖਾਹ ਵੀ ਹਲੇ ਪ੍ਰੋਪਰ ਨਹੀਂ ਹੁੰਦੀ। ਆਪਾਂ ਉਸ ਚੱਕਰ 'ਚ ਨਹੀਂ ਜਾਣਾ, ਆਪਾਂ ਫਾਈਨੈਂਸ਼ੀਅਲ ਦੇ ਗੱਲ ਨਹੀਂ ਕਰਨੀ। ਉਹਦਾ ਤਨਖਾਹ ਮੈਨੂੰ ਨਹੀਂ ਮਿਲੀ 2 ਮਹੀਨੇ ਹੋ ਗਏ ਛੱਡੋ ਤੁਸੀਂ ਉਹ ਇਹ ਗੱਲਾਂ ਨਹੀਂ ਅਸੀਂ ਕਰਨੀ। ਬੇਸਿਕਲੀ ਮੈਂ ਇਹ ਗੱਲ ਕਹਿਣੀ ਚਾਹੁੰਦਾ, ਦੇਖੋ ਮੈਂ ਜੇ ਚਲੋ ਓਪੀਡੀ ਕਰਦਾ ਜੀ, ਮੇਰੇ ਹਲਕੇ ਦੇ ਰੋਜ਼ ਘੱਟ ਤੋਂ ਘੱਟ ਮੈਨੂੰ 15-20 ਬੰਦੇ ਇੱਥੇ ਸਵੇਰੇ 11 ਵਜੇ ਤੱਕ ਮਿਲਦੇ ਆ। ਜੀ ਜੀ ਬੇਸ਼ੱਕ ਉਹ ਇਹਦੇ ਪੇਸ਼ੈਂਟ ਆਉਂਦੇ ਆ ਜਾਂ ਉਹਨਾਂ ਨੂੰ ਕੋਈ ਹੋਰ ਗੱਲ ਹੁੰਦੀ ਪਈ। ਇਸ ਤੋਂ ਬਾਅਦ ਮੈਂ 11 ਵਜੇ ਤੋਂ ਬਾਅਦ ਮੈਂ 12 ਵਜੇ ਜਾਣਾ ਮੰਗੇ ਜੀ। ਜੇ ਮੈਂ ਇੱਥੇ ਕੰਮ ਬੰਦ ਕਰਦਾ ਲੋਕਾਂ ਨੇ ਕਹਿਣਾ ਸੀ ਇਹ ਡਾਕਟਰ ਭੱਜ ਗਿਆ, ਡਰ ਕੇ ਭੱਜਿਆ। ਮੈਂ ਇੱਥੇ ਭੱਜਿਆ ਨਹੀਂ, ਇੱਥੇ ਡਿਊਟੀ ਕੀਤੀ। ਉਸ ਤੋਂ ਬਾਅਦ ਮੈਂ 12 ਵਜੇ ਬੰਗੇ ਤੇ ਜਾਂਦਾ ਜੀ। ਬੰਗੇ ਦੇ ਵਿੱਚ ਮੈਨੂੰ ਕੋਈ ਬੰਦਾ ਦੱਸੇ ਵੀ ਕਿਸੇ ਨੇ ਮੈਨੂੰ ਫੋਨ ਕਰੋ, ਮੈਂ ਕੋਈ ਫੋਨ ਨੰਬਰ ਹੋਇਆ ਨਹੀਂ ਆਪਣਾ। ਹਾਂ ਇਹ ਗੱਲ ਸੱਚ ਹੈ ਜੀ। ਮੈਂ ਖੁਦ ਤੁਹਾਡੇ ਨਾਲ ਰਾਬਤਾ ਜਿਹੜੇ ਲੋਕ ਇਹ ਗੱਲ ਕਹਿੰਦੇ ਨੇ ਤੁਸੀਂ ਕਿੰਨੇ ਆਪਣੇ ਫੋਨ ਲੋਕਾਂ ਤੱਕ ਲੈ ਗਏ ਹੋ। ਮੇਰਾ ਫੋਨ ਜਿੱਥੇ ਮੈਂ ਬੁੱਕ ਕੀਤਾ ਉਹ ਲੱਖਾਂ ਲੋਕਾਂ ਨੇ ਦੇਖਿਆ ਜੀ ਜੀ। ਔਰ ਜੇ ਮੈਂ ਆਪਣਾ ਫੋਨ ਨੰਬਰ ਦਿੱਤਾ ਉਹ ਮੈਂ ਬੰਦ ਨਹੀਂ ਕੀਤਾ, ਅਜੇ ਵੀ ਮੇਰਾ ਫੋਨ ਹੁਣੇ ਬਿਲ ਬੰਦ ਹੋ ਚੱਲੂਗਾ। ਅਸੀਂ ਆਉਣ ਤੋਂ ਪਹਿਲਾਂ ਕਾਲ ਕਰਕੇ ਉੱਤੇ ਆਏ। ਬੇਸਿਕਲੀ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਨਾ ਕਿ ਮੈਂ ਕਿਸੇ ਬੰਦੇ ਨੇ ਮੈਨੂੰ ਫੋਨ ਕੀਤਾ ਕਿਉਂਕਿ ਇਕੱਲੇ ਤੱਕ ਜਾਣਾ ਜੀ ਸੋਸ਼ਲ ਡਿਸਟੈਂਸਿੰਗ ਨਹੀਂ ਰੱਖੀ ਜਾ ਸਕਦੀ। ਮੈਂ ਜਿੱਥੇ ਵੀ ਗਿਆ, ਜਿੱਦਾਂ ਮੈਂ ਮੰਡੀ ਗਿਆ ਜੀ, ਮੈਨੂੰ ਮੰਡੀ ਦੇ ਵਿੱਚ ਵੀ ਉਹ ਇੱਕਦਮ ਘੇਰ ਲਿਆ ਜੀ ਜੀ। ਤੇ ਮੈਂ ਉੱਥੇ ਫਿਰ ਇਹ ਡਿਸਾਈਡ ਕੀਤਾ ਕਿ ਅਸੀਂ ਜਿਹੜੇ ਸਾਡੇ ਮੋਹਤਵਰ ਸੱਜਣ ਹਰ ਪਿੰਡ ਦਾ ਜੀ ਜੀ ਅਸੀਂ ਉਹਨਾਂ ਨਾਲ ਰਾਬਤਾ ਬਣਾਈਏ ਜੀ। ਅਸੀਂ ਉਹਨੂੰ ਪੁੱਛੀਏ ਵੀ ਤੁਹਾਡੇ ਪਿੰਡ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਜੀ। ਤੁਸੀਂ ਇਹ ਜਾ ਕੇ ਸਾਡੇ ਦੇ ਅਕਾਲੀ ਵਰਕਰ ਸੀ ਜੀ, ਤੁਸੀਂ ਉਹਨਾਂ ਬਾਰੇ ਪੁੱਛੋ ਵੀ ਉਹਨਾਂ ਨੇ ਇਕੱਲੇ ਪਿੰਡ ਨੂੰ ਸਾਂਭਿਆ ਜਾਂ ਨਹੀਂ ਸਾਂਭਿਆ। ਚੇਨ ਬਣਾ ਕੇ ਕੰਮ ਕੀਤਾ, ਕਿਉਂਕਿ ਚੇਨ ਬਣਾਉਣਾ ਹੀ ਜ਼ਰੂਰੀ ਸੀ। ਅਸੀਂ ਕੈਪਟਨ ਸਾਹਿਬ ਦੀ ਕਿਉਂ ਮੰਨਦੀ ਸੀ ਉਹਨਾਂ ਦੀ ਗੰਦੀ ਸਿਆਸਤ ਕਹਿ ਰਹੇ ਹਾਂ, ਇਸ ਕਰਕੇ ਕਹਿ ਰਹੇ ਹਾਂ ਕਿ ਉਹ ਚੇਨ ਦਾ ਅਸੀਂ ਵੀ ਇੱਕ ਕੜੀ ਸੀ ਜੀ। ਅਸੀਂ ਇੱਕ ਚੰਗਾ ਰੋਲ ਅਦਾ ਕਰ ਸਕਦੇ ਸੀ। ਮੈਂ ਜਿਹੜੀ ਗੱਲ ਵਿੱਚੇ ਅਸੀਂ ਟੋਕਦੀ ਸੀ, ਇੱਥੇ ਸਿੱਧੂ ਸਾਹਿਬ ਆਏ ਜਦੋਂ ਅਸੀਂ ਇਹਨਾਂ ਨੂੰ ਆਪਣੀਆਂ ਸਰਵਿਸ ਦੇਣ ਲਈ ਆਫਰ ਕਰ ਚੁੱਕੇ ਸੀ ਜੀ। ਸਿੱਧੂ ਸਾਹਿਬ ਨੇ ਜਿਹੜੇ ਹੈਲਥ ਮਿਨਿਸਟਰ ਸੀ ਉਹਨਾਂ ਨੇ ਲੋਕਲ ਐਮਐਲਏ ਜੀ ਉਹਨਾਂ ਨੂੰ ਬੁਲਾ ਲਿਆ ਮੀਟਿੰਗ 'ਚ ਜੀ। ਉਹਨਾਂ ਨੇ ਬਲਾਚੌਰ ਵਾਲੇ ਐਮਐਲਏ ਉਹਨਾਂ ਨੂੰ ਉੱਥੇ ਬੁਲਾ ਲਿਆ ਜਿਹਨਾਂ ਨੂੰ ਇਹਦੇ ਕੋਲ ਕਾਂਗਰਸ ਇਹਦੇ ਬਾਰੇ ਪਤਾ ਨਹੀਂ ਹੈਲਥ ਬਾਰੇ ਜੀ ਜੀ। ਹੈਲਥ ਦਾ ਮਿਨਿਸਟਰ ਆਇਆ ਤਾਂ ਹੈਲਥ ਦੀ ਗੱਲ ਕਰਨਾ ਆਇਆ ਨਾ। ਔਰ ਜਿਹੜਾ ਵਿਧਾਇਕ ਹੈਲਥ ਦੇ ਨਾਲ ਰਿਲੇਟਡ ਆ, ਜਿਹੜਾ ਵਿਧਾਇਕ ਹੈਲਥ ਨਾਲ ਰਿਲੇਟਡ ਆ ਡਾਕਟਰ ਆ ਔਰ ਡਾਕਟਰ ਔਰ ਮੋਰਓਵਰ ਜੀ ਇਹਨਾਂ ਦੇ ਸਿਸਟਮ ਨੂੰ ਬੂਸਟ ਅਪ ਕਰਨ ਦੇ ਲਈ ਉਹਨਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਦੇਣ ਲਈ ਆਪ ਜਾ ਕੇ ਕਹਿ ਕੇ ਆਏ ਕਿਸੇ ਨੂੰ
ਔਰ ਮੈਨੂੰ ਉੱਥੇ ਇਨਵਾਈਟ ਨਹੀਂ ਪਰ ਤੁਹਾਨੂੰ ਲੱਗਦਾ ਕਿ ਇਹ ਕਿਉਂ ਕੀਤਾ ਗਿਆ ਹੈ? ਜਿਹੜੀ ਗੰਦੀ ਪੋਲਿਟਿਕਸ ਕਿਉਂ ਖੇਡੀ ਗਈ, ਕਿਉਂ ਨਹੀਂ ਇਨਵਾਈਟ ਕੀਤਾ ਗਿਆ, ਕਿਉਂ ਨਹੀਂ ਤੁਹਾਡੀ ਸਲਾਹ ਲਈ ਗਈ? ਦੇਖੋ ਇਹੀ ਤਾਂ ਫਿਰ ਮੈਨੂੰ ਮੈਂ ਕਹਿੰਦਾ ਕੈਪਟਨ ਸਾਹਿਬ ਦੀ ਤਾਂ ਫਿਰ ਮੈਂ ਜੇ ਉਹਨਾਂ ਦੀ ਸ਼ਲਾਘਾ ਉੱਥੇ ਕਰਦਾ ਜੀ ਉਹਨੇ ਡਾਕਟਰ ਸਾਹਿਬ ਤੋਂ ਪਹਿਲਾਂ ਕਹਿੰਦਾ ਵਧੀਆ ਸਟੈਪਸ ਜੀ ਜੀ ਜੇ ਅੱਜ ਖੋਲਿਆ ਕਿ ਇਹ ਸਭ ਤੋਂ ਗੰਦਾ ਸਟੈਪ ਹੈ। ਤਿਆਰੀ ਕੀ ਹੈ ਤੁਹਾਡੀ? ਤਿਆਰੀ ਉਹੀ ਅਸੀਂ ਸਵਾਲ ਇਸੇ ਲਈ ਪੁੱਛੇ ਕਿ ਉਹਨਾਂ ਕੋਲ ਸ਼ਾਇਦ ਕੋਈ ਵੈਕਸੀਨ ਆ ਗਈ ਆ। ਉਹ ਜਦ ਅੱਜ ਉਹਨਾਂ ਨੇ ਖੋਲ ਦਿੱਤਾ ਜੀ ਅੱਜ ਕੈਸ਼ੂ ਚੱਕ ਹੋ ਗਿਆ। ਜੀ ਅੱਜ ਲੋਕ ਸੜਕਾਂ ਜਿੱਦਾਂ ਘੁੰਮਦੇ ਜਿੱਦਾਂ ਪਹਿਲਾਂ ਬਿਫੋਰ ਦਿਸ ਮਹਾਮਾਰੀ ਘੁੰਮਦੇ ਸੀ ਉਸੇ ਤਰ੍ਹਾਂ ਘੁੰਮਦੇ ਆ। ਜੀ ਤੁਸੀਂ ਆਪ ਦੇਖੋ ਸੂਰੀ ਸਾਹਿਬ ਸਾਰਾ ਕੁਝ ਜਾਣਦੇ ਹੋ। ਜੀ ਸਰ ਤੁਸੀਂ ਦੱਸੋ ਵੀ ਤੁਹਾਡਾ ਅੱਜ ਜੀ ਤੁਹਾਨੂੰ ਲੱਗੇ ਕਿ ਮੇਰਾ ਕੋਈ ਜਾਣ ਪਛਾਣ ਦਾ ਉਹਨੂੰ ਅੱਜ ਕੁਛ ਇਦਾਂ ਦੀ ਲੋੜ ਪੈ ਜਾਏ ਜੀ ਨਵਾਂ ਸ਼ਹਿਰ ਤੋਂ ਸ਼ਿਫਟ ਕਰਨਾ ਪੈ ਜਾਏ ਜੀ ਤਾਂ ਤੁਸੀਂ ਕਦ ਤੇ ਸ਼ਿਫਟ ਕਰੋਗੇ? ਕੋਈ ਹੈ ਨਹੀਂ ਕੋਈ ਤਿਆਰੀ ਹੈ? ਨਹੀਂ ਬਿਲਕੁਲ ਤਿਆਰੀ ਨਹੀਂ ਜੀ। ਅਸੀਂ ਤਿਆਰੀ ਨਹੀਂ ਜੀ ਅਸੀਂ ਕਹਿੰਦੇ ਮਤਲਬ ਇਹ ਹੈ ਵੀ ਲੋਕਾਂ ਨੂੰ ਮਰਨ ਲਈ ਛੱਡ ਦਈਏ ਆਪ ਆਪਣੇ ਮਹਿਲਾਂ 'ਚ ਬੈਠ ਕੇ ਐਸ਼ੋ ਆਰਾਮ ਕਰੀਏ ਔਰ ਕਹਿੰਦਾ ਮਤਲਬ ਲੜਾਈ ਜਿਹੜੀ ਹੈ ਸ਼ਰਾਬ ਦੀ ਲੜਾਈ। ਮੈਂ ਇੱਥੇ ਆਉਣਾ ਚਾਹੁੰਦਾ ਸੀਗਾ ਜੀ ਕਿ ਇਹ ਤਾਂ ਮੌਕਾ ਸੀ ਜਿਹੜਾ ਪੰਜਾਬ ਗੜ ਬਣਿਆ ਚੁੱਕਿਆ ਹੈ ਨਸ਼ਿਆਂ ਦਾ। ਤੁਹਾਨੂੰ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਸੀ ਇਸ ਗੱਲ ਦੀ ਇਨਕੁਆਇਰੀ ਵੀ ਕਰਾਂਗੇ। ਇਹਨਾਂ ਨੇ ਗਿਆਨ ਸਾਗਰ ਜਿਹੜਾ ਮੈਡੀਕਲ ਕਾਲਜ ਸੀ ਜੀ ਇਹਨਾਂ ਨੇ ਖਰੀਦ ਲਿਆ। ਕਿਹਨਾਂ ਨੇ ਖਰੀਦਿਆ ਜੀ? ਕਿਹੜੇ ਕੈਪਟਨ ਪਾਰਟੀ ਨਾਲ ਦੇ? ਠੀਕ ਹੈ ਜੀ। ਔਰ ਉੱਥੇ ਜਿਹੜਾ ਸਰਕਾਰ ਦਾ ਪੈਸਾ ਜੀ ਉਹਨੂੰ ਅਪਗ੍ਰੇਡ ਕਰਨ ਦੇ ਲਈ ਇਹਨਾਂ ਨੇ ਬਹੁਤ ਵੱਡਾ 200 ਕਰੋੜ ਰੁਪਇਆ ਉੱਥੇ ਨਹੀਂ। ਪਰ ਇਸ ਚੀਜ਼ ਦਾ ਕੋਈ ਫੈਕਟ ਹੈ, ਕੋਈ ਪ੍ਰੂਫ ਹੈ ਜੀ ਤੁਹਾਡੇ ਕੋਲ? ਅੱਜ ਦੇ ਦੀ ਗੱਲ ਅੱਜ ਕਹਿੰਦਾ ਦੇਖੋ ਅੱਜ ਵੀ ਮੇਰਾ ਹਫਸਾ ਬਾਹਰ ਬੈਠਾ ਵਾ ਮੈਂ ਨਾਮ ਦੀ ਬਿਲਡਿੰਗ ਖਰੀਦ ਲਾਂ ਜੀ ਕਿੰਨੇ ਦਿਨ ਦੇ ਮੇਰੇ ਪਾਸ ਆਈ ਜਾਂ ਕੋਈ ਉਹ ਤਾਂ ਲੋਕ ਸਮਝਦੇ ਮਹਾਮਾਰੀ ਦੌਰਾਨ ਇਹ ਚੀਜ਼ ਲਈ ਗਈ ਹੈ। ਨਹੀਂ ਉਹਨਾਂ ਨੇ ਖਰੀਦਿਆ ਉਹ ਮੈਂ ਚਲੋ ਮੈਂ ਕਹਿੰਦਾ ਉਸ ਇੰਸਟੀਚਿਊਟ ਨੂੰ ਕੱਲੇ ਇੱਕ ਚਲੋ ਅਸੀਂ ਕਹਿੰਦਾ ਉਹਨਾਂ ਦਾ ਨਹੀਂ ਜੀ 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 ਇੱਕ ਨੂੰ ਕੋ ਡਿਵੈਲਪ ਕੀਤਾ ਜੀ ਹਰ ਡਿਸਟ੍ਰਿਕਟ ਹੈਡਕੁਆਟਰ ਦੇ ਕਿਉਂ ਇਹਨਾਂ ਕੋਲ 50 ਤੋਂ ਜ਼ਿਆਦਾ ਵੈਂਟੀਲੇਟਰ ਨਹੀਂ ਜੀ ਬਿਲਕੁਲ ਫਾਈਨੈਂਸ ਮਿਨਿਸਟਰ ਸਾਹਿਬ ਦਾ ਬਿਆਨ ਸੀ ਕਿ ਸਾਡੇ ਕੋਲ 26000 ਲਾਈਫ ਸੇਵਿੰਗ ਬੈਡਸ ਆ 26000 ਲਾਈਫ ਸੇਵਿੰਗ ਬੈਡਸ ਮੈਂ ਕਿਹਾ ਜੇ ਇਹਨਾਂ ਕੋਲ 200 ਵੀ ਇਸ ਕੰਮ ਦਿਖਾ ਦੇਣ ਇਹ ਉਸ ਦਿਨ ਦਾ ਬਿਆਨ ਜਦੋਂ ਸ਼ੁਰੂ ਹੋਇਆ ਸੀ ਲਾਕਡਾਊਨ ਬਿਲਕੁਲ ਮੈਂ ਕਹਿੰਦਾ ਉਸ ਵੇਲੇ 2 ਮਹੀਨੇ ਹੁਣ 1.5 ਮਹੀਨਾ ਹੋ ਗਿਆ ਉਹਨਾਂ ਦੇ ਬਿਆਨ ਤੋਂ ਬਾਅਦ ਅੱਜ ਹੀ 2600 ਦਿਖਾ ਦੇਣ ਮੈਂ ਕਿਹਾ ਅੱਜ 200 ਨਹੀਂ ਦਿਖਾ ਸਕਦੇ। ਉਹੀ ਡਾਕਟਰ ਮੇਰੀ ਉਹੀ ਗੱਲ ਨਾ ਮੈਂ ਉਹੀ ਗੱਲ ਕਰ ਰਿਹਾ ਕਿ ਮੇਰੀ ਦੁਆਬੇ ਦੇ ਜਿਹੜੇ ਤੁਹਾਡੇ ਇੰਚਾਰਜ ਹੈ ਪ੍ਰਧਾਨ ਨੇ ਉਹਨਾਂ ਨਾਲ ਵੀ ਗੱਲ ਸੀ ਕਹਿੰਦੇ ਅਸੀਂ ਬੈੱਡ ਸ਼ੀਟਸ ਵੀ ਆਫਰ ਕਰਕੇ ਆਏ ਸੀ ਤਾਂ ਤੇ ਸਾਡੀ ਸਰਵਿਸਿਜ਼ ਨਹੀਂ ਲੈ ਰਹੇ। ਇਹ ਤਾਂ ਇਹ ਤੇ ਮੈਨੂੰ ਚਾਹੀਦਾ ਜਵਾਬ। ਅਸੀਂ ਕਲੀਅਰ ਬੈੱਡ ਦੀ ਅਸੀਂ ਉੱਥੇ ਜਦੋਂ ਗਏ ਆ ਦਾਹਕਲੇ ਦਾ ਜੀ ਅਸੀਂ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਇਹਨਾਂ ਦਾ ਰਾਤ ਹਰ ਰੋਜ਼ ਦਾ ਖਾਣਾ ਜੀ ਅਸੀਂ ਕਿਉਂਕਿ ਸਾਡੇ ਬੰਗੇ ਹਲਕੇ ਦੇ ਜ਼ਿਆਦਾ ਲੋਕ ਆ ਤੇ ਸਾਡੇ ਆਪਣੇ ਹਲਕੇ ਦੇ ਸਾਰੇ ਜਿਹੜਾ ਇਸ ਵੇਲੇ ਪੇਸ਼ੈਂਟ ਆ ਉਹਦੀ ਮਦਦ ਕਰਨਾ ਮਾਨਵਤਾ ਦਾ ਕੋਈ ਵੀ ਬੰਦਾ ਜੀ ਚਲੋ ਆਪਾਂ ਜ਼ਰੂਰ ਵੀ ਲੋਕਾਂ ਦੀ ਇੰਪੋਰਟੈਂਸ ਕਰਦੇ ਜੀ ਜੀ ਜੇ ਮੈਂ ਆਪਣੇ ਘਰ ਦੇ ਬੰਦੇ ਨੂੰ ਮੈਂ ਨਹੀਂ ਸੰਭਾਲੂੰਗਾ ਤਾਂ ਲੋਕ ਹੋਰ ਸੰਭਾਲਣਗੇ। ਬਿਲਕੁਲ ਮੈਨੂੰ ਪਤਾ ਮੇਰੇ ਘਰ ਦੇ ਬੰਦੇ ਅੱਜ ਬਿਮਾਰ ਹੋਏ ਤੁਹਾਡੇ ਤੇ ਭਰੋਸਾ ਜਤਾ ਕੇ ਬਿਮਾਰ ਹੋਏ ਆ ਮੈਂ ਉੱਥੇ ਜਾ ਕੇ ਗਿਆ ਮੈਂ ਕਹਿੰਦਾ ਕਿ ਅਸੀਂ ਸਿਵਲ ਸਰਜਨ ਵੀ ਗਏ ਡੀਸੀ ਨੂੰ ਵੀ ਗਏ ਜੀ ਐਸਡੀਓ ਨੂੰ ਵੀ ਗਏ ਉੱਥੇ ਅਸੀਂ ਕਿਹਾ ਵੀ ਅਸੀਂ ਜਿੰਨਾ ਫੂਡ ਜਿਹੜਾ ਇਹਨਾਂ ਨੂੰ ਜਿੰਨਾ ਵੀ ਚਾਹੀਦਾ ਜੀ ਸਵੇਰੇ ਦੁਪਹਿਰੇ ਸ਼ਾਮ ਅਸੀਂ ਭੇਜਾਂਗੇ ਜੀ ਔਰ ਜੇ ਤੁਹਾਨੂੰ ਇਹ ਚੰਗਾ ਨਹੀਂ ਲੱਗਦਾ ਤੁਹਾਨੂੰ ਲੱਗਦਾ ਕਿ ਇਹ ਅਕਾਲੀ ਦਲ ਦਾ ਹੋ ਜਾਏਗਾ ਜੀ ਮੈਂ ਕਿਹਾ ਆਈਐਨਐਮ ਨੂੰ ਦਵਾਂਗੇ। ਅੱਛਾ ਜੀ ਮੈਂ ਕਿਹਾ ਤੁਸੀਂ ਛੱਡ ਦੇ ਪੋਲਿਟਿਕਸ ਮਤਲਬ ਸਾਨੂੰ ਕ੍ਰੈਡਿਟ ਨਹੀਂ ਚਾਹੀਦਾ ਸਾਨੂੰ ਆਮ ਜਨਤਾ ਦੀ ਸੇਵਾ ਚਾਹੀਦੀ ਆ। ਮੈਂ ਕਿਹਾ ਅਸੀਂ ਅਕਾਲੀ ਦਲ ਛੱਡੋ ਅਸੀਂ ਆਈਐਨਐਮ ਨੂੰ ਦਿੰਦੇ ਹਾਂ ਜੀ ਤੁਹਾਨੂੰ ਦੱਸੋ ਦੇਣਾ ਚਾਹੀਦਾ। ਸੋ ਇਹ ਬਹੁਤ ਬੜਾ ਸਵਾਲ ਹੈ ਦੋਸਤੋ ਕਿ ਸਾਨੂੰ ਕ੍ਰੈਡਿਟ ਨਾ ਦਿਓ ਪਰ ਲੋਕਾਂ ਨੂੰ ਫੈਸਿਲਿਟੀ ਤਾਂ ਦੇ ਦਿਓ। ਫਿਰ ਅਸੀਂ ਉਹਨਾਂ ਨੂੰ ਪੀਪੀ ਕਿਟਸ ਉੱਥੇ ਨਹੀਂ ਸੀ ਜੀ ਤੁਸੀਂ ਹੁਣੇ ਫੋਨ ਲਾ ਲਓ ਇੰਚਾਰਜ ਜਿਹੜਾ ਉੱਥੇ ਡਾਕਟਰ ਕੁਲਵਿੰਦਰ ਮਾਨ ਉੱਥੇ ਇੰਚਾਰਜ ਜੀ ਜਿਹਨੂੰ ਨੋਡਲ ਅਫਸਰ ਲਾਇਆ ਜੀ ਉਹਨਾਂ ਨੂੰ ਪੁੱਛੋ ਕਿ ਅਸੀਂ ਉੱਥੇ ਨਹੀਂ ਦਿੱਤੀਆਂ ਇਹ ਕਿਟਸ ਪੀਪੀ ਕਿਟਸ ਤੁਹਾਨੂੰ ਲੈ ਗਏ ਜੀ ਈਵਨ ਕਹਿੰਦਾ ਮਤਲਬ ਤੁਸੀਂ ਛੱਡੋ ਹੈਲਥ ਡਿਪਾਰਟਮੈਂਟ ਦੀ ਜੀ ਐਗਰੀਕਲਚਰ ਡਿਪਾਰਟਮੈਂਟ ਜੀ ਉਹ ਕਹਿੰਦੇ ਸਾਨੂੰ ਤਾਂ ਦਿੰਦੇ ਕੁਝ ਨਹੀਂ ਜੀ ਉਹ ਕਿੱਥੋਂ ਬੋਲਦਾ ਨਾ ਜੀ ਦਰਸ਼ਨ ਲਾਲ ਜੀ ਹੈ ਡਾਕਟਰ ਦਰਸ਼ਨ ਲਾਲ ਜੀ ਇਹਨਾਂ ਦੇ ਇੰਚਾਰਜ ਉੱਥੇ ਜੀ ਉਹਨਾਂ ਪੁੱਛੋ ਕਿ ਉਹ ਕਿਟਸ ਕਿੱਥੋਂ ਲੱਗੇ ਪੀਪੀ ਕਿਟਸ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਸਾਹਿਬ ਤੁਸੀਂ ਪ੍ਰੋਟੈਕਸ਼ਨ ਲਈ ਜੀ ਕਿਟਸ ਦੇ ਰਹੇ ਹੋ ਸਾਨੂੰ ਵੀ ਮਿਲੂਗਾ ਜੀ ਤੁਹਾਨੂੰ ਲੱਗਦਾ ਵੀ ਹੈਲਥ ਐਗਰੀਕਲਚਰ ਡਿਪਾਰਟਮੈਂਟ ਨੂੰ ਕਿਤੇ ਲੋੜ ਆ ਲੈ ਕੇ ਜਾਓ ਅਸੀਂ ਉਹਨਾਂ ਨੂੰ ਦਿੱਤੀ ਪਰ ਉਹੀ ਡਾਕਟਰ ਸਾਹਿਬ ਉਹੀ ਪ੍ਰੋਬਲਮ ਹੈ ਤੁਸੀਂ ਇਹ ਚੀਜ਼ਾਂ ਸੋਸ਼ਲ ਮੀਡੀਆ ਤੇ ਨਹੀਂ ਕਰਦੇ ਤਾਂ ਵਿਰੋਧੀਆਂ ਨੂੰ ਭਾਣਾ ਮਿਲ ਜਾਂਦਾ। ਮੈਂ ਕਿਹਾ ਜੀ ਮੇਰੇ ਲੋਕ ਜਿਹੜੇ ਆ ਨਾ ਉਹ ਬੰਗਾ ਹਲਕੇ ਦੇ ਜਿਹੜੇ ਸੂਝਵਾਨ ਨੇ ਉਹ ਹਰ ਚੀਜ਼ ਜਾਣਦੇ ਆ ਔਰ ਮੈਂ ਤੁਹਾਨੂੰ ਗੱਲ ਦੱਸਦਾ ਸੁਰ ਸਾਹਿਬ ਜਿੱਦਾਂ ਮੈਨੂੰ ਬੰਗਿਆਂ ਦੇ ਲੋਕਾਂ ਨੇ ਲਾਈਕ ਨਹੀਂ ਕੀਤਾ ਉਦੋਂ ਮੈਂ ਤੁਹਾਨੂੰ ਨੈਕਸਟ ਇੱਥੇ ਮਿਲੂੰਗਾ ਜੀ ਕਿਉਂਕਿ ਮੈਂ ਕੋਈ ਪਰ ਇਸ ਤੇ ਮੈਂ ਕੋਈ ਪੋਲਿਟਿਕਲ ਦੀ ਐਮਐਲਏ ਬਣੇ ਨਾ ਬਣੇ ਲੋਕਾਂ ਦਾ ਪਿਆਰ ਚਾਹੀਦਾ ਜੀ ਜੇ ਲੋਕ ਤੁਹਾਨੂੰ ਪਿਆਰ ਕਰਦੇ ਆ ਅਸੀਂ ਐਮਐਲਏ ਅਸੀਂ ਇੱਥੇ ਆਉਣ ਤੋਂ ਪਹਿਲਾਂ ਬੜੀ ਇਨਫੋਰਮੇਸ਼ਨ ਕਲੈਕਟ ਕੀਤੀ ਸੁੱਖੀ ਸਾਹਿਬ ਤੁਹਾਨੂੰ ਜਿਹੜੇ ਆਮ ਜਨਤਾ ਬਹੁਤ ਪਿਆਰ ਕਰਦੀ ਹੈ ਪਰ ਇੱਕ ਨਾ ਫਿਰ ਮੈਂ ਇੱਥੇ ਜਿਹੜਾ ਸਵਾਲ ਪੁੱਛਣਾ ਚਾਹੁੰਦਾ ਕਿ ਤੁਹਾਡੀ ਮੈਂ ਇੱਕ ਵੀਡੀਓ ਦੇਖੀ ਸੀ ਤੁਸੀਂ ਫੋਨ ਤੇ ਗੱਲ ਕਰ ਰਹੇ ਸੀਗੇ ਮੇਬੀ ਕੋਈ ਬੰਗਿਆਂ ਤੋਂ ਪੇਸ਼ੈਂਟ ਸੀਗੇ
ਤੁਸੀਂ ਉਹਨਾਂ ਨਾਲ ਗੱਲ ਕਰ ਰਹੇ ਸੀਗੇ ਕਿ ਇਹਦੇ ਵਿੱਚ ਵੀ ਸਰਕਾਰ ਦੀ ਗਲਤੀ ਹੈ, ਅਗਰ ਤੁਹਾਨੂੰ ਉੱਥੋਂ ਹੀ ਟੈਸਟ ਕਰਕੇ ਲਿਆਇਆ ਜਾਂਦਾ ਤੇ ਜਿਹੜੇ ਅਫੈਕਟਡ ਸੀ ਉਹਨਾਂ ਨੂੰ ਅਲੱਗ ਕਰ ਦਿੱਤਾ ਜਾਂਦਾ ਤੇ ਜਿਹੜੇ ਨਾਰਮਲ ਪੇਸ਼ੈਂਟ ਸੀਗੇ ਜਿਹੜੇ ਅਫੈਕਟਡ ਨਹੀਂ ਉਹਨਾਂ ਨੂੰ ਅਲੱਗ ਰੱਖ ਕੇ ਜਾਂਦੇ, ਤਾਂ ਸ਼ਾਇਦ ਸਿਚੁਏਸ਼ਨ ਕੁਝ ਹੋਰ ਹੁੰਦੀ। ਮੈਂ ਅੱਜ ਤੁਹਾਨੂੰ ਜਿਹੜੀ ਸੀ ਪਹਿਲਾਂ ਗੱਲ ਕੀਤੀ ਸੀ ਨਾ ਕਿ ਸਰਕਾਰ ਸਾਡੀ ਹੁੰਦੀ ਜੀ, ਤਾਂ ਉਸ ਦਿਨ ਮੈਨੂੰ ਪਛਤਾਵਾ ਸੀ ਜੀ, ਪਛਤਾਵਾ ਉਸ ਦਿਨ ਹੋਇਆ। ਉਦੋਂ ਹੋਇਆ ਪਛਤਾਵਾ ਜੀ, ਕਿਉਂਕਿ ਪਛਤਾਵਾ ਇਹ ਸੀ ਜੀ ਵੀ ਜੇ ਕਿਤੇ ਸਾਡੀ ਅਕਾਲੀ ਦਲ ਦੀ ਸਰਕਾਰ ਹੁੰਦੀ ਜੀ, ਤਾਂ ਮੈਂ ਆਪ ਜਾਂਦਾ ਉੱਥੇ, ਅੱਛਾ ਆਪਣੀ ਮੈਡੀਕਲ ਟੀਮ ਲੈ ਕੇ ਜਾਂਦਾ। ਜੀ, ਅਸੀਂ ਪਹਿਲਾਂ ਸਾਰੇ ਲੋਕਾਂ ਦਾ ਟੈਸਟ ਕਰਦੇ, ਪੋਜ਼ਿਟਿਵ ਇੱਕ ਪਾਸੇ ਰੱਖਦੇ, ਜੀ। ਨੈਗੇਟਿਵ ਇੱਕ ਪਾਸੇ ਰੱਖਦੇ, ਔਰ ਪੋਜ਼ਿਟਿਵ ਨੂੰ ਇੱਕ ਗਰੁੱਪ 'ਚ ਲੈ ਕੇ ਆਉਂਦੇ, ਨੈਗੇਟਿਵ ਨੂੰ ਇੱਕ ਗਰੁੱਪ 'ਚ ਲੈ ਕੇ ਆਉਂਦੇ। ਜੀ। ਔਰ ਕਿੱਡੀ ਲੜਕੀ ਆ ਸਰਕਾਰ ਦੀ, ਕਹਿੰਦਾ ਮਤਲਬ ਫਿਰ ਕਹਿੰਦੇ ਬੀਬਾ ਜੀ ਨੇ ਨਹੀਂ ਕੀਤਾ ਵੀ ਸਰਕਾਰ ਸਾਡੀ। ਮੈਂ ਡਾਕਟਰ ਮੈਂ ਸਬਸਿਡੀ ਦੇਣੀ ਚਾਹਨਾ, ਜੀ। ਮੈਨੂੰ ਅੰਦਰ ਬਣ ਦੇ ਤੁਸੀਂ ਅੰਦਰ, ਮੈਂ ਤੁਹਾਨੂੰ ਹੁਣੇ ਚੱਲਦਾ ਨਹੀਂ ਜੀ, ਬਿਲਕੁਲ ਜਿੱਥੇ ਕਰੋਨਾ ਪੇਸ਼ੈਂਟ ਆ, ਮੈਨੂੰ ਤੁਸੀਂ ਮੈਨੂੰ ਬਾਰੇ ਦੱਸ ਦਿਓ। ਹਾਂ, ਤੁਹਾਡੇ ਵਾਰਤਾਲਾਪ ਵੀ ਸ਼ਾਇਦ ਤਾਂ ਹੀ ਫੋਨ ਤੇ ਹੋ ਰਿਹਾ ਨਾ ਕਿ ਤੁਹਾਨੂੰ ਅਲਾਉਡ ਹੀ ਨਹੀਂ ਹੈਗਾ। ਇਸੇ ਸਰ ਉਹ ਅਸੀਂ ਨੇ ਅੰਦਰ, ਮੈਨੂੰ ਦੱਸੋ ਜੇ ਮੇਰਾ ਇੱਕ ਫਰੈਂਡ ਜੀ। ਮੇਰਾ ਕੁਲੀਗ ਦੇ ਅੰਦਰ ਜਾਂਦਾ ਆ, ਜੀ, ਜੇ ਉਹ ਜਾਂਦਾ ਮੈਨੂੰ ਸ਼ਾਮ ਨੂੰ ਲੈ ਕੇ ਜਾਂਦਾ, ਜੀ। ਤਾਂ ਮੈਨੂੰ ਜਾਣ ਦੇ ਅੰਦਰ ਕੀ ਆ? ਉਹੀ ਸਵਾਲ ਸਾਡੇ ਦੇ ਦਿਲ ਵਿੱਚ ਵੀ ਆ ਕਿ ਆਮ ਜਨਤਾ ਦੇ ਤੁਸੀਂ, ਕਿਉਂਕਿ ਹੋਰ ਐਮਐਲਏ ਸਾਹਿਬ ਜਾਂਦੇ ਆ, ਤੁਸੀਂ ਉੱਥੇ ਨਹੀਂ ਗਏ। ਐਮਐਲਏ ਸਾਹਿਬ ਮੇਰੀ ਓਪੀ ਦੇ ਬਾਹਰ ਬੈਠ ਕੇ ਫੋਟੋ ਚੱਕ ਕੇ ਅੰਦਰ ਨਹੀਂ। ਅੱਛਾ ਜੀ। ਨਹੀਂ, ਤੁਸੀਂ ਦੇਖੋ ਇੱਕ ਵਰਕਿੰਗ ਯੂਨਿਟ ਆ ਜੀ, ਉੱਥੇ ਤੁਸੀਂ ਕੋਈ ਨਹੀਂ ਜਾ ਸਕਦਾ ਜੀ। ਉੱਥੇ ਤਾਂ ਡਾਕਟਰ ਮਸੀਂ ਡਰਦੇ ਜਾਂਦੇ ਆ ਜੀ, ਇੱਥੋਂ, ਕਹਿੰਦਾ ਮਤਲਬ ਉੱਥੇ ਬੜਾ ਡਰ ਲੱਗਦਾ। ਪਰ ਤੁਸੀਂ ਜਾਣਾ ਚਾਹੋਗੇ ਅਗਰ ਤੁਹਾਨੂੰ ਮੌਕਾ ਮਿਲਦਾ ਜੀ? ਮੈਂ ਤਾਂ ਆਫਰ ਤੇ ਗਿਆ ਜੀ। ਜੀ। ਅਸੀਂ ਤਾਂ ਤੁਹਾਨੂੰ ਕਿਹਾ ਵੀ ਮੈਂ ਇਕੱਲਾ ਹੀ ਨਹੀਂ, ਮੇਰੀ ਗੱਲ ਛੱਡੋ, ਮੈਂ ਇਕੱਲਾ ਹੀ ਕਰਾਂ, ਸਾਡੀ ਆਈਐਮ ਹੈ ਜੀ। ਅਸੀਂ ਪੰਜਾਬ 'ਚ ਇੱਕ ਆਈਐਮ ਹਸਪੀਟਲ ਕੋਲੇ ਕੋਵਿਡ-19। ਸੋ ਮੈਨੂੰ ਲੱਗਦਾ ਇਹ ਬਹੁਤ ਬੜਾ ਜਵਾਬ ਹੈ ਜਿਨ੍ਹਾਂ ਨੇ ਕਮੈਂਟ ਕੀਤਾ ਸੀ ਕਿ ਡਾਕਟਰ ਸੁੱਖੀ ਜੀ ਤੇ ਉਹਨਾਂ ਦੀ ਟੀਮ ਡਰੀ ਹੋਈ ਹੈ। ਡਾਕਟਰ ਸਾਹਿਬ ਖੁਦ ਕਹਿ ਰਹੇ ਨੇ ਕਿ ਅਗਰ ਮੈਨੂੰ ਮੌਕਾ ਦਿੱਤਾ ਜਾਵੇ ਤਾਂ ਮੈਂ ਕੋਵਿਡ-19 ਦੇ ਜਿਹੜੇ ਪੇਸ਼ੈਂਟ ਨੇ ਉਹਨਾਂ ਨੂੰ ਖੁਦ ਜਾ ਕੇ ਟ੍ਰੀਟ ਕਰਨਾ ਚਾਹਾਂਗਾ, ਖੁਦ ਉਹਨਾਂ ਜਾ ਕੇ ਟ੍ਰੀਟਮੈਂਟ ਕਰਨਾ ਚਾਹਾਂਗਾ। ਡਾਕਟਰ ਸਾਹਿਬ ਤੁਸੀਂ ਕੰਟੀਨਿਊ ਕਰੋ ਜੀ। ਮੈਂ ਦੇਖੋ, ਇਹ ਕੋਈ ਮੇਰੀ ਡਿਊਟੀ ਹੈ। ਜਦੋਂ ਮੈਂ ਡਾਕਟਰ ਬਣਿਆ ਸੀ ਨਾ, ਜੀ, ਜੀ, ਮੈਂ ਉਦੋਂ ਮੈਨੂੰ ਪਤਾ ਸੀ ਕਿ ਮੈਨੂੰ ਰਾਤ ਨੂੰ 2 ਵਜੇ ਉੱਠਣਾ ਪੈਣਾ, ਜੀ, ਜੀ, ਮੈਨੂੰ 3 ਵਜੇ ਵੀ ਉੱਠਣਾ ਪੈਣਾ, ਜੀ, ਮੈਨੂੰ ਗਰਮੀ ਸਰਦੀ 'ਚ ਵੀ ਜਾਣਾ ਪੈਣਾ। ਜੀ, ਇਹ ਅੱਜ ਐਮਐਲਏ ਬਣ ਕੇ ਮੇਰੇ 'ਚ ਚੇਂਜ ਨਹੀਂ ਆਈ। ਜੀ, 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 ਮਤਲਬ ਜੇ ਮੈਂ ਮੰਨ ਲਓ ਐਮਐਲਏ ਨਾ ਵੀ ਹੁੰਦਾ, ਜੀ। ਮੈਂ ਸਰਕਾਰੀ ਜੌਬ 'ਚ ਹੁੰਦਾ, ਜੀ, ਤਾਂ ਮੈਂ ਫਿਰ ਨਹੀਂ ਅੰਦਰ ਜਾਣਾ ਸੀ। ਜੀ, ਜੀ, ਇਸ ਕਰਕੇ ਇਹ ਮੇਰੀ ਡਿਊਟੀ ਆ, ਮੈਂ ਕਿਸੇ ਦਾ ਆਸਾਨ ਨਹੀਂ ਕਰਨਾ। ਜੀ। ਮੰਨ ਲਓ ਹੋ ਸਕਦਾ, ਮੈਂ ਅੱਜ ਤੁਹਾਨੂੰ ਇਹ ਗੱਲ ਨੋਟ ਕਰਿਓ ਕਿ ਮਹਾਮਾਰੀ ਕੋਈ ਰੁਕ ਨਹੀਂ ਗਈ। ਜੀ, ਜੀ, ਹਾਲੇ ਤਾਂ ਸ਼ੁਰੂਆਤ। ਇਹ ਦਿੱਲੀ ਦੇ ਵਿੱਚ, ਬੰਬੇ ਦੇ ਵਿੱਚ ਹਸਪੀਟਲ ਲੈ ਲਏ ਆ, ਜੀ। ਹਸਪੀਟਲਾਂ ਨੂੰ ਟੇਕ ਓਵਰ ਕਰ ਲਿਆ ਸਰਕਾਰਾਂ ਨੇ। ਜੀ। ਕੱਲ ਹੋ ਸਕਦਾ ਮੇਰਾ ਹਸਪੀਟਲ ਵੀ ਟੇਕ ਓਵਰ ਕਰੇ। ਜੀ। ਔਰ ਮੈਂ ਤੁਹਾਨੂੰ ਇਹ ਤੁਹਾਡੇ ਟੀਮ ਦੇ ਸਾਹਮਣੇ ਕਹਿੰਦਾ ਕਿ ਸਭ ਇੱਥੇ ਮੈਂ ਉਹ ਹੈ ਵੀ ਸਾਰੇ ਡਾਕਟਰ ਭੇਜੋ। ਜੀ। ਇੱਥੇ ਮੈਂ ਆਪ ਪੀਪੀਈ ਕਿਟ ਪਾ ਕੇ ਆਪ ਪੇਸ਼ੈਂਟ ਦੇਖੋ। ਬਹੁਤ ਬੜੀ ਗੱਲ ਹੈ। ਮੇਰੇ ਖਿਆਲ ਜਿਹੜੇ ਸਵਾਲ ਕਾਂਗਰਸੀ ਆਗੂਆਂ ਨੇ ਉਠਾਏ ਸੀ ਉਹਦਾ ਜਵਾਬ ਇਹ ਹੈ ਕਿ ਡਾਕਟਰ ਸਾਹਿਬ ਬਿਲਕੁਲ ਨਿਰਪੱਖਤਾ ਤੇ ਨਿਰਭਉ ਹੋ ਕੇ ਕਹਿ ਰਹੇ ਨੇ ਕਿ ਮੈਂ ਇੱਥੇ ਖੜਾ, ਅਗਰ ਕੋਈ ਪੇਸ਼ੈਂਟ ਮੇਰੇ ਤੋਂ ਟ੍ਰੀਟਮੈਂਟ ਚਾਹੂਗਾ ਤਾਂ ਮੈਨੂੰ ਸਰਵਿਸਿਜ਼ ਦੇਣ ਲਈ ਤਿਆਰ ਹੈ। ਡਾਕਟਰ ਸਾਹਿਬ ਜਿਨ੍ਹਾਂ ਨਾਲ ਤੁਸੀਂ ਫੋਨ ਤੇ ਗੱਲ ਕੀਤੀ, ਜਿਹੜੇ ਪੇਸ਼ੈਂਟ ਸੀਗੇ ਕੋਵਿਡ-19 ਦੇ, ਉਹਨਾਂ ਨੂੰ ਤੁਹਾਡਾ ਰਾਬਤਾ ਹਾਲੇ ਵੀ ਹੈਗਾ ਕਿ ਉਹ ਡਿਸਚਾਰਜ ਹੋ ਗਏ ਨੇ ਕਿ ਇਸ ਟਾਈਮ ਮਤਲਬ? ਦੇਖੋ, ਜਿਹੜੇ ਪੇਸ਼ੈਂਟ ਡਿਸਚਾਰਜ ਹੋ ਕੇ ਗਏ ਜੀ, ਉਹ ਮੇਰੇ ਨਾਲ ਰਾਬਤਾ ਤਾਂ ਰੱਖਦੇ ਆ। ਮੈਨੂੰ ਕਹਿੰਦਾ ਕੱਲ੍ਹ ਹੀ ਲੜਕੀ, ਮੈਨੂੰ ਲੱਗਦਾ ਉਹਦਾ ਨਾਮ ਭੁਪਿੰਦਰ ਕੌਰ ਹੈ ਜੀ, ਉਹਨਾਂ ਦੇ 4 ਪੋਜ਼ਿਟਿਵ ਆਏ ਸੀ ਜੀ ਪਰਿਵਾਰ 'ਚ, ਤੇ ਉਹ ਮੈਨੂੰ ਕੱਲ੍ਹ ਦੀ ਗੱਲ ਆ। ਮੇਰਾ ਫੋਨ ਵੀ ਹੁਣੇ ਤੁਹਾਨੂੰ ਗੱਲ ਵੀ ਕਰਾ ਸਕਦਾ। ਮੈਨੂੰ ਫੋਨ ਆਇਆ ਵੀ ਡਾਕਟਰ ਸਾਹਿਬ ਸਾਡੇ ਘਰ ਆ ਕੇ ਚਾਹ ਜ਼ਰੂਰ ਪੀ ਕੇ ਜਾਣੀ ਹੈ। ਔਰ ਜਾਓਗੇ ਤੁਸੀਂ ਚਾਹ ਪੀਣ, ਕੋਈ ਡਰ ਤਾਂ ਨਹੀਂ ਹੈ? ਮੇਰਾ ਵੋਟਰ ਵਾ, ਮੇਰਾ ਸਪੋਰਟਰ ਵਾ ਜੀ, ਮੈਨੂੰ ਜੇ ਮੈਂ ਉਹਦੇ ਘਰ ਚਾਹ ਪੀਣੀ ਜਾਊਂਗਾ ਤੇ ਫਿਰ ਮੈਂ ਕਿਹਦੇ ਘਰ ਜਾਊਂਗਾ? ਕਾਂਗਰਸ ਦੇ ਘਰ ਜਾ ਕੇ ਚਾਹ ਪੀਊਂਗਾ? ਨਹੀਂ, ਪਰ ਜੇ ਕਾਂਗਰਸ, ਜੇ ਪੇਸ਼ੈਂਟ ਕਾਂਗਰਸ ਦਾ ਹੋਵੇ ਫਿਰ ਡਾਕਟਰ ਸਾਹਿਬ? ਮੈਂ ਪੇਸ਼ੈਂਟ ਦੇ ਵਿੱਚ ਕਾਂਗਰਸ ਅਕਾਲੀ ਨਹੀਂ ਹੁੰਦਾ। ਬਹੁਤ ਬੜੀ ਗੱਲ ਹੈ ਜੀ। ਮੈਂ ਇਹੀ ਸਵਾਲ ਜਾਣਨਾ ਚਾਹੁੰਦਾ ਸੀ। ਮੈਂ ਡਾਕਟਰ ਨਾ, ਮੈਂ ਰੋਜ਼ ਮੇਰੇ ਬੜੇ ਕਾਂਗਰਸੀ ਆਉਂਦੇ ਆ, ਬੜੇ ਕੋਈ ਵਿਤਕਰਾ ਨਹੀਂ ਹੋ ਹੀ ਨਹੀਂ ਸਕਦਾ। ਨਹੀਂ ਤਾਂ ਮੈਂ ਰੱਬ ਨੂੰ ਇਹ ਦੁਆ ਕਰਾਂਗਾ ਕਿ ਡਾਕਟਰ ਇਦਾਂ ਦਾ ਕੰਮ ਕਰਦਾ ਤਾਂ ਨਾਲੇ ਚੁੱਕ ਲੈ, ਪਹਿਲਾਂ ਕਰੋਨਾ ਉਹਨਾਂ ਨੂੰ ਹੋਵੇ। ਜਿਹੜੇ ਇਹ ਵਿਤਕਰਾ ਕਰਨ ਲੱਗ ਜਾਣ ਨਾ, ਡਾਕਟਰ ਹੋ ਕੇ ਵਿਤਕਰਾ ਕਰੋ। ਦੇਖੋ, ਸਾਡੇ ਲਈ ਕਾਸਟ ਕੋਈ ਦੁਆ ਨਹੀਂ, ਸਾਡੇ ਲਈ ਜਿਹੜੀ ਧਰਮ ਕੋਈ ਨਹੀਂ, ਸਾਡੇ ਲਈ ਪਾਰਟੀ ਕੋਈ ਨਹੀਂ, ਸਾਡੇ ਲਈ ਨਹੀਂ ਇਹ ਗੱਲਾਂ ਮੈਟਰ ਕਰਦੀਆਂ। ਮੈਨੂੰ ਕਹਿੰਦਾ ਮਤਲਬ ਜੇ ਕਹਿੰਦਾ ਮਤਲਬ ਮੈਂ ਬਾਰ-ਬਾਰ ਅਸੀਂ ਗੱਲ ਇਸੇ ਕਰਕੇ ਕੱਲ ਮੇਰਾ ਹਸਪੀਟਲ ਤੇ ਮੈਂ ਤੇ ਤੂੰ ਕਿਤੇ ਕਾਲੀਆਂ ਵਾਲੇ ਹਸਪੀਟਲ ਬਣਾਤਾ ਇਹ ਤਾਂ ਹੋਊਗਾ। ਇਹ ਆਮ ਜਨਤਾ ਦੇ ਜਿੱਥੇ ਸਾਡੀ ਜ਼ਰੂਰਤ ਹੋਏਗੀ, ਜਿੰਨਾ ਚਿਰ ਸਾਡਾ ਲਾਸਟ ਸਾਹ ਆ, ਮੈਂ ਔਰ ਮੇਰੀ ਆਈਏ ਮੇਰੀ ਟੀਮ ਨਵਾਂ ਸ਼ਹਿਰ, ਅਸੀਂ ਨਵਾਂ ਸ਼ਹਿਰ ਜ਼ਿਲ੍ਹੇ ਦੇ ਸਾਰੇ
ਤੁਹਾਡੇ ਥਰੂ ਜੀ। ਇਹ ਵਿਸ਼ਵਾਸ ਦਿਵਾਉਂਦੇ ਜੀ। ਹਾਂ ਕੱਲ ਇਹ ਪ੍ਰਮਾਤਮਾ ਨਾ ਕਰੇ ਜੀ। ਅਸੀਂ ਪ੍ਰਮਾਤਮਾ ਨੂੰ ਰੋਜ਼ ਇਹੀ ਦੁਆ ਕਰਦੇ ਹਾਂ ਕਿ ਸਾਰੇ ਠੀਕ ਹੋਣ ਜੀ। ਜੀ। ਪਰ ਕਿਤੇ ਇਦਾਂ ਦਾ ਕੰਮ ਆ ਗਿਆ ਇਹ ਮਹਾਮਾਰੀ ਜੀ ਫੈਲ ਗਈ ਜੀ। ਤਾਂ IMA ਨਵਾਂ ਸ਼ਹਿਰ ਦੇ ਸਾਰੇ ਡਾਕਟਰ ਸਰਕਾਰੀ ਡਾਕਟਰਾਂ ਨਾਲ ਮੋਹਰੇ ਹੋ ਕੇ ਇਸ ਮਹਾਮਾਰੀ ਦੇ ਵਿੱਚ ਲੋੜਵੰਦਾਂ ਦੀ ਸੇਵਾ ਕਰਨਗੇ ਐਜ਼ ਅ ਡਾਕਟਰ। ਡਾਕਟਰ ਸਾਹਿਬ ਮੈਨੂੰ ਜਿੱਥੇ ਤੱਕ ਲੱਗਦਾ ਕਿ ਸ਼ਾਇਦ ਹਾਲੇ ਤੱਕ ਤੁਹਾਨੂੰ ਅੱਗੇ ਆਣੇ ਨਹੀਂ ਦਿੱਤਾ ਗਿਆ ਤਾਂ ਹੀ ਸਰਵਿਸਿਜ਼ ਤੁਸੀਂ ਪ੍ਰੋਵਾਈਡ ਨਹੀਂ ਕਰ ਸਕੇ IMA ਦੀ ਟੀਮ ਜਾਂ ਤੁਸੀਂ ਡਾਕਟਰ ਜਿੰਨੇ ਵੀ ਕਹਿਣਾ ਚਾਹੁੰਦੇ ਹੋ। ਸਾਨੂੰ ਇਹਨਾਂ ਨੇ ਇੱਕ ਦੋ ਵਕਤ ਕਿਹਾ ਸੀ ਜੀ ਅਸੀਂ ਜਿਹੜੀ ਸਟੈਂਡ ਬਾਈ ਟੀਮ ਹੈ ਨਾ ਜੀ IMA ਦੇ ਵਿੱਚ ਹੈਗੇ ਹਾਂ ਜੀ ਕਦੋਂ ਉਹਨਾਂ ਨੇ ਅਸੀਂ ਨੂੰ ਕਿਹਾ ਆਫਰ ਕੀਤੀ ਹੋਆ ਜੀ ਵੀ ਤੁਸੀਂ ਜਦੋਂ ਮਰਜ਼ੀ ਲੈ ਸਕਦੇ ਹੋ ਜੀ ਔਰ ਉਹਦੇ ਲਈ ਜਦੋਂ ਵੀ ਕਹਿੰਦਾ ਆਪਾਂ ਇਸ ਗੱਲ 'ਚ ਦਬਣਾ ਕਰੀ ਪੈਂਦਾ ਹੀ ਨਹੀਂ ਮੈਨੂੰ ਜਿਹੜੇ ਵੀ ਪੇਸ਼ੈਂਟ ਹੈ ਤੁਹਾਡੀ ਕੰਸੀਕੁਐਂਸਿਸ ਉਹ ਕਹਿੰਦਾ ਮਤਲਬ ਮੈਂ ਉਹਨਾਂ ਬਾਰੇ ਜਿਹੜਾ ਨੋਡਲ ਇੰਚਾਰਜ ਹੈ ਉਹਨਾਂ ਸਵੇਰੇ 7 ਵਜੇ ਕੋਈ ਗੱਲ ਕਰਨੀ ਹੈ ਜੀ ਉਹਨਾਂ ਦਾ ਹਾਲ ਚਾਲ ਪੁੱਛਣਾ ਹੀ ਮੈਂ ਉਹਨਾਂ ਨੋਡਲ ਇੰਚਾਰਜ ਤੋਂ ਪੁੱਛਣਾ ਜੀ ਜਿਹੜਾ ਪੰਚਾਇਤ ਨੋਡਲ ਅਫਸਰ ਆ ਜੀ। ਡਾਕਟਰ ਗੁਰਿੰਦਰ ਮਾਨ ਮੈਂ ਹਰ ਰੋਜ਼ ਮੇਰਾ ਫੋਨ ਚੈੱਕ ਕਰਦਾ ਇਹ ਨਹੀਂ ਕਿ ਮੈਂ ਹੁਣ ਟੀਵੀ ਸਾਹਮਣੇ ਤੁਸੀਂ ਮੇਰੀ ਡਿਟੇਲ ਕਢਾ ਕੇ ਜੀ ਅੱਜ ਤੱਕ ਦੀ ਜਦੋਂ ਦਾ ਉੱਥੇ ਨੋਡਲ ਇੰਚਾਰਜ ਹੈ ਜੀ। ਤੁਸੀਂ ਰੋਜ਼ ਕਢਾ ਕੇ ਦੇਖੋ ਰੋਜ਼ ਮੇਰੀ ਉਹਨਾਂ ਸਵੇਰੇ ਪਹਿਲਾ ਹੀ ਫੋਨ ਮੈਂ ਉਹਨੂੰ ਕਰਦਾ ਬਸ ਉਹਨਾਂ ਤੋਂ ਪੁੱਛਿਆ ਜਾਂਦਾ ਕਿ ਉਹ ਮਰੀਜ਼ ਦਾ ਕੀ ਹਾਲ ਹੈ ਜਿਆਦਾ ਕੋਈ ਸਭ ਠੀਕ ਠਾਕ ਆ ਕਿਸੇ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਇਹ ਮੇਰੀ ਡਿਊਟੀ ਹੈ ਕੁਝ ਔਰ ਇਹਦੇ ਲਈ ਜੇਕਰ ਕੋਈ ਵੀ ਬੰਦਾ ਮੇਰੀ ਕਾਲ ਡਿਟੇਲ ਕਢਾ ਕੇ ਦੇਖ ਸਕਦਾ ਚੈੱਕ ਕਰਨਾ ਤਾਂ ਚੈੱਕ ਕਰ ਸਕਦਾ ਮੈਂ ਝੂਠ ਬੋਲਦਾ ਮੈਂ ਸੱਚ ਬੋਲਦਾ ਜੀ ਦੇਖੋ ਹਰ ਚੀਜ਼ ਤੁਹਾਡੇ ਸਾਹਮਣੇ ਤਾਂ ਰੱਖਣੀ ਪਊਗੀ ਨਾ ਜੀ 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 ਇਸ ਲਈ ਜਿਹੜੀ ਮੇਰੀ ਡਿਊਟੀ ਹੈ ਮੈਂ ਸੋਸ਼ਲ ਮੀਡੀਆ 'ਚ ਬਹੁਤ ਮੈਂ ਕਿੰਨੀ ਵਾਰੀ ਕਿਹਾ ਲੋਕਾਂ ਨੂੰ ਮੈਂ ਰੋਜ਼ ਸਵੇਰੇ ਉੱਠ ਕੇ ਪੁੱਛਦਾ ਜੀ 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 ਮੇਰਾ ਕੰਮ ਪੁੱਛਣਾ ਜੀ। ਲੋਕਾਂ ਨੂੰ ਦੱਸਣਾ ਨਹੀਂ ਉਹ ਲੋਕ ਆਪ ਦੱਸਣ ਇੱਕ ਦੂਜੇ ਨੂੰ ਫਿਰ ਉਹ MLA ਦੀ ਜਿਹੜੀ ਸਹੀ ਪਰਿਭਾਸ਼ਾ ਹੈ ਪੁੱਛਣਾ ਜਾ ਕੇ ਤੁਸੀਂ ਭਰੋੜੀ ਜਾਓ ਜੀ ਜਿਹੜੇ ਮੁੰਡੇ ਕੋਵਿਡ ਪੋਜ਼ਿਟਿਵ ਆਏ ਸੀ ਜੀ ਜੀ ਤੁਸੀਂ ਉੱਚੇ ਜਾਓ ਤੁਸੀਂ ਬੂਹੇ ਜਾਓ ਪਿੰਡ ਮੈਂ ਤੁਹਾਨੂੰ ਦਿਖਾਉਣਾ ਉਹਨਾਂ ਨੂੰ ਫੋਨ ਨੰਬਰ ਦੇ ਦੇਣਾ ਤੁਸੀਂ ਉਹਨਾਂ ਲੋਕਾਂ ਤੋਂ ਜਾ ਕੇ ਪੁੱਛੋ ਜੇ ਉਹ ਮੇਰੇ ਤੋਂ ਨਾਰਾਜ਼ ਹੋਣਗੇ ਫਿਰ ਮੈਂ ਜਵਾਬ ਦੇ ਡਾਕਟਰ ਸਾਹਿਬ ਲੋਕ ਨਾਰਾਜ਼ ਨਹੀਂ ਆ ਜਿਹੜੇ ਤੁਹਾਡੇ ਵਿਰੋਧੀ ਨੇ ਉਹ ਨਾਰਾਜ਼ ਹੈ ਕਿ ਡਾਕਟਰ ਸਾਹਿਬ ਰਾਤ ਨੂੰ ਐਕਟਿਵ ਨਹੀਂ ਹੁੰਦੇ ਰਾਤ ਨੂੰ ਸੋਸ਼ਲ ਮੀਡੀਆ ਜਾ ਕੇ ਦੱਸਦੇ ਨਹੀਂ ਕਿੰਨੇ ਪੇਸ਼ੈਂਟ ਆ ਜਦੋਂ ਇਹਨਾਂ ਦੀ ਜ਼ਮਾਨਤ ਜ਼ਬਤ ਹੋਈ ਸੀ ਨਾ ਉਸ ਵੇਲੇ ਕਿੰਨੇ ਐਕਟਿਵ ਸੀ ਜੀ ਹੁਣ ਕਦੀ ਵਾਰੀ ਜ਼ਮਾਨਤ ਜ਼ਬਤ ਹੋਈ ਇੰਨੇ ਐਕਟਿਵ ਹੋ ਕੇ ਕਰਦੇ ਸੋਸ਼ਲ ਮੀਡੀਆ ਮਤਲਬ ਯੂਜ਼ ਨਹੀਂ ਕਰਦੇ ਉਹ ਕਹਿੰਦੇ ਸਾਡੇ ਬੰਦੇ ਹਮੇਸ਼ਾ ਦੱਸ ਦਿੰਦੇ ਆ ਕਿ ਕਿੰਨਾ ਤੁਸੀਂ ਰਾਸ਼ਨ ਦਿੱਤਾ ਦੇਖੋ ਮੈਂ ਇਸ ਗੱਲ ਲਈ ਸੋਸ਼ਲ ਮੀਡੀਆ ਨੂੰ ਨਹੀਂ ਯੂਜ਼ ਕਰਦਾ ਕੋਈ ਮੈਂ ਆਣਾ ਜਦੋਂ ਮੈਂ ਜੋ ਪੋਜ਼ਿਟਿਵ ਗੱਲ ਹੁੰਦੀ ਜੀ ਜੀ ਮੈਂ ਨੈਗੇਟਿਵ ਗੱਲ ਕਰਨੇ ਬਹੁਤ ਘੱਟ ਆਉਂਦਾ ਹਾਂ ਕਿਉਂਕਿ ਜਦ ਤੁਸੀਂ ਦੱਸ ਦਿੰਦੇ ਕਿ ਅੱਜ ਇੰਨੇ ਪੇਸ਼ੈਂਟ ਹੋ ਗਏ ਆਮ ਜਨਤਾ ਚ ਉੱਤੇ ਡਰ ਦਾ ਮਾਹੌਲ ਬਣ ਜਾਂਦਾ ਨਹੀਂ ਅਸੀਂ ਦੇਖੋ ਪੇਸ਼ੈਂਟ ਹੋਣਾ ਸਾਡੇ ਹੱਥ 'ਚ ਨਹੀਂ ਜੀ ਇਹ ਉਸ ਪਰਮਾਤਮਾ ਦੇ ਹੱਥ 'ਚ ਹੈ ਜੀ ਜੀ ਉਹਨੂੰ ਹੌਸਲਾ ਦੇਣਾ ਉਹਦੇ ਟ੍ਰੀਟਮੈਂਟ ਦੇ ਲਈ ਇੰਤਜ਼ਾਮ ਕਰਨਾ ਉਹ ਸਾਡੇ ਹੱਥ 'ਚ ਹੈ ਜੀ ਜੀ ਉਹ ਤਾਂ ਮੈਂ ਕਰਾਂ ਨਾ ਜੀ ਜੇ ਮੈਂ ਵੈਂਟੀਲੇਟਰ ਆਫਰ ਨਹੀਂ ਕੀਤੇ ਫਿਰ ਮੈਨੂੰ ਕਹਿ ਸਕਦੇ ਡਾਕਟਰ ਸਾਹਿਬ ਬਾਹਰ ਨਹੀਂ ਨਿਕਲੇ ਜੇ ਮੈਂ ਓਪੀਡੀ ਨਹੀਂ ਕਰਦਾ ਇਹ ਕਹਿ ਸਕਦੇ ਡਾਕਟਰ ਸਾਹਿਬ ਬਾਹਰ ਨਹੀਂ ਨਿਕਲਦੇ ਜੇ ਅਸੀਂ ਘਰ ਲੋਕਾਂ 'ਚ ਆਪਣੇ ਜਿੰਨੇ ਵਰਕਰ ਸੀ ਉਹਨਾਂ ਦੀ ਚੇਨ ਬਣਾ ਕੇ ਉਹਨਾਂ ਤੱਕ ਰਾਸ਼ਨ ਨਹੀਂ ਪਹੁੰਚਾਇਆ ਫਿਰ ਕਹਿ ਸਕਦੇ ਡਾਕਟਰ ਸਾਹਿਬ ਅੰਦਰ ਸੀ ਔਰ ਡਾਕਟਰ ਸਾਹਿਬ ਪਠਲਾਵੇ ਨਾ ਜਾਂਦੇ ਤਾਂ ਵੀ ਕਹਿ ਕਹਿ ਸਕਦੇ ਇਸ ਕਰਕੇ ਜਿਹੜੇ ਪੇਸ਼ੈਂਟ ਉਹੀ ਤੁਹਾਨੂੰ ਦੱਸ ਸਕਦੇ ਆ ਨਾ ਤੁਸੀਂ ਮੈਂ ਤੁਹਾਨੂੰ ਦੱਸਦਾ ਤੁਸੀਂ ਉੱਚੇ ਲੁਧਿਆਣੇ ਜਾਓ ਤੁਸੀਂ ਭਰੋੜੀ ਜਾਓ ਤੁਸੀਂ ਆਪਣੇ ਬੂਹੇ ਜਾਓ ਤੁਸੀਂ ਨਾ ਪਿੰਡਾਂ 'ਚ ਜਾ ਕੇ ਜਿਹੜੇ ਪੇਸ਼ੈਂਟ ਉਹਨਾਂ ਨੂੰ ਪੁੱਛੋ ਮੇਰੇ ਖਿਆਲ ਇਹ ਜਵਾਬ ਬਹੁਤ ਢੁਕਵਾਂ ਆ ਉਹ ਲੋਕਾਂ ਦੇ ਜਿਹੜੇ ਕਹਿੰਦੇ ਕਿ ਡਾਕਟਰ ਸਾਹਿਬ ਘਰ ਤੋਂ ਬਾਹਰ ਨਹੀਂ ਨਿਕਲਦੇ ਇਹ ਉਹਨਾਂ ਪਿੰਡਾਂ ਤੇ ਜਾ ਕੇ ਪੇਸ਼ੈਂਟਸ ਤੋਂ ਪਤਾ ਕਰ ਸਕਦੇ ਆ ਕਿ ਡਾਕਟਰ ਸਾਹਿਬ ਨੇ ਵਿਜ਼ਿਟ ਕੀਤਾ ਕਿ ਨਹੀਂ ਕੀਤਾ ਜਿਹਨਾਂ ਦਾ ਹਾਲ ਚਾਲ ਪੁੱਛਿਆ ਕਿ ਨਹੀਂ ਪੁੱਛਿਆ ਡਾਕਟਰ ਸਾਹਿਬ ਪਠਲਾਵੇ ਗਏ ਕਿ ਨਹੀਂ ਗਏ ਡਾਕਟਰ ਸਾਹਿਬ ਇੱਕ ਸਵਾਲ ਹੋਰ ਪੁੱਛੂੰਗਾ ਮੈਂ ਤੁਹਾਡਾ ਬਹੁਤ ਸਮਾਂ ਲੈ ਲਿਆ ਪਰ ਫਿਰ ਵੀ ਇੱਕ ਸਵਾਲ ਪੁੱਛਣਾ ਚਾਹਾਂਗਾ ਮਜੀਠੀਆ ਸਾਹਿਬ ਨੇ ਇੱਕ ਚੀਜ਼ ਕਹੀ ਸੀ ਕਿ ਅਸਲੀ ਕਾਂਗਰਸ ਤੇ ਨਕਲੀ ਕਾਂਗਰਸ ਦਾ ਰੌਲਾ ਪੈ ਰਿਹਾ ਇਹਨਾਂ ਦੀ ਆਪਸ ਵਿੱਚ ਹੀ ਤੇ ਲੜ ਰਹੇ ਨੇ ਸ਼ਰਾਬ ਪਿੱਛੇ ਉਹਦੇ ਪਿਛਲੀ ਕੀ ਕਹਾਣੀ ਹੈ ਦੇਖੋ ਮਸਲਾ ਸਾਨੂੰ ਪਤਾ ਹੀ ਹੈ ਪੈਸੇ ਦਾ ਮਸਲਾ ਨੋਟਾਂ ਦਾ ਜਿਹੜਾ ਇਹ ਕਦੀ ਵੀ ਕਹਿੰਦੇ ਆ ਕਹਿੰਦਾ ਮਤਲਬ ਚੀਫ ਜਿਹੜਾ MLA ਦਾ ਸਟੇਟਸ ਆ ਉਹ ਚੀਫ ਸੈਕਟਰੀ ਤੋਂ ਉੱਪਰ ਦਾ ਸਟੇਟਸ ਜੀ ਜੀ ਔਰ ਮੰਤਰੀ ਸਾਹਿਬ ਤੋਂ ਉਸ ਦੇ ਉੱਪਰ ਹੈ ਜੀ ਜੇ ਉੱਥੇ ਚੀਫ ਸੈਕਟਰੀ ਜੀ ਔਰ ਮਿਨਿਸਟਰ ਦੇ ਵਿੱਚ ਤੂੰ ਮੈਂ ਹੁੰਦੇ ਆ ਜੀ ਇਹਦਾ ਮਤਲਬ ਜਿਹੜਾ ਉਸ ਕੁਰਸੀ ਦੇ ਚੀਫ ਕੁਰਸੀ ਤੇ ਬੈਠਾ ਜੀ ਉਹ ਜ਼ਿਆਦਾ ਉਹਦੀ ਜਿਹੜੀ ਲਿਆਕਤ ਆ ਜੀ ਮੈਂ ਇਹ ਕਹੂੰਗਾ ਵੀ ਉਸ ਉਨੀ ਨਹੀਂ ਕਿ ਉਹ CM ਬਣ ਸਕਦਾ ਜੀ ਇਹ ਬਹੁਤ ਬੜੀ ਗੱਲ ਕਹਿ ਰਹੇ ਹੋ ਤੁਸੀਂ ਉਸ ਕੈਲੀਬਰ ਦਾ ਨਹੀਂ ਹੈਗਾ ਜੀ ਇਹ ਡਿਸੀਜਨ ਲੈ ਸਕਦੇ ਜੋ ਡਿਸੀਜਨ ਲੈ ਸਕਦੇ ਜਾਂ ਜੀ ਉਹ ਉਸ ਕਰਪਸ਼ਨ ਦੇ ਵਿੱਚ ਆਪ ਇਨਵੋਲਵ ਆ ਜੀ ਇਹ ਲੜਾਈ ਕਾਂਸੀ ਅਸਲੀ ਨਕਲੀ ਕਾਂਸੀ ਦਾ ਮੈਂ ਸੁਣਿਆ ਨਹੀਂ ਪਰ ਮੈਂ ਇਹ ਜ਼ਰੂਰ ਕਹੂੰਗਾ ਇਹ ਲੜਾਈ ਜਿਹੜੀ ਆ ਇਹ ਪੈਸੇ ਦੀ ਲੜਾਈ ਸੀ ਪੈਸੇ ਦੇ ਵਿੱਚ ਉਹਨਾਂ ਨੇ ਇੱਕ ਦੂਜੇ ਨੂੰ ਤੋਮਤਾਂ ਲਾਈਆਂ ਔਰ
ਔਰ ਸਭ ਤੋਂ ਮੰਦਭਾਗੀ ਗੱਲ ਇਹ ਰਹੀ ਜੀ ਕਿ ਜਿਹੜੀ ਕਾਂਗਰਸ ਅੱਜ ਤੱਕ ਇਹ ਕਹੀ ਜਾਂਦੀ ਕਿ ਅਸੀਂ ਕਾਸਟ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਜੀ ਔਰ ਇੱਕ ਇਹਨਾਂ ਦਾ ਸੀਨੀਅਰ ਮੰਤਰੀ ਜੀ ਜਿਹਦਾ ਮੈਂ ਬਹੁਤ ਸਤਿਕਾਰ ਕਰਦਾ ਜੀ। ਔਰ ਦੂਸਰੇ ਦਲਿਤ ਮੰਤਰੀ ਨੂੰ ਜੀ ਇਸ ਕਰਕੇ ਦਲਿਤ ਦਾ ਜੋ ਦਲਿਤ ਹੈ, ਮੈਂ ਵਿੱਚ ਨਹੀਂ ਬੈਠਾ ਸੀ ਜੀ ਜੋ ਉਹਨਾਂ ਦੀਆਂ ਗੱਲਾਂ ਤੋਂ ਆ ਰਿਹਾ ਬਾਹਰ, ਜੀ ਤਾਂ ਮੈਂ ਸਮਝਦਾ ਕਿ ਸਾਨੂੰ ਜੇ ਅਸੀਂ ਦੇਸ਼ ਦੀ 70-72 ਸਾਲ ਦੀ ਆਜ਼ਾਦੀ ਤੋਂ ਬਾਅਦ ਵੀ ਜੀ ਅਸੀਂ ਹਾਲੇ ਵੀ ਕਾਸਟ ਕਾਸਟ ਵਾਲੇ ਦੇ ਬੈਠੇ ਆ ਜੀ ਡਿਸਕ੍ਰਿਮੀਨੇਸ਼ਨ ਹਾਲੇ ਨਹੀਂ ਕਰਦਾ। ਮੈਂ ਸਮਝਦਾ ਕਿ ਇਹ ਦੇਸ਼ ਜਿਹੜਾ ਆ ਉਹੀ ਲੋਕ ਡਾਕਟਰ ਸਾਹਿਬ ਆਮ ਜਨਤਾ ਨਹੀਂ ਕਹ ਰਹੀ ਕਿ ਦੇਸ਼ ਹੱਲੇ ਵੀ 1947 ਚ ਹੀ ਆ ਕਿਉਂਕਿ ਕਾਰਾਂ ਆ ਜਾਣੀਆਂ, ਜਹਾਜ਼ ਆ ਜਾਣੇ, ਸੁੱਖ ਸਹੂਲਤਾਂ ਆ ਜਾਣੀਆਂ। ਜੀ ਇਹ ਮੈਂ ਸਮਝਦਾ ਇਹ ਤਰੱਕੀ ਜੀ। ਨਹੀਂ, ਤਰੱਕੀ ਉਹ ਆ ਜੀ। ਵੀ ਜਿਹੜਾ ਵੀ ਬੰਦਾ ਇੱਥੇ ਇਨਸਾਨ ਜਨਮ ਲੈਂਦਾ ਜੀ ਉਹਨੂੰ ਐਜ਼ ਏ ਇਨਸਾਨ ਦੇਖਿਆ ਜਾਵੇ, ਮਾਨਵਤਾ। ਉਹਦੀ ਮਾਨਵਤਾ ਕਰਕੇ ਲਿਖਿਆ, ਉਹਦੀ ਕਾਸਟ ਨਾਲ ਦੇਖੀ ਜਾਵੇ, ਤਾਂ ਹੀ ਇਸ ਤਰੱਕੀ ਡਾਕਟਰ ਸਾਹਿਬ ਇੱਕ ਸਵਾਲ ਹੋ ਰਿਹਾ ਕਿ ਮੇਰਾ ਕਿ ਜਿਵੇਂ ਨਾ ਕਿ ਹਰ ਸਾਲ ਪੰਜਾਬ ਨੂੰ ਆਪਾਂ ਕਹਿੰਦੇ ਕਿ ਇਹ ਅੰਨਦਾਤਾ ਹੈ, ਸਾਰੇ ਦੇਸ਼ ਦਾ ਢਿੱਡ ਭਰਦਾ ਜਿਹੜਾ ਪੰਜਾਬ ਹੈ। ਹਰ ਸਾਲ ਜਿਹੜਾ ਸਾਡਾ ਅਨਾਜ ਹੈ ਅਜਾਈ ਚਲੇ ਜਾਂਦਾ ਕਈ ਵਾਰ, ਤੇ ਤੁਹਾਨੂੰ ਲੱਗਦਾ ਜਿਹੜੇ ਪ੍ਰਵਾਸੀ ਮਜ਼ਦੂਰ ਹੈ ਖੇਤਾਂ 'ਚ ਕੰਮ ਕਰਦੇ ਸੀ, ਦੁਕਾਨਾਂ ਤੇ ਕੰਮ ਕਰਦੇ ਸੀ ਜਾਂ ਝਾੜੂ ਪੋਚਿਆਂ ਦਾ ਕੰਮ ਕਰਦੇ ਸੀ, ਹਰ ਇੱਕ ਜਗ੍ਹਾ ਤੇ ਪ੍ਰਵਾਸੀ ਮਜ਼ਦੂਰ ਫੈਲੇ ਹੋਏ, ਜਾਂ ਤਾਂ ਇਹਨਾਂ ਨੂੰ ਪਹਿਲਾਂ ਹੀ ਨਾਮ ਦਿੱਤਾ ਜਾਂਦਾ, ਜੇ ਹੁਣ ਆਏ ਸੀ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਕਿਤੇ ਨਾ ਕਿਤੇ ਬਣਦੇ, ਔਰ ਇਹਨਾਂ ਨੂੰ ਜਿਵੇਂ ਲੱਦ ਕੇ ਬੱਸਾਂ 'ਚ ਭੇਜਿਆ ਜਾਂਦਾ, ਰੱਬ ਨਾ ਕਰੇ ਕੋਈ ਇਫੈਕਟਡ ਹੋਵੇ, ਉਹ ਆਪਣੇ ਜਿਹੜਾ ਪ੍ਰਾਂਤ ਵਿੱਚ ਜਾ ਕੇ ਆਪਣੀ ਸਟੇਟ ਜਾ ਕੇ ਕਿਸੇ ਹੋਰ ਨੂੰ ਇਫੈਕਟ ਕਰੂਗਾ, ਹੈ ਤਾਂ ਉਹ ਵੀ ਮਾਨਵਤਾ ਦੀ ਹੱਤਿਆ ਨਾ। ਉਹਨਾਂ ਦਾ ਇਕੱਲਾ ਟੈਂਪਰੇਚਰ ਚੈੱਕ ਕਰਕੇ ਉਹਨਾਂ ਦਾ ਨਹੀਂ ਭੇਜ ਦੇਣਾ ਚਾਹੀਦਾ। ਦੇਖੋ ਟੈਂਪਰੇਚਰ ਉਹ ਗੱਲ ਜੀ ਰੱਖ ਕੇ ਮੱਥੇ ਤੇ ਜੀ ਇਹ ਕੋਈ ਡਾਇਗਨੋਸ ਨਹੀਂ ਕਰ ਪਾਉਂਦੇ ਅਸੀਂ ਕਿ ਕੋਰੋਨਾ ਦਾ ਪੇਸ਼ੈਂਟ ਹੈ। ਪਹਿਲੀ ਗੱਲ ਇਹ ਹੈ ਕਿ ਨੰਬਰ ਉਹਦੇ ਬੜੇ ਤਰੀਕੇ ਆ ਔਰ ਡਾਕਟਰੀ ਤੌਰ ਤੇ ਜੋ ਤਰੀਕੇ ਅਪਣਾਉਣੇ ਤੋਂ ਉਹ ਚ ਛੱਡੋ। ਅਸੀਂ ਜਿਹੜਾ ਤੁਹਾਡਾ ਸਵਾਲ ਆ ਜੀ ਦੇਖੋ, ਜਿਹੜਾ ਆਦਮੀ ਇਸ ਭਾਰਤ ਦਾ ਵਾਸੀ ਆ, ਜੀ ਬੇਸ਼ੱਕ ਉਹ ਯੂਪੀ ਤੋਂ ਆ, ਬੇਸ਼ੱਕ ਉਹ ਬਿਹਾਰ ਤੋਂ ਆ, ਬੇਸ਼ੱਕ ਉਹ ਉੜੀਸਾ ਤੋਂ, ਜਿਸ ਕਿਸੇ ਵੀ ਸਟੇਟ ਤੋਂ ਆ, ਉਹ ਸਾਡਾ ਭਰਾ ਹੈ ਜੀ। ਜਿੱਥੇ ਵੀ ਜੇ ਸਾਡੇ ਪੰਜਾਬੀ ਦੂਜੇ ਸਟੇਟਾਂ 'ਚ ਬੈਠੇ ਆ ਜਾਂ ਉਹ ਇੱਥੇ ਬੈਠੇ, ਉਹਨਾਂ ਦਾ ਹਾਲ ਨਹੀਂ ਪੁੱਛਿਆ ਜਾ ਰਿਹਾ। ਪਹਿਲੇ ਨੰਬਰ ਤੇ ਭਾਰਤੀ ਆ ਜੀ। ਇਹ ਜਿਹੜੀ ਮੌਕੇ ਦੀ ਸਰਕਾਰ ਆ ਜੀ ਉਹ ਮੈਂ ਤੁਹਾਨੂੰ ਪੰਜਾਬ ਦੀ ਗੱਲ ਕਰੂੰਗਾ। ਜੀ ਜੀ ਪੰਜਾਬ ਦੀ ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਸੀ ਜੀ ਤੇ ਉਹਨਾਂ ਨੂੰ ਹਰ ਸਹੂਲਤ ਮੁਹੱਈਆ ਸਹੂਲਤ ਘੱਟੋ ਘੱਟ ਸਹੂਲਤ ਮੁਹੱਈਆ ਕਰਾਇਆ ਜਾਵੇ ਨਾ। ਘੱਟੋ ਘੱਟ ਪੇਟ ਤਾਂ ਉਹਨਾਂ ਦਾ ਭਰ ਜਾਂਦਾ। ਜੀ 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 ਔਰ 1 ਕਰੋੜ 42 ਲੱਖ ਲੋਕਾਂ ਦਾ ਰਾਸ਼ਨ ਸਰਕਾਰ ਨੇ ਭੇਜਿਆ। ਅੱਛਾ ਜੀ। ਜਿਹੜਾ ਉਹ 27-28 ਮਾਰਚ ਦੇ ਨੇੜੇ ਆ ਰਹੇ ਜੀ। ਉਹਦੇ ਵਿੱਚ ਇੱਕ ਪਰਿਵਾਰ ਨੂੰ ਜਿਹੜਾ ਇੱਕ ਮੈਂਬਰ ਆ ਜੀ। ਉਹਨੂੰ 5 ਕਿਲੋ ਕਣਕ 3 ਮਹੀਨੇ ਲਈ ਜੀ ਔਰ ਪਰਿਵਾਰ ਨੂੰ 1 ਕਿਲੋ ਦਾਲ। ਜੀ ਉਹਦੇ ਵਿੱਚ ਕਿਤੇ ਨਹੀਂ ਲਿਖਿਆ ਹੈ ਕਿ ਭਈ ਇਹ ਰਾਸ਼ਨ ਜਿਹੜਾ ਆ ਉਹ ਇਕੱਲੇ ਜਿਹੜੇ ਸਮਾਰਟ ਕਾਰਡ ਜਾਂ ਨੀਲੇ ਦੇ ਬਣ ਸਕਦੇ ਨੇ ਉਹਨਾਂ ਨੂੰ ਮਿਲਣਾ। ਜੀ ਜੀ ਪਹਿਲਾਂ ਤਾਂ ਘੱਟ ਬਹੁਤ ਦਿੱਤੇ ਨੀਲੇ ਕਾਰਡ ਜੀ। ਜਿਹੜੇ ਇੱਥੇ ਲੋਕ ਸੀ ਜੀ ਉਹਨਾਂ ਸ਼ੁਕਰ ਦਾ ਵੀ ਆਪਣੇ ਬੰਦੇ ਨੂੰ ਦੇਤੇ, ਉਹ ਵਿਚਾਰੇ ਜਿਹੜੇ ਗਰੀਬ ਜਿਹੜੇ ਲੋੜਵੰਦ ਉਹਨਾਂ ਦੇ ਨੀਲੇ ਕਾਰਡ ਕੱਟ ਦਿੱਤੇ। ਉਹਦੇ ਖਿਲਾਫ ਦੇ ਜਿਸ ਨੂੰ ਮੰਗ ਪੱਤਰ ਦੇ ਗਏ ਸੀ। ਅੱਛਾ, ਉਹ ਜਿਹੜਾ ਤੁਸੀਂ ਤੁਹਾਨੂੰ ਮੰਗ ਪੱਤਰ ਦੇ ਕੇ ਆਏ ਸੀ ਉਹਦੇ ਵਿੱਚ ਕੀ ਸੀ, ਚਲੋ ਉਹ ਇੱਥੇ ਦਾ ਉਹ ਕਿਸੇ ਨੂੰ ਮਾੜਾ ਮੋਟਾ ਦੁੱਧ ਕਰਕੇ ਤਾਂ ਜਿਹੜੇ ਪ੍ਰਵਾਸੀ ਸੀ ਉਹਨਾਂ ਕੋਲ ਵਿਚਾਰਿਆਂ ਕੋਲ ਤਾਂ ਕੁਝ ਵੀ ਨਹੀਂ ਜੀ। ਉਹਦਾ ਨੀਲੇ ਕਾਰਡ ਨਹੀਂ ਹੈਗੇ। ਜੀ 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 ਤੇ ਸਰਕਾਰ ਦੀ ਡਿਊਟੀ ਪਹਿਲਾਂ ਉਹਨਾਂ ਨੂੰ ਦਿੰਦੇ ਨਾ। ਜੀ ਜੀ ਉਹ ਤੁਸੀਂ ਅਜੇ ਤੱਕ ਨਹੀਂ ਬਣ ਪਾਇਆ ਉਹ। ਜੀ ਜੇ ਕਿਤੇ ਇਹ ਜੀ ਪਹਿਲਾਂ ਜਿਹੜੇ ਸਾਡੇ ਭਰਾ ਦੂਸਰੇ ਸੂਬਿਆਂ ਤੋਂ ਸਾਡੀ ਸੇਵਾ ਕਰਦੇ ਇੱਥੇ ਆ ਕੇ ਜੀ 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 ਬਿਲਕੁਲ ਬਿਲਕੁਲ। ਇਹ ਅੱਜ ਸਾਰੇ ਚੱਲ ਜਾਣੇ ਜੀ। ਤੂੰ ਪੰਜਾਬ ਨੂੰ ਸੁੱਟ ਜਾਵੇ ਆ ਇਵਨ ਟਿਕਟੌਕ ਦੇ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਕਿ ਹੁਣ ਜਿਹੜਾ ਝੋਨਾ ਲਾਊਗਾ ਕੌਣ। ਉਹੀ ਗੱਲ ਕਹਿਣਾ ਕਿ ਉਹਨਾਂ ਸਾਡੀ ਇਹ ਸਰਕਾਰ ਦੀ ਡਿਊਟੀ ਬਣਦੀ ਸੀ। ਜੀ ਜਿਹੜੇ ਕਾਂਗਰਸੀ ਆਪਣੇ ਪੰਜਾਬੀਆਂ ਤੋਂ ਘਰਾਂ ਦੇ ਕੇ ਆਉਂਦੇ ਸੀ ਕਿ ਉਹਨਾਂ ਨੂੰ ਸਾਂਭਣਾ ਦੇ, ਚਲੋ ਇੱਦਾਂ ਹੀ ਕਰ ਲਾਂਦੇ। ਜੀ ਇਹ ਇੱਧਰ ਦੇਖਿਆ ਸਾਨੂੰ ਕਹਿੰਦੇ ਤੁਸੀਂ ਪ੍ਰਵਾਸੀਆਂ ਸਾਂਭ ਲਓ, ਕਰ ਲਿਓ। ਅਸੀਂ ਮੈਂ ਤੁਹਾਨੂੰ ਇੰਨਾ ਕੁ ਮੌਕਾ ਸਾਨੂੰ ਨਹੀਂ ਮੌਕਾ ਦੇ ਦਿੰਦੇ। ਪ੍ਰਵਾਸੀਆਂ ਦੀ ਵੋਟ ਵੀ ਨਹੀਂ ਹੁੰਦੀ ਨਾ। ਉਹੀ ਨਾ ਸਭ ਉਹੀ ਦਿੰਦੇ ਕਿਉਂਕਿ ਸਾਡਾ ਮਕਸਦ ਸੀ ਮਾਨਵਤਾ ਜੀ ਸੇਵਾ ਕਰਨਾ। ਅਸੀਂ ਉਹਨਾਂ ਦੀ ਸੇਵਾ ਕਰਨਾ, ਕੋਈ ਸਾਨੂੰ ਸਲੀ ਕਰਨ ਦੀ ਸਾਨੂੰ ਤਾਂ ਚੁੱਕ ਦੇ ਅੰਦਰ ਹੀ ਕਰ ਰਿਹਾ ਕਿ ਤੁਸੀਂ ਬਹਾਨਾ ਦੇ ਦਿਓ। ਤੁਹਾਨੂੰ ਲਾਕਡਾਊਨ ਤੁਹਾਨੂੰ ਜ਼ਿਆਦਾ ਕੀਤਾ ਗਿਆ ਅਕਾਲੀਆਂ ਨੂੰ ਸਾਰਾ ਕੋਈ ਦੇਖੋ ਕੱਟ ਦੇ। ਪਰ ਡਾਕਟਰ ਸਾਹਿਬ ਇੱਕ ਸਵਾਲ ਇੱਥੇ ਕਿ ਤੁਸੀਂ ਤਾਂ ਬਹੁਤ ਸੰਜੀਦਾ ਹੋ, ਤੁਹਾਡੀ ਗੱਲਾਂ ਤੋਂ ਪਤਾ ਲੱਗਦਾ ਤੁਸੀਂ ਮਾਨਵਤਾ ਦੇ ਨੇੜੇ ਹੋ, ਪਰ ਕੀ ਹਰ ਅਕਾਲੀ ਜਿਹੜਾ ਲੀਡਰ ਹੈ ਉਹਦੀ ਵੀ ਸੋਚ ਇਹੀ ਹੈ? ਤੁਹਾਨੂੰ ਪਿੱਛੋਂ ਇਹੀ ਇਨਸਟਰਕਸ਼ਨਸ ਆ ਰਹੀਆਂ ਪ੍ਰਧਾਨ ਸਾਹਿਬ? ਇਹ ਮੇਰੀ ਸੋਚ ਨਹੀਂ ਹੈ ਜੀ। ਜੇ ਮੈਂ ਇਹ ਗੱਲ ਕਹਾਂ ਕਿ ਮੇਰੀ ਸੋਚ ਹੈ ਜੀ। ਸਾਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਉਹਨਾਂ ਨੇ ਸੁਨੇਹਾ ਲਾਇਆ ਜੀ ਵੀ ਤੁਸੀਂ ਨਾ ਕਿਉਂਕਿ ਹਰਿਮੰਦਰ ਸਾਹਿਬ ਤੋਂ ਸਾਡੇ ਤਖਤ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਤੋਂ ਹਰ ਰੋਜ਼ ਲੱਖਾਂ ਲੋਕਾਂ ਦਾ
ਜੀ ਉੱਥੇ ਕਿੱਦਾਂ ਫੀਡਬੈਕ ਇਹ ਵੀ ਉੱਥੇ ਕਿਉਂਕਿ ਕਰਫਿਊ ਲਗਾਇਆ ਲੋਕ ਹੁਣ ਦਾਨ ਕਰਨ ਵਾਲੇ ਨਹੀਂ ਜਾ ਰਹੇ ਸੀ ਨਾ, ਤੁਹਾਨੂੰ ਪਤਾ ਹੀ ਹੈ। ਬਿਲਕੁਲ ਬਿਲਕੁਲ ਬਿਲਕੁਲ। ਉਹਨਾਂ ਨੇ ਸਾਡੀ ਡਿਊਟੀ ਲਾਈ ਵੀ ਜਿੱਥੇ ਤੁਸੀਂ ਪਿੰਡਾਂ ਦੇ ਵਿੱਚ ਲੋੜਵੰਦਾਂ ਨੂੰ ਰਾਸ਼ਨ ਦੇਣਾ ਆ, ਤਾਂ ਹਰਮੰਦਰ ਸਾਹਿਬ ਦੇ ਉੱਥੇ ਕੇਸਗੜ੍ਹ ਸਾਹਿਬ ਦੇ ਵੀ ਲੰਗਰ ਉੱਥੇ ਭੇਜੋ ਕਣਕ ਜੀ, ਉੱਥੋਂ ਜਿੱਥੇ ਉਹ ਬਣ ਕੇ ਆਉਂਦਾ। ਮੈਂ ਤੁਹਾਡੀ ਵੀਡੀਓ ਵੀ ਦੇਖੀ ਸੀ ਜਿਹੜੀ ਤੁਸੀਂ ਕਰਵਾਇਆ ਜੀ। ਇਸ ਕਰਕੇ ਅਸੀਂ ਕਹਿੰਦੇ ਹਾਂ ਸਾਡੀ ਪਾਰਟੀ ਦਾ ਇਹ ਆ ਵੀ ਐਸਟੀਪੀਸੀ ਨਤੀਜੇ ਕਰਦੀ ਸੀ ਜੀ ਜੀ, ਤੇ ਐਸਟੀਪੀਸੀ ਜੇ ਉਹ ਸਾਡੇ 5000 ਬੰਦੇ ਨੂੰ ਖਾਣਾ ਖਿਲਾ ਰਹੀ ਆ ਜੀ। ਇਹ ਸਾਡੇ ਆਪਣਾ ਮਾਲਾ ਪਿੰਡ ਆ ਮਾਲਪੁਰ ਜੀ, ਉੱਥੇ ਸਾਡੇ ਅਕਾਲੀ ਦਲ ਦੇ ਸੀਗੇ ਜੀ ਮੋਹਨ ਸਿੰਘ ਮਾਨ ਸਾਹਿਬ, ਜੀ। ਉਹਨਾਂ ਨੇ ਲਗਾਤਾਰ ਲੰਗਰ ਆਇਆ। ਇਹਦੇ ਪਿੰਡ ਸਾਡੇ ਇੱਕ ਪਿੰਡ ਛੋੜ ਚ ਸਾਡੇ 3-4 ਪਿੰਡਾਂ ਦੇ ਵਿੱਚ ਲਗਾਤਾਰ 3-4 ਹਜ਼ਾਰ। ਪਰ ਡਾਕਟਰ ਸਾਹਿਬ ਉਹ ਲੰਗਰਾਂ ਦੇ ਦੌਰਾਨ ਉਹ ਸੋਸ਼ਲ ਡਿਸਟੈਂਸ ਮੇਨਟੇਨ ਹੋਇਆ ਨਹੀਂ, ਉਹ ਮੈਂ ਇਹ ਸਾਨੂੰ ਸਟਰਕਚਰ ਸਾਡੀ ਪਾਰਟੀ ਪ੍ਰਧਾਨ ਨੂੰ ਸਰਦਾਰ ਸਿੰਘ ਸਿੰਘ ਬਾਦਲ ਵੱਲੋਂ ਸੀ ਜੀ। ਇਹ ਕਹਿੰਦਾ ਉਹਨਾਂ ਨੇ ਸੀ ਵੀ ਤੁਸੀਂ ਇਹ ਕੰਮ ਕਰੋ ਬਸ ਜੀ, ਸੇਵਾ ਕਰਦੇ ਰਹੋ। ਸੇਵਾ ਬਾਕੀ ਜੇ ਸੋਸ਼ਲ ਦੇਖੋ ਇਹ ਪਰ ਡਾਕਟਰ ਸਾਹਿਬ ਜਿਵੇਂ ਤੁਸੀਂ ਕਿਹਾ ਕਿ ਕੈਪਟਨ ਸਾਹਿਬ ਵੀ ਬਾਹਰ, ਸੁਖਬੀਰ ਬਾਦਲ ਸਾਹਿਬ ਵੀ ਇੰਨਾ ਬਾਹਰ ਜਦ ਤੱਕ ਨਹੀਂ ਆ ਸਕੇ ਜਿੰਨਾ ਕੈਪਟਨ ਸਾਹਿਬ ਜੇ ਉਹ ਤਾਂ ਬਿਲਕੁਲ ਲਾਕਡਾਊਨ ਹੀ ਹੋ ਗਏ, ਪਰ ਸੁਖਬੀਰ ਸਾਹਿਬ ਦੀ ਵੀ ਜਿਹੜੀ ਉਹ ਇੰਨਾ ਹਰ ਕੌਨਸੀਕੁਐਂਸੀ ਜਾ ਕੇ ਨਹੀਂ ਵਿਚਰੇ ਜਿੰਨਾ ਕਿ ਲੋਕਾਂ ਨੂੰ ਪਹਿਲਾਂ 10 ਸਾਲ ਉਹ ਵੀ ਤਾਂ ਸੀਐਮ ਰਹਿ, ਮਤਲਬ ਪ੍ਰਕਾਸ਼ ਸਿੰਘ ਬਾਦਲ ਸੀਐਮ ਰਹਿ ਚੁੱਕੇ ਆ। ਦੇਖੋ ਜਦੋਂ ਅਸੀਂ ਮੈਂ ਜੇ ਤੁਸੀਂ ਮੈਂ ਪਿੰਡ ਨਹੀਂ ਗਿਆ ਜੀ, ਮੈਂ ਚੇਂਜ ਕਰ ਦਿੱਤੀ ਨਾ, ਚੇਂਜ ਡਿਵੈਲਪ ਮੈਂ ਹਰ ਆਪਣਾ ਜਿਹੜਾ ਮੇਰਾ ਲੀਡਰ ਸੀ ਜਿੰਨੇ ਮੇਰੇ ਸਾਡੇ ਜਿਹੜੇ ਲੋਕ ਕੰਮ ਕਰਨਾ ਚਾਹੁੰਦੇ ਸੀ ਉਹ ਰੋਜ਼ ਮੈਨੂੰ ਮਿਲਦੇ ਸੀ, ਜਾਂ ਫਿਰ ਆਪਣੇ 100 ਬੰਦੇ ਉਹਨਾਂ ਨੂੰ ਮੈਨੇਜ ਕਰਦੇ ਸੀ ਤੁਸੀਂ। ਅਸੀਂ ਮੈਨੇਜ ਕਰਦੇ। ਇਸੇ ਤਰ੍ਹਾਂ ਸਾਨੂੰ Okay. ਸੀ ਬਾਦ ਮੈਨੇਜ ਕਰ Okay. ਉਹ ਜਿੱਥੇ ਜਿੱਥੇ ਜਾ ਸਕਦੇ ਉਹ ਆਪ ਗਏ ਜੀ। ਉਹ ਜਲਾਲਾਬਾਦ ਉਹਨਾਂ ਫਿਰੋਜ਼ਪੁਰ ਸਭ ਤੋਂ ਪਹਿਲਾਂ ਜੀ, ਜੇਕਰ ਜਿਹੜੀ ਡਾਕਟਰਾਂ ਨੂੰ ਜਿਹੜੇ ਬਿਨਾਂ ਹਥਿਆਰਾਂ ਤੋਂ ਲੜਾਈ ਲੜ ਰਹੇ ਸੀ ਉਹਨਾਂ ਦੇ ਖਿਲਾਫ ਬਿਲਕੁਲ ਹਮਲਾ ਨਾ ਹਾਂਜੀ ਬਿਨਾਂ ਹਥਿਆਰਾਂ ਜੀ। ਤੋਂ ਤੁਸੀਂ ਜਲੰਧਰ ਦੀ ਵੀਡੀਓ ਦੇਖੀ ਹੋਣੀ ਆ ਜੀ। ਸਫਾਈ ਸੇਵਕ ਆਪਣੀ ਜਾਨ ਦੀ ਪਰਵਾਹ ਆਪਣੇ ਪਰਿਵਾਰ ਦੀ ਜਾਨ ਦੀ ਪਰਵਾਹ ਕੀਤੇ ਬਿਨਾਂ ਜੀ ਕੋਰੋਨਾ ਪੇਸ਼ੈਂਟਾਂ ਦੀ ਸਿੰਪਲ ਗਲਵਸ ਪਾ ਕੇ ਸਫਾਈ ਕਰਦੇ ਸੀ ਬਿਨਾਂ ਹਥਿਆਰ ਤੋਂ ਬਿਨਾਂ ਜਿਹੜਾ ਹਥਿਆਰ ਤੋਂ ਲੜਾਈ ਲੜ ਰਹੇ। ਉਸ ਵੇਲੇ ਹਥਿਆਰ ਦੇਣ ਦੀ ਕਿਹਨੇ ਕੋਸ਼ਿਸ਼ ਕੀਤੀ? ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਸਰਦਾਰ ਸੁਖਬੀਰ ਸਿੰਘ ਬਾਦਲ ਅੱਛਾ। ਆਪਣੀ ਬਾਹਰ ਸਿਮਰਤ ਕੌਰ ਬਾਦਲ ਨੇ ਹੀ ਦਿੱਤੇ, ਉਸ ਤੋਂ ਬਾਅਦ ਦੂਸਰੇ ਨੇ ਦਿੱਤੇ ਆ, ਪਰ ਸ਼ੁਰੂਆਤ ਉਹਨੇ ਕੀਤੀ। ਉਸ ਤੋਂ ਬਾਅਦ ਵੀ ਜਿਹੜੇ ਕਾਂਗਰਸੀ ਆਗੂ ਉਹ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਹੋ ਗਏ, ਜਿਵੇਂ ਮੈਂ ਪਹਿਲੇ ਬਾਰ-ਬਾਰ ਜ਼ਿਕਰ ਕਰ ਰਿਹਾ। ਡਾਕਟਰ ਸਾਹਿਬ ਇੱਕ ਨਾ ਤੁਸੀਂ ਜਦੋਂ ਤੁਸੀਂ ਐਮਐਲਏ ਬਣੇ ਹੀ ਸੀਗੇ, ਤੁਸੀਂ ਇੱਕ ਇੰਟਰਵਿਊ ਦਿੱਤੀ ਸੀ, ਉਹਦੇ ਤੁਸੀਂ ਕਿਹਾ ਸੀ ਕਿ ਕਾਨੂੰਨ ਇੱਕ ਇਹੋ ਜਿਹਾ ਬਣਨਾ ਚਾਹੀਦਾ, ਸਰਕਾਰ ਵੱਲੋਂ ਇਹੋ ਜਿਹਾ ਕਾਨੂੰਨ ਹੋਣਾ ਚਾਹੀਦਾ ਕਿ ਜੇ ਕੋਈ ਮੈਨੀਫੈਸਟੋ ਬਣਾ ਕੇ ਉਸ ਤੇ ਖਰਾ ਨਹੀਂ ਉਤਰਦਾ ਉਹਨੂੰ ਸਜ਼ਾ ਮਿਲਣੀ ਚਾਹੀਦੀ। ਜੇ ਕੋਈ ਵਾਅਦੇ ਕਰਕੇ ਮੁੱਕਰਦਾ ਹੈ ਤਾਂ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ। ਇਸ ਤਰ੍ਹਾਂ ਦਾ ਕੋਈ ਕਾਨੂੰਨ ਹੋਣਾ ਚਾਹੀਦਾ। ਤੁਹਾਨੂੰ ਅੱਜ ਵੀ ਲੱਗਦਾ ਕਿ ਇਹ ਕਾਨੂੰਨ ਜਿਹੜਾ ਆ ਬਿਲਡ ਹੋ ਜਾਣਾ ਚਾਹੀਦਾ ਕਿ ਕੋਈ ਮੈਂ ਤਾਂ ਇਹ ਗੱਲ ਦੋ ਗੱਲਾਂ ਸਦਾਈ ਵਿਸ਼ਵਾਸ ਰੱਖਦਾ ਜੀ, ਜਿਹੜਾ ਵੀ ਕੋਈ ਪੋਲੀਟੀਕਲ ਪਾਰਟੀ ਜੀ, ਕਿਉਂਕਿ ਕਿਸੇ ਨਾਲ ਵਾਅਦਾ ਕਰਦੀ ਹੈ ਜੀ, ਜੇ ਉਹ ਪੂਰਾ ਨਹੀਂ ਕਰਦੇ ਉਹਨੂੰ ਟਾਈਮ ਦੇਣਾ ਚਾਹੀਦਾ, 6 ਮਹੀਨੇ ਦਾ, ਸਾਲ ਦਾ, 2 ਸਾਲ ਦਾ, ਉਹ ਟਾਈਮ ਬਾਉਂਡ ਹੋਣਾ ਚਾਹੀਦਾ ਜੀ। ਜੇ ਉਹ ਉਸ ਟਾਈਮ ਦੇ ਦੌਰਾਨ ਨਹੀਂ ਕਰਦੇ ਜੀ, ਤਾਂ ਇਹ ਕਾਨੂੰਨ ਬਣਿਆ ਜਾਏ ਉਹ ਆਪਣੇ ਆਪ ਨੂੰ ਜਿਹੜੀ ਸਰਕਾਰ ਕਲੈਪਸ ਕਰਕੇ ਤੇ ਉਹ ਵੀ ਉਹਨੂੰ ਸਰਕਾਰ ਨੂੰ ਭੰਗ ਕਰਕੇ ਜੀ, ਨਵੇਂ ਲੋਕਾਂ ਨੂੰ ਚਾਂਸ ਦੇਣਾ ਜੀ, ਚਾਹੀਦਾ। ਜੀ, ਔਰ ਇਹ ਕਹਿੰਦਾ ਮਤਲਬ ਸਰਕਾਰਾਂ ਤੱਕ ਨਹੀਂ, ਜਿਹੜੇ ਸਰਕਾਰੀ ਅਹੁਦਿਆਂ ਤੇ ਆ, ਜੀ। ਜਿੱਦਾਂ ਮੈਂ ਐਮਐਲਏ ਹਾਂ, ਜੀ, ਮੈਂ ਨਾਂ ਦਾ ਐਮਐਲਏ ਹਾਂ, ਜੀ, ਮੈਂ ਕਿਸੇ ਨੂੰ ਕਹਾਂ 1 ਰੁਪਏ ਦੀ ਗ੍ਰਾਂਟ ਨਾ ਜੀ। ਮਿਲਦੀ ਮੈਂ ਕੋਈ ਹੈ ਹੀ ਨਹੀਂ। ਜੀ, ਜੀ, ਅਸੀਂ ਫਿਰ ਮੰਗ ਕਰਦੇ ਹਾਂ ਕਿ ਜਿਹੜੇ ਚੁਣੇ ਹੋਏ ਨੁਮਾਇੰਦੇ ਆ ਉਹ ਉਹਨਾਂ ਤੇ ਭਾਰ ਪਾਇਆ ਜਾਵੇ। ਜੀ, ਮੈਂ ਇਹ ਮਹਿਸੂਸ ਕਰਦਾ ਜੇ ਅੱਜ ਇਸ ਮਹਾਮਾਰੀ ਦੇ ਦੌਰਾਨ ਜੀ, ਜਿਹੜੇ ਚੁਣੇ ਹੋਏ ਨੁਮਾਇੰਦਿਆਂ ਦੀ ਸਰਵਿਸ ਦੀਆਂ ਜਾਂਦੀਆਂ ਜੀ, ਤਾਂ ਉਹ ਬੈਟਰ ਸਰਵਿਸ ਦੇ ਸਕਦੇ ਜੀ। ਉਹ ਇਸ ਕਰਕੇ ਕਿਉਂਕਿ ਅਸੀਂ ਕੱਲ ਲੋਕਾਂ ਕੋਲ ਵੋਟਾਂ ਮੰਗਣ ਨਹੀਂ ਜਾਣਾ, ਜੀ। ਅਸੀਂ ਲੋਕਾਂ 'ਚ ਰਹਿਣਾ, ਅਸੀਂ ਸਾਰਾ ਕੁਝ ਜਾਣਦੇ ਜੀ। ਹਾਂ, ਚੰਗਾ ਮਾੜਾ ਸਾਨੂੰ ਪਤਾ, ਤਾਂ ਆਪਣੀ ਕਨਸੀਕੁਐਂਸ ਸਾਰਾ ਕੁਝ ਪਤਾ ਹੈ, ਅਸੀਂ ਕਹਿੰਦਾ ਮਤਲਬ ਉਹ ਇੱਕ ਵਧੀਆ ਪਰਫਾਰਮੈਂਸ ਦੇ ਸਕਦੇ ਹਾਂ ਅਗਰ ਤੁਹਾਨੂੰ। ਔਰ ਮੈਂ ਤੁਹਾਡੀ ਗੱਲ ਨੂੰ ਫਿਰ ਸਹਿਮਤ ਹਾਂ। ਅੱਜ ਫਿਰ ਇਹ ਗੱਲ ਮੈਂ ਫਿਰ ਦੁਹਰਾਉਣਾ, ਮੈਂ ਫਿਰ ਉਸੇ ਗੱਲ ਤੇ ਆਉਣਾ ਕਿ ਕਾਨੂੰਨ ਜ਼ਰੂਰ ਬਣਨਾ ਚਾਹੀਦਾ। ਜੀ, ਕਾਨੂੰਨ ਦੇ ਵਿੱਚ ਜੀ। ਉਹਦੇ ਵਿੱਚ ਇੱਕ ਸਾਡੇ ਦੇਸ਼ ਦੀ ਤਰੱਕੀ ਉਸ ਤਰ੍ਹਾਂ ਹੀ ਹੋਣੀ ਹੈ ਜੀ, ਜਿੱਦਾਂ ਸਿਆਸਤਦਾਨਾਂ ਵੱਲੋਂ ਸੱਚ ਬੋਲ ਕੇ ਹੀ ਵੋਟਾਂ ਮੰਗੀਆਂ ਜਾਣ। ਜੀ, ਮੈਂ ਤਾਂ ਆਪਣੇ ਹੱਕੇ ਦੇ ਲੋਕਾਂ ਨੂੰ ਕਹਿਣਾ ਹੁੰਦਾ ਜੀ, ਵੀ ਜਿੱਦਾਂ ਤੁਹਾਨੂੰ ਲੱਗਦਾ ਕਿ ਸੁੱਖੀ ਝੂਠ ਬੋਲਦਾ, ਜੀ, ਜੀ। ਫਿਰ ਵੋਟ ਨਾ ਪਾਏ, ਜੀ। ਨਹੀਂ ਵੋਟ ਪਾਣੀ, ਕੱਲ ਹੀ ਵੋਟ ਪਾਣੀ। ਮੈਂ ਆਪਣੀ ਡਾਕਟਰ ਕਰਾਂ ਪਰਮਾਤਮਾ ਨੇ ਪਹਿਲੇ ਤੁਹਾਨੂੰ ਨਵਾਜਿਆ, ਰੋਟੀ ਪਾਣੀ ਬਹੁਤ ਵਧੀਆ ਚੱਲਦਾ। ਇਹ ਰੋਟੀ ਕਰਕੇ ਖੜਾ ਹੈ। ਜੀ, ਇਹ ਸੇਵਾ ਕਰਕੇ
ਇਹ ਕਹਿੰਦਾ ਮਤਲਬ ਮੈਂ ਸਾਹਿਬ ਕਾਂਸ਼ੀਰਾਮ ਨਾਲ ਜੁੜਿਆ ਸੀ ਜੀ ਸਾਹਿਬ ਕਾਂਸ਼ੀਰਾਮ ਨਾਲ ਜੁੜੇ ਹੋਏ ਅਸੀਂ ਇੱਧਰ ਆ ਗਏ, ਉਹਨਾਂ ਨੇ ਸਾਨੂੰ ਪੜ੍ਹਤਾ, ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਾਨੂੰ ਲੈ ਲਿਆ ਔਰ ਅਸੀਂ ਐਮਐਲਏ ਬਣੇ। ਲੋਕਾਂ ਨੇ ਬਣਾਏ ਆ, ਹਾਂ, ਲੋਕਾਂ ਦਾ ਪਿਆਰ ਸਤਿਕਾਰ ਯਾਰ, ਉਹਦੇ ਕਰਕੇ ਹੀ ਉਹਨਾਂ ਨੂੰ ਪਾਵਰ ਆ। ਮੈਂ ਇਹ ਕਹਿੰਦਾ ਮੈਂ ਸਦਾ ਹੀ ਇਸ ਗੱਲ ਦੇ ਰਿਹਾ ਕਿ ਲੋਕਾਂ ਨੂੰ ਇਹ ਆਪਣੀ ਪਾਵਰ ਯੂਜ਼ ਕਰਨੀ ਚਾਹੀਦੀ ਜੀ। ਹਰ ਬੰਦੇ ਨੂੰ ਆਪਣੀ ਬੈਟਰਮੈਂਟ ਲਈ ਆਪਣੀ ਪਾਵਰ ਯੂਜ਼ ਕਰਨੀ ਚਾਹੀਦੀ ਹੈ। ਜਨਤਾ ਜਿਹੜੀ ਸਿਆਣੀ ਹੈ, ਸਭ ਕੁਝ ਜਾਣਦੀ ਹੈ। ਡਾਕਟਰ ਸਾਹਿਬ, ਇੱਕ ਲਾਸਟ ਸਵਾਲ, ਕਿਉਂਕਿ ਤੁਹਾਡਾ ਬਹੁਤ ਸਮਾਂ ਲੈ ਲਿਆ, ਐਜ਼ ਅ ਡਾਕਟਰ ਤੁਸੀਂ ਕੀ ਸਾਡੇ ਦਰਸ਼ਕਾਂ ਨੂੰ ਪ੍ਰੀਕਾਸ਼ਨਸ ਦੱਸਣਾ ਚਾਹੁੰਦੇ, ਇੱਕ ਐਮਐਲਏ ਤੌਰ ਤੇ ਨਹੀਂ, ਇੱਕ ਡਾਕਟਰ ਦੇ ਤੌਰ ਤੇ, ਕਿ ਲੋਕੀ ਜਿਹੜੇ ਹੁਣ ਕੀ ਪ੍ਰੀਕਾਸ਼ਨਸ ਰੱਖਣ? ਦੇਖੋ, ਮੈਂ ਤਾਂ ਸਭ ਨੂੰ ਇਹੀ ਬੇਨਤੀ ਕਰਦਾ ਕਿ ਇਹ ਮਹਾਮਾਰੀ ਜਿਹੜੀ ਹੈ ਇਹਦਾ ਇਲਾਜ ਨਹੀਂ ਆਇਆ ਹੈ। ਸਭ ਤੋਂ ਪਹਿਲੀ ਗੱਲ ਹੈ, ਇਹ ਤੋਂ ਡਰਨ ਦੀ ਲੋੜ ਨਹੀਂ। ਇਹ ਹਜ਼ਾਰਾਂ ਚੋਂ ਥੋੜੇ ਲੋਕ ਕਹਿੰਦਾ ਮਤਲਬ 1 ਜਾਂ 2% ਲੋਕ ਜਿਹੜੇ ਆ ਉਹ ਉਹਨਾਂ ਦੀ ਸੀਰੀਅਸ ਸਿੰਪਟਮ ਆਉਂਦੇ ਆ ਜੀ। 80-85% ਲੋਕ ਬਿਨਾਂ ਹੀ ਕੋਈ ਪਤਾ ਹੀ ਲੱਗਦਾ ਕਿ ਮੈਨੂੰ ਕੋਰੋਨਾ ਵਾਇਰਸ ਓਵਰਕਮ ਕਰ ਜਾਂਦੇ ਉਹ ਲੰਘ ਜਾਂਦੇ ਆ। ਸੋ ਇਹ ਕੋਈ ਡਰਨ ਦੀ ਲੋੜ ਨਹੀਂ। ਸਭ ਤੋਂ ਵੱਡੀ ਲੋੜ ਆ ਬਚਾਓ ਦੀ ਜੀ। ਸਾਨੂੰ 1 ਤੋਂ 2 ਮੀਟਰ ਦਾ ਡਿਸਟੈਂਸ ਰੱਖਣਾ ਚਾਹੀਦਾ ਜੀ, ਔਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਵੀ ਅਸੀਂ ਮੂਵਮੈਂਟ ਤਾਂ ਹੀ ਕਰੀਏ ਜੇ ਸਾਨੂੰ ਜ਼ਰੂਰਤ ਆ ਜੀ, ਉਹ ਹੀ ਨਾ ਸੜਕ ਦੇ ਘੁੰਮੀਏ ਜੀ। ਔਰ ਤੀਸਰਾ, ਇੱਕ ਆਦਤ ਬਣਾਈਏ, ਬੇਸ਼ੱਕ ਆਪਣੇ ਹੱਥ ਨੂੰ ਇੱਦਾਂ ਰੱਖੋ ਕਿ ਜਿੱਦਾਂ ਮੇਰਾ ਹੱਥ ਬੰਨਿਆ ਹੁੰਦਾ ਜੀ ਜੀ, ਕਿਉਂਕਿ ਜਿੱਥੇ ਮੈਂ ਟੱਚ ਕਰਾਂਗਾ, ਮੈਂ ਇੱਥੇ ਟੱਚ ਕਰ ਗਿਆ, ਮੈਂ ਕੋਰੋਨਾ ਦਾ ਪੇਸ਼ੈਂਟ, ਮੈਂ ਇੱਥੇ ਟੱਚ ਕਰਤਾ ਜੀ, ਤੁਸੀਂ ਇੱਥੇ ਟੱਚ ਕਰਤਾ, ਮੇਰੇ ਤੋਂ ਤੁਹਾਨੂੰ ਟ੍ਰਾਂਸਫਰ ਮਿਨੀਮਮ ਕਿਸੇ ਦੂਜੀ ਚੀਜ਼ ਨੂੰ ਟੱਚ ਕਰੋ। ਘੱਟ ਤੋਂ ਘੱਟ ਚੀਜ਼ਾਂ ਵਰਤੋ ਜੀ, ਜਿਹੜੀਆਂ ਬਹੁਤ ਜ਼ਰੂਰੀ ਉਹੀ ਚੀਜ਼ਾਂ ਵਰਤੋ ਤਾਂ ਕਿ ਇਹ ਨਾ ਸਪਰੈਡ ਨਾ ਕਰੇ। ਔਰ ਜਿਹੜੀ ਇਹਦੀ ਦਹਿਸ਼ਤ ਵਾ ਜੀ, ਉਹ ਤੋਂ ਨਾ ਡਰੋ, ਇਹਦੇ ਬਚਾਅ ਲਈ ਜੋ ਕੁਛ ਕਰਨਾ ਉਹ ਬਿਮਾਰੀ ਨਾਲ ਹੀ ਲੜੋ, ਬਿਮਾਰਾਂ ਨਾਲ ਨਾ ਲੜੋ। ਸੋ ਦੋਸਤੋ, ਅਸੀਂ ਇਸ ਜਿਹੜੀ ਇੰਟਰਵਿਊ ਨੂੰ ਗੱਲਬਾਤ ਨੂੰ ਰੈਪ ਅਪ ਕਰਨ ਤੋਂ ਪਹਿਲਾਂ ਇੰਨੀ ਕਹਿਣਾ ਚਾਹਾਂਗੇ ਕਿ ਡਾਕਟਰ ਸਾਹਿਬ ਦੀ ਜਿਹੜੀ ਨਿਰਭਉ ਤੇ ਨਿਰਵੈਰ ਵਾਲੀ ਜਿਹੜੀ ਸੋਚ ਹੈ, ਉਹ ਤੁਹਾਡੀ ਸੇਵਾ ਕਰਨ ਲਈ ਉਹ ਹਰ ਵਾਰ ਤਤਪਰ ਨੇ। ਔਰ ਅਸੀਂ ਵੀ ਪਰਮਾਤਮਾ ਅੱਗੇ ਬੇਨਤੀ ਕਰਦੇ ਹਾਂ ਕਿ ਜਿਹੜਾ ਇਹਨਾਂ ਨੇ ਟ੍ਰਿਬਿਊਨ ਨੂੰ ਕਿਹਾ ਕਿ ਆਈ ਵਿਲ ਟੇਕ ਕਰਕੇ ਕੋਈ ਹੰਗਰੀ, ਕੋਈ ਭੁੱਖਮਰੀ ਨਾ ਮਰੇ ਨਾ ਸੋਵੇ, ਤੇ ਅਸੀਂ ਕੋਸ਼ਿਸ਼ ਕਰਾਂਗੇ। ਤੇ ਡਾਕਟਰ ਸਾਹਿਬ ਨੂੰ ਤੁਹਾਡੇ ਜੇ ਕੋਈ ਪ੍ਰਸ਼ਨ ਸਾਡੇ ਪਹੁੰਚਦੇ ਕਰਿਓ, ਅਸੀਂ ਡਾਕਟਰ ਸਾਹਿਬ ਤੋਂ ਫਿਰ ਕੋਸ਼ਿਸ਼ ਕਰਾਂਗੇ ਕਿ ਰਾਬਤਾ ਬਣੇ ਤੇ ਤੁਹਾਡੇ ਸਵਾਲਾਂ ਦੇ ਜਵਾਬ ਦੇਈਏ। ਔਰ ਡਾਕਟਰ ਸਾਹਿਬ, ਤੁਸੀਂ ਸਾਡੀ ਟੀਮ ਨੂੰ ਇੰਨਾ ਸਮਾਂ ਦਿੱਤਾ, ਅਸੀਂ ਤੁਹਾਡੇ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਔਰ ਪਰਮਾਤਮਾ ਅੱਗੇ ਫਿਰ ਤੋਂ ਬੇਨਤੀ ਕਰਾਂਗੇ ਕਿ ਤੁਸੀਂ ਜੋ ਵੀ ਉਪਰਾਲਾ ਕਰਨਾ ਚਾਹੁੰਦੇ ਹੋ ਤੁਸੀਂ ਜ਼ਰੂਰ ਸਫਲ ਹੋ। ਮੈਂ PB ਬੱਤੀ ਦਾ ਔਰ ਸੁਸ਼ਰ ਤੁਹਾਡੀ ਸਾਰੀ ਟੀਮ ਦਾ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਖੁੱਲ੍ਹਾ ਟਾਈਮ ਦੇ ਕੇ ਮੈਨੂੰ ਆਪਣੀ ਗੱਲ ਕਹਿਣ ਦਾ ਮੌਕਾ ਦਿੱਤਾ ਜੀ, ਔਰ ਉਹਦੇ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਔਰ ਤੁਹਾਡਾ ਸ਼ੁਕਰੀਆ ਅਦਾ ਕਰਦਾ ਜੀ ਕਿ ਤੁਸੀਂ ਸੱਚ ਜਿਹੜਾ ਲੋਕਾਂ ਤੱਕ ਲੈ ਜਾ ਰਹੇ ਹੋ। ਤੁਹਾਡਾ ਧੰਨਵਾਦ। ਸਤਿ ਸ਼੍ਰੀ ਅਕਾਲ।